ਵੀ ਆਹ ਮੇਰੇ ਕੋਲ ਰੋਡ ਹੈ। ਹੁਣ ਜੇ ਤੁਸੀਂ ਕਹੋ ਜੀ ਇਸ ਚੋਂ ਆਵਾਜ਼ ਕੱਢ ਕੇ ਦਿਖਾਓ, ਤੇ ਜੇ ਮੈਂ ਕਹਾਂ ਜੀ ਇਸ 'ਚ ਭੂਤ ਹੈ ਇਹਦੇ 'ਚੋਂ ਆਵਾਜ਼ਾਂ ਕੱਢੂਗਾ, ਫੇਰ ਤਾਂ ਉਹ ਦੂਜੇ ਪਾਸੇ ਚਲੀ ਗਈ ਨਾ ਗੱਲ, ਟੂਣੇ ਵਾਲੇ ਬਾਬਿਆਂ ਵਾਲੇ ਅੰਧ ਵਿਸ਼ਵਾਸ। ਪਰ ਜੇ ਮੈਂ ਇਹਦੇ ਪਿੱਛੇ ਸਾਇੰਸ ਦੱਸੂਗਾ ਤਾਂ ਬੱਚਾ ਸਮਝ ਜੂਗਾ ਵੀ ਇਹ ਤਾਂ ਲੈ ਆਵਾਜ਼ ਅਸੀਂ ਕੱਢ ਦਿੰਦੇ ਹਾਂ, ਕੋਈ ਇਸ 'ਚੋਂ ਆਵਾਜ਼ ਨਹੀਂ ਨਿਕਲ ਰਹੀ। ਮੈਂ ਜੇ ਕਿਸੇ ਪਾਸਿਓਂ ਕਰਾਂ ਜਿਵੇਂ ਮਰਜ਼ੀ ਮੈਂ ਜ਼ੋਰ ਲਗਾ ਰਿਹਾ, ਪਰ ਹੁਣ ਇਸ ਤੁਹਾਡੇ ਸਾਹਮਣੇ ਆਹ ਇੱਕ ਮੈਂ ਪਾਊਡਰ ਇਸ ਦੇ ਵਿੱਚ ਲਗਾਇਆ। ਪਾਊਡਰ ਸਿਰਫ ਇਹ ਕੋਈ ਜਾਦੂ ਨਹੀਂ ਹੈ, ਇਹ ਪਾਊਡਰ ਸਿਰਫ ਆਪਣੀਆਂ ਉਂਗਲਾਂ ਦੇ ਵਿੱਚ ਰਗੜ ਬਲ ਨੂੰ ਵਧਾਉਣ ਲਈ ਹੈ। ਹੁਣ ਜਿਵੇਂ ਮੈਂ ਰਗੜ ਵਧਾਈ ਹੈ, ਹੁਣ ਤਾਂ ਮੈਂ ਸਹਿਜੇ ਕਰ ਰਿਹਾ, ਮੈਂ ਜ਼ੋਰ ਵੀ ਨਹੀਂ ਲਗਾ ਰਿਹਾ। ਆਹ ਦੇਖੋ, ਯਾਨੀ ਕਿ ਫ੍ਰਿਕਸ਼ਨ ਜਦ ਵੱਧ ਜਾਂਦੀ ਹੈ ਤਾਂ ਉਹ ਇਹਦੇ 'ਚ ਵਾਈਬ੍ਰੇਸ਼ਨਸ ਪੈਦਾ ਹੋ ਜਾਂਦੇ। ਹੁਣ ਲੋਕ ਜੇ ਇਸੇ ਬੱਲਬ ਨੂੰ ਕਹਿਣਗੇ ਜਾਦੂ ਦਾ ਬੱਲਬ ਹੈ ਜੀ, ਨਹੀਂ, ਇਹ ਲੋਕਾਂ ਤੱਕ ਪਹੁੰਚੂਗੀ ਗੱਲ, ਵਿਗਿਆਨ ਦੇ ਜ਼ਰੀਏ ਪਹੁੰਚੂਗੀ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹਦੇ ਵਿੱਚ ਇੱਕ ਇਨਵਰਟਰ ਚਿਪ ਲੱਗੀ ਹੋਈ ਹੈ। ਇਹਦੇ ਉੱਤੇ ਲਿਖਿਆ ਹੋਇਆ ਅਸੀਂ ਪੜ੍ਹਦੇ ਹੀ ਨਹੀਂ ਹਾਂ, ਇਹਦੇ ਉੱਤੇ ਲਿਖਿਆ ਹੋਇਆ ਹੈ ਕਿ ਐਮਰਜੈਂਸੀ ਲੈਂਪ ਹੈ, 220 240 50 ਹਰਟਜ਼ ਤੇ ਚੱਲਦਾ ਹੈ, ਇੰਨੇ ਐਂਪੀਅਰ ਕਰੰਟ, ਇੰਨੀ ਲਿਊਮੀਨਸ ਦਿੰਦਾ ਹੈ, ਚਮਕ ਦਿੰਦਾ। ਏਸੀ ਨਹੀਂ ਹੈ, ਲਾਈਟ ਨਹੀਂ ਹੈ, ਮਤਲਬ ਇਲੈਕਟ੍ਰਿਸਿਟੀ ਜਿਸ ਨੂੰ ਅਸੀਂ ਕਹਿੰਦੇ ਚਲੀ ਗਈ, ਬਿਜਲੀ ਚਲੀ ਗਈ, ਤਾਂ ਹੁਣ ਉਸ ਵਕਤ ਇਸ ਦਾ ਸਰਕਟ ਕਿਸੇ ਤਰੀਕੇ ਪੂਰਾ ਕਰ ਦਿਓ, ਤਾਂ ਉਹ ਸਰਕਟ ਪੂਰਾ ਕਰਨੇ ਆ। ਉਹ ਮੈਂ ਮੱਥੇ ਤੇ ਲਾਉਣ ਦਾ ਤਾਂ ਇਹ ਦੱਸਦੇ ਆ ਵੀ ਮੱਥੇ ਤੇ ਤਕਰੀਬਨ ਛੇਤੀ ਪਸੀਨਾ ਆ ਜਾਂਦਾ। ਕਹਿੰਦਾ ਕਿਉਂ ਤੇਰੇ ਮੱਥੇ ਤੇ ਪਸੀਨਾ ਆਇਆ ਵੀ ਬੜਾ, ਕਹਿੰਦਾ ਕੰਮ ਕਰਦੇ ਆ, ਤਾਂ ਉਹ ਪਸੀਨਾ ਆਏ ਕਰਕੇ ਇਸ ਤਰ੍ਹਾਂ ਲੱਗਦਾ ਵੀ ਲੋ ਜੀ ਇਹ ਜੱਗ ਗਿਆ, ਉਹਦਾ ਸਰਕਟ ਕੰਪਲੀਟ ਹੋਇਆ ਬਸ। ਅੱਛਾ, ਮਤਲਬ ਉਸ ਨੂੰ ਸਰਕਟ ਨੂੰ ਕੰਪਲੀਟ ਕਰਨ ਦੇ ਲਈ ਕੀ ਹੈ ਕਿ ਤੁਸੀਂ ਚਾਹੇ ਉਸ ਨੂੰ ਆ ਲਓ, ਮੈਂ ਹੁਣ ਅੰਗੂਠੇ ਨਾਲ ਕਰਤਾ, ਕੀ ਬਾਤ। ਹੁਣ ਤੁਸੀਂ ਇਸ ਦੇ ਵਿੱਚ ਜੇ ਕੋਈ ਲੋਹੇ ਦੀ ਚੀਜ਼ ਲਗਾ ਦੋਗੇ ਤਾਂ ਉਹਦੇ ਨਾਲ ਜਾਗੂ। ਅਰੇ ਵਾਹ, ਤਾਂ ਮਤਲਬ ਇਹ ਕੋਈ ਜਾਦੂ ਨਹੀਂ ਹੈ ਕਿ ਜਿਸ ਦੇ ਵਿੱਚ ਦੋ ਤਾਰਾਂ ਲਾਈਆਂ ਹੋਈਆਂ ਸੀ। ਹੁਣ ਇੱਕ ਤਾਰ ਮੈਂ ਪਕੜ ਲੈਣਾ, ਇੱਕ ਤੁਸੀਂ ਪਕੜ ਲਓ। ਅੱਛਾ, ਠੀਕ ਹੈ ਜੀ, ਕੋਈ ਆਵਾਜ਼ ਨਹੀਂ ਆਈ ਸਾਡੇ ਕੋਲ, ਪਰ ਹੁਣੇ ਤੁਸੀਂ ਇਹ ਆਪਣਾ ਮਾਈਕ ਹੈ ਜਿਹੜਾ ਇਹਦੇ ਨੇੜੇ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਵਿੱਚ ਵੀ ਜਿਹੜਾ ਹੈ ਬਿਜਲੀ ਹੈ ਲੰਘਣ ਲੱਗੀ। ਦੇਖ, ਅਰੇ ਵਾਹ, ਇਹ ਤੁਹਾਡੇ ਪੂਰੇ ਸਰੀਰ 'ਚ ਇਸ ਟਾਈਮ ਦੇਖ ਲਿਓ, ਚੈੱਕ ਕਰ ਲਿਓ। ਅੱਛਾ, ਹਾਂ, ਮੈਂ ਤੁਹਾਡੇ ਇੱਥੇ ਹੱਥ ਲਾਂ। ਅਰੇ ਯਾਨੀ ਕਿ ਇਹਦਾ ਸਰਕਟ ਕੰਪਲੀਟ ਹੋ ਗਿਆ। ਸਰਕਟ ਕੰਪਲੀਟ ਹੋ ਗਿਆ, ਨਾਲ ਹੀ ਇਹ ਅਸੀਂ ਮਤਲਬ ਵੀ ਗਿਆਨ ਦੇਤਾ ਕਿ ਭਾਈ ਤੇਰੀ ਸਰੀਰ ਦੇ ਵਿੱਚੋਂ ਬਿਜਲੀ ਲੰਘ ਸਕਦੀ ਹੈ, ਭੁੱਲ ਕੇ ਵੀ ਕਿਤੇ ਤਾਰਾਂ ਨੂੰ ਹੱਥ ਨਾ ਲਾ ਲਈ ਨੰਗੀਆਂ ਨੂੰ। ਹੁਣ ਇਸ ਬੋਟਲ ਦੇ ਵਿੱਚ ਅਸੀਂ ਪਾਣੀ ਭਰਾਂਗੇ। ਆਹ ਦੇਖੋ, ਕੋਈ ਇਹ ਮਤਲਬ ਇਸ ਨੂੰ ਜਾਦੂ ਨਾ ਸਮਝੋ, ਇਹ ਸਾਇੰਸ ਹੈ। ਤਾਂ ਹੁਣ ਉਹ ਵਾਲ 1 ਵੇ ਦਾ ਕੰਮ ਕਰਦਾ। ਇਹਨਾਂ ਨੂੰ ਦੱਸੀਦਾ ਵੀ ਇਹਦੇ 'ਚੋਂ ਹਵਾ ਅੰਦਰ ਜਾਊਗੀ, ਬਾਹਰ ਨਹੀਂ ਨਿਕਲ ਸਕਦੀ, ਕਿਉਂਕਿ ਉਹਨੇ ਰੋਕ ਲੈਣਾ। ਇਸ ਨੂੰ ਇਹਦੇ ਵਿੱਚ ਲਗਾਇਆ ਔਰ ਇਸ ਨੂੰ ਇੱਥੇ ਉਲਟਾ ਕਰਤਾ। ਇਹ ਇੱਥੋਂ ਹੁਣ ਭਾਰੀ ਹੋ ਗਈ ਹੋਈ ਬੋਤਲ ਸਾਡੀ। ਹੁਣ ਇਸ ਦੇ ਵਿੱਚ ਕੀ ਹੈ, ਹਵਾ ਭਰਾਂਗੇ ਅਸੀਂ, ਤਾਂ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਹਵਾ ਭਰਾਂਗੇ ਤਾਂ ਇਹਦੇ ਵਿੱਚ ਸ਼ੁਰੂ ਹੋ ਜੂਗੀ ਹਿਲਜੁਲ। ਉਹ ਦੇਖੋ, ਹਵਾ ਜਾਣੀ ਸ਼ੁਰੂ ਹੋ ਗਈ ਹੈ। ਹੁਣ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਉਹ ਦੇਖੋ, ਹਾਂ, ਉੱਪਰ ਹੀ ਲਾ ਕੇ ਕੋਠੇ ਚੜ ਗਈ। ਕੋਠੇ, ਚਲੋ। ਦਾ એનર્ਜੀ ਸਟੋਰਡ, ਆ ਜਿਹੜੀ એનર્ਜੀ ਸਟੋਰ ਹੋ ਗਈ। ਹੁਣ ਤੁਸੀਂ ਦੇਖੋਗੇ ਕਿ ਇਹ ਜਿਹੜੀ એનર્ਜੀ ਸਟੋਰ ਹੋਈ ਹੈ, ਹੁਣ ਜਿਵੇਂ ਮੈਂ ਇਹਨੂੰ ਰਿਲੀਜ਼ ਕਰੂੰਗਾ, ਜਿੰਨੀ ਇਹਦੇ 'ਚ ਜਮ੍ਹਾਂ ਹੈ ਉਹ ਉਨੀ ਦੂਰ ਜਾਊਗਾ, ਉਸ ਤੋਂ ਵੱਧ ਦੂਰ ਨਹੀਂ ਜਾ ਸਕਦਾ। ਜਿੰਨੀ ਇਹਦੇ 'ਚ ਜਮ੍ਹਾਂ ਹੈਗੀ ਹੈ ਉਨੀ ਦੂਰ ਜਾਊਗਾ। ਦੇਖੋ, ਮੈਂ ਛੱਡਣ ਲੱਗਿਆ ਹੁਣ ਇਹਨੂੰ, ਆਹ ਦੇਖੋ ਕਿਵੇਂ ਇੱਟ ਬਣੂਗੀ, ਕੀ ਉਹਦਾ ਸਾਈਜ਼ ਹੋਊਗਾ, ਕਿੰਨੀ ਉਹਦੀ ਲੰਬਾਈ ਹੋਊ, ਕਿੰਨੀ ਚੌੜਾਈ ਹੋਊ, ਕਿੰਨੀ ਉਚਾਈ ਹੋਊਗੀ, ਕਿੰਨੀ ਉਹ ਜਗ੍ਹਾ ਘੇਰੂਗੀ, ਕੰਧ ਦੇ ਵਿੱਚ ਕਿੰਨੀਆਂ ਇੱਟਾਂ ਲੱਗਣਗੀਆਂ, ਉਹ ਫਾਰਮੂਲੇ ਨਾਲ ਦੱਸਿਆ ਜਾਊਗਾ ਵੀ ਕੁੱਲ ਕੰਧ ਦਾ ਜਿਹੜਾ ਏਰੀਆ ਇੰਨਾ ਹੈ, ਇੱਟਾਂ ਦਾ ਇੰਨਾ ਹੈ, ਉਹਨੂੰ ਉਹਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲ ਉਹਦੀ ਗੱਲ। ਇਹ ਆਮ ਤੌਰ ਤੇ ਤੁਹਾਨੂੰ ਐਂ ਲੱਗ ਰਿਹਾ ਹੋਊਗਾ ਵੀ ਟੇਢੀ ਵਿੰਗੀਆਂ ਟੇਢੀਆਂ ਜਿਹੜੀਆਂ ਨਾਲ ਲਾਈਨਾਂ ਮਾਰੀਆਂ ਹੋਈਆਂ ਨੇ, ਪਰ ਇਹ ਸਾਰੀਆਂ ਟੇਢੀਆਂ ਨੇ ਕਿ ਨਹੀਂ? ਨਹੀਂ, ਇਹ ਇੱਕ ਇਲੂਜਨ ਹੋਇਆ ਕਰਦੇ ਆ। ਪਰ ਇਸ ਦੇ ਵਿੱਚ ਜਦੋਂ ਅਸੀਂ ਤੁਹਾਨੂੰ ਮਿਣਤੀ ਕਰਕੇ ਦਿਖਾਵਾਂਗੇ ਨਾ, ਤਾਂ ਤੁਸੀਂ ਦੇਖੋ ਕਿ ਆਹ ਹੁਣ ਮੈਂ ਇੱਥੇ ਸਕੇਲ ਇੱਥੇ ਰੱਖਿਆ, ਠੀਕ ਹੈ ਜੀ, ਇਹ ਬਿਲਕੁਲ ਤੁਹਾਨੂੰ ਸਿੱਧੀਆਂ ਨਜ਼ਰ ਆ ਰਹੀਆਂ। ਬਿਲਕੁਲ, ਆਹ ਦੇਖੋ, ਹੁਣ ਇਹ ਵੀ ਸਿੱਧਾ, ਆਹ ਦੇਖੋ, ਹੁਣ ਅਗਲਾ ਦੇਖੋਗੇ ਇਹ ਵੀ। ਪਰ ਜਦੋਂ ਇਹਨਾਂ ਦੇ ਵਿੱਚ ਮਿਕਸਿੰਗ ਹੋ ਜਾਂਦੀ ਹੈ ਨਾ ਆਪਸ ਦੇ ਵਿੱਚ, ਤਾਂ ਉਹ ਸਾਡੀ ਅੱਖ ਨੂੰ ਐਸਾ ਭੁਲੇਖਾ ਲੱਗਦਾ ਹੈ ਕਿ ਅੱਖ ਇੱਦਾਂ ਮਹਿਸੂਸ ਕਰਦੀ ਹੈ ਵੀ ਸ਼ਾਇਦ ਜਿਹੜੀਆਂ ਇਹ ਹੈ ਵੀ ਇਹ ਟੇਢੀਆਂ ਲਾਈਨਾਂ। ਮੈਂ ਇਹ ਨਹੀਂ ਕਦੇ ਵੀ ਕਲੇਮ ਕਰਦਾ ਹਾਂ ਕਿ ਮੈਂ ਕੁਝ ਨਵਾਂ ਕਰ ਰਿਹਾ, ਨਹੀਂ, ਮੈਂ ਤਾਂ ਉਹਨਾਂ ਦੀਆਂ ਜੋ ਗੱਲਾਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਫਿਰ ਮੈਂ ਸਾਰਿਆਂ ਨੂੰ ਦੱਸਦਾ ਵੀ ਭਾਈ ਇਹ ਮੇਰੀਆਂ ਕੋਈ ਖੋਜਾਂ ਨਹੀਂ ਹੈਗੀਆਂ। ਕਈ ਵਾਰੀ ਭੁਲੇਖੇ ਦੇ ਨਾਲ ਵੀਡੀਓ ਦੇ ਵਿੱਚ ਇਹੋ ਜਿਹੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਲੈ ਸਾਨੂੰ ਮੂਰਖ ਹੀ ਬਣਾਈ ਜਾਂਦਾ। ਇਹ ਤਾਂ ਸਾਨੂੰ ਪਤਾ ਹੈ, ਉਹ ਬਈ ਪਤਾ ਤਾਂ ਲੋਕਾਂ ਨੂੰ ਦੱਸੀਏ। ਆਓ ਮੈਦਾਨ 'ਚ ਆਓ, ਲੋਕਾਂ ਨੂੰ ਦੱਸੋ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹਾਂ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਸਿੱਖਿਆ ਬਹੁਤ ਜ਼ਰੂਰੀ ਹੁੰਦੀ ਆ। ਅਧਿਆਪਕ ਦਾ ਕਹਿੰਦੇ ਇੱਕ ਛੋਟੇ ਜਿਹੇ ਮੈਂ ਕਹਿੰਦਾ ਪਲਾਂਟ ਨੂੰ ਜੇ ਬੋਰਡ ਬਣਨ ਦੇ ਵਿੱਚ, ਦਰਖਤ ਬਣਨ ਦੇ ਵਿੱਚ ਜਿਹੜਾ ਕਿ ਕੰਮ ਸਹਾਈ ਕਰਦਾ ਆ, ਉਹ ਹੁੰਦਾ ਅਧਿਆਪਕ। ਯਾਨੀ ਕਿ ਇੱਕ ਛੋਟਾ ਜਿਹਾ ਜਿਹੜਾ ਬੂਟਾ ਲਾਇਆ ਜਾਂਦਾ ਆ ਤਾਂ ਉਸ ਨੂੰ ਜਦ ਇੱਕ ਦਰਖਤ ਬਣਾਉਣਾ ਹੁੰਦਾ ਆ, ਇੱਕ ਵੱਡਾ ਵ੍ਰਿਕਸ਼ ਬਣਾਉਣਾ ਹੁੰਦਾ ਆ, ਤਾਂ ਉਸ ਦੇ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਹੁੰਦਾ ਆ ਅਧਿਆਪਕ ਦਾ। ਕਿਉਂਕਿ ਜੇ ਨਾ ਅਧਿਆਪਕ ਹੋਵੇ ਤਾਂ ਕਹਿੰਦੇ ਵੀ ਪੇੜ ਜਿਹੜਾ ਆ, ਦਰਖਤ ਜਿਹੜਾ ਆ, ਉਹ ਇੱਧਰ ਉੱਧਰ ਵੀ ਜਾ ਸਕਦਾ ਆ, ਇੱਕ ਡਾਇਰੈਕਸ਼ਨ ਦਿਖਾਉਂਦਾ ਆ, ਇੱਕ ਰਸਤਾ ਦਿਖਾਉਂਦਾ ਆ। ਪਰ ਅੱਜ ਕੱਲ੍ਹ ਜ਼ਿਆਦਾਤਰ ਸਕੂਲਾਂ ਦੇ ਵਿੱਚ ਜਿਹੜਾ ਆ ਉਹ ਬਸ ਰੱਟੇ ਮਰਵਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ। ਕਿਤਾਬਾਂ 4 ਪੜ੍ਹ ਲਓ, ਕਿਤਾਬਾਂ 5 ਪੜ੍ਹ ਲਓ, ਪਰ ਪ੍ਰੈਕਟੀਕਲ ਨੌਲੇਜ ਜਿਹੜੀ ਹੁੰਦੀ ਹੈ ਉਹ ਜ਼ੀਰੋ ਹੁੰਦੀ ਹੈ। ਫਿਰ ਇੰਨੀਆਂ ਕਿਤਾਬਾਂ ਪੜ੍ਹਨ ਦਾ, ਇੰਨੀਆਂ ਡਿਗਰੀਆਂ ਲੈਣ ਦਾ ਕੀ ਫਾਇਦਾ ਹੋਇਆ ਵੀ ਜਦ ਪ੍ਰੈਕਟੀਕਲ ਨੌਲੇਜ ਹੀ ਬੰਦੇ ਕੋਲੇ ਨਾ ਹੋਈ। ਇਹੀ ਘਾਟ ਕਿਤੇ ਨਾ ਅੱਗੇ ਜਾ ਕੇ ਉਹਨਾਂ ਨੂੰ ਉਹਨਾਂ ਦੇ ਫਿਊਚਰ ਦੇ ਵਿੱਚ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਬੜੀ ਸਹਾਈ ਜਿਹੜੀ ਬੜੀ ਉਹਨਾਂ ਨੂੰ ਤੰਗ ਕਰਦੀ ਹੈ ਇਹ ਚੀਜ਼। ਜਦ ਜੌਬਸ ਲੈਣੀਆਂ ਨੇ, ਕੁਆਲੀਫਿਕੇਸ਼ਨਸ ਤਾਂ ਹੁੰਦੀਆਂ ਨੇ, ਜੌਬਸ ਦੇ ਵਿੱਚ ਜਦ ਉਹਨਾਂ ਕੋਲ ਜਾ ਕੇ ਕਹਿ ਦਿੰਦੇ ਨੇ ਵੀ ਸਾਡੇ ਕੋਲ ਫਲਾਣੀ ਡਿਗਰੀ ਹੈ, ਇੰਨੀ ਐਜੂਕੇਸ਼ਨ ਅਸੀਂ ਕੀਤੀ ਹੋਈ ਹੈ, ਇੰਨੀ ਡਿਗਰੀਆਂ ਨੇ, ਪਰ ਜਿਹੜੀ ਪ੍ਰੈਕਟੀਕਲ ਨੌਲੇਜ ਆ ਉਹ ਨਿਲ। ਹੱਥੀਂ ਕੰਮ ਕੀ ਕੀਤਾ? ਕੁਛ ਨਹੀਂ। ਪਰ ਅੱਜ ਜਿਹੜੇ ਅਧਿਆਪਕ ਨਾਲ ਤੁਹਾਡੀ ਮੁਲਾਕਾਤ ਕਰਾਉਂਗਾ ਨਾ, ਤੁਸੀਂ ਇਹਨਾਂ ਦੀ ਬੜੀਆਂ ਵੀਡੀਓਜ਼ ਦੇਖ ਚੁੱਕੇ ਹੋ, ਪਰ ਅੱਜ ਦੀ ਵੀਡੀਓ ਕੁਛ ਅਲੱਗ ਹੋਊਗੀ। ਉਹ ਇਸ ਕਰਕੇ ਕਿਉਂਕਿ ਅੱਜ ਮੈਂ ਆਇਆ ਜੀ ਪਿੰਡ ਕਲਿਆਣ ਦੇ ਵਿੱਚ ਸਰਕਾਰੀ ਸਮਾਰਟ ਸਕੂਲ ਆ, ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਦਾ, ਤੇ ਇੰਨਾ ਕੁ ਮਸ਼ਹੂਰ ਹੋ ਚੁੱਕਾ ਹੁਣ ਅੱਜ ਕੱਲ੍ਹ ਤਾਂ ਖਬਰਾਂ ਦੇ ਵਿੱਚ, ਸੋਸ਼ਲ ਮੀਡੀਆ 'ਤੇ ਖਾਸ ਕਰਕੇ, ਕਿਉਂਕਿ ਇੱਥੋਂ ਦੇ ਜਿਹੜੇ ਇੱਕ ਅਧਿਆਪਕ ਨੇ ਜਿਨ੍ਹਾਂ ਨਾਲ ਅੱਜ ਮੈਂ ਤੁਹਾਨੂੰ ਰੂਬਰੂ ਕਰਾਊਂਗਾ, ਉਹਨਾਂ ਨੇ ਇੱਕ ਨਵਾਂ ਹੀ ਚੀਜ਼ ਜਿਹੜੀ ਹੈ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਤਾਬਾਂ ਨਹੀਂ, ਪ੍ਰੈਕਟੀਕਲ ਨੌਲੇਜ ਨਾ ਆਪਾਂ ਕਿਉਂ ਨਾ ਬੱਚੇ ਨੂੰ ਸਿਖਾਇਆ ਜਾਵੇ। ਮੇਰੇ ਨਾਲ ਜਸਵਿੰਦਰ ਸਿੰਘ ਜੀ ਨੇ। ਜਸਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਠੀਕ ਹੋ? ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ। ਮੈਂ ਬਹੁਤ ਵਧੀਆ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਜਿਵੇਂ ਕਿ ਸ਼ੁਰੂਆਤ ਕਿੰਨਾ ਟਾਈਮ ਹੋ ਗਿਆ ਵੀ ਦੇਖਿਆ ਜਾਵੇ ਤਾਂ ਟੀਚਿੰਗ ਲਾਈਨ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵੈਸੇ? ਹਾਂ, ਟੀਚਿੰਗ ਲਾਈਨ ਦੇ ਵਿੱਚ ਮੈਂ 90 ਤੋਂ ਆਪਣਾ ਇਹ ਸ਼ੁਰੂ ਕੀਤਾ ਹੋਇਆ, ਤਾਂ ਤੁਸੀਂ ਦੇਖ ਲਓ ਵੀ 31 ਸਾਲ ਹੋ ਚੁੱਕੇ ਆ ਮੈਨੂੰ ਅਧਿਆਪਨ ਕਰਦੇ ਨੂੰ। ਇੱਕ ਅਧਿਆਪਕ ਹਾਂ, ਅੱਜ ਵੀ ਮੈਂ ਅਧਿਆਪਕ ਹਾਂ, ਔਰ ਅੱਜ ਵੀ ਮੈਨੂੰ ਮਹਿਸੂਸ ਹੁੰਦਾ ਵੀ ਹਾਲੇ ਵੀ ਮੈਨੂੰ ਪੜ੍ਹਾਉਣਾ ਆਇਆ ਨਹੀਂ ਹੈ। ਅੱਛਾ। ਹਾਂ, ਅੱਛਾ, ਤੁਸੀਂ ਮੰਨਦੇ ਹੋ ਇਹ? ਮੈਂ ਬਿਲਕੁਲ ਮੰਨਦਾ, ਕਿਉਂਕਿ ਪੜ੍ਹਾਉਣ ਦੇ ਲਈ ਜਿਹੜੇ ਹੈ ਤਜਰਬੇ ਹਰ ਰੋਜ਼ ਨਵੇਂ ਸਾਨੂੰ ਕਰਨੇ ਪੈਂਦੇ। ਇਹ ਨਹੀਂ ਹੈ ਵੀ ਇੱਕ ਚੀਜ਼ ਜਿਹੜੀ ਪੜ੍ਹ ਲਈ ਬਸ ਉਹੀ ਚੱਲੀ ਜਾਣੀ ਹੈ, ਨਹੀਂ। ਹਰ ਰੋਜ਼ ਸਾਨੂੰ ਕੁਛ ਨਾ ਕੁਛ ਨਵਾਂ ਲੱਭਣਾ ਪੈਂਦਾ। ਤਾਂ ਨਵਾਂ ਲੱਭਣ ਦੇ ਲਈ ਸਾਡੇ ਸਕੂਲਾਂ ਦੇ ਵਿੱਚ ਲਾਇਬ੍ਰੇਰੀਆਂ ਦੀ ਸਥਾਪਨਾ, ਸਾਡੇ ਕੋਲ ਨੈੱਟ ਹੈ ਜਿਹੜਾ ਉਹ ਅਵੇਲੇਬਲ ਹੈ। ਹੁਣ ਅੱਜ ਕੱਲ੍ਹ ਤਾਂ ਸਾਡੇ ਕੋਲ ਸੋਰਸ ਹੀ ਬਹੁਤ ਹੋ ਗਏ ਵੀ ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ ਬਹੁਤ ਕੁਝ ਬੱਚਿਆਂ ਤੱਕ ਪਹੁੰਚਾ ਸਕਦੇ ਹਾਂ। ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਖੋਜੀਆਂ ਹੋਈਆਂ, ਕਿਸੇ ਨੇ 1624 'ਚ ਕਰਤੀ ਸੀ ਜੀ, ਕਿਸੇ ਨੇ 1705 'ਚ ਕਰ ਲਈ ਸੀ, ਪਤਾ ਹੀ ਨਹੀਂ ਵੀ ਉਹ ਕੀਤੀਆਂ ਹੋਈਆਂ ਪਈਆਂ ਤਾਂ ਹੈ ਕਿਤਾਬਾਂ 'ਚ, ਨੈੱਟ 'ਤੇ ਵੀ ਪਈਆਂ, ਪਰ ਤੁਹਾਡੇ ਆਮ ਲੋਕਾਂ ਤੱਕ ਪਹੁੰਚ ਕਿਵੇਂ ਹੋਵੇ ਉਹਨਾਂ ਦੀ। ਤਾਂ ਇਹ ਸੋਚ ਕੇ ਮੈਂ ਵਿਦਿਆਰਥੀਆਂ ਨੂੰ ਨਵਾਂ ਗਿਆਨ ਹੈ ਜਿਹੜਾ, ਵਿਦਿਆਰਥੀਆਂ ਲਈ ਤਾਂ ਉਹ ਨਵਾਂ ਹੀ ਹੈ, ਪਰ ਉਹ ਪਹਿਲਾਂ ਤਾਂ ਸਾਡਾ ਖੋਜਿਆ ਹੋਇਆ, ਸਾਡੇ ਖੋਜੀਆਂ ਨੇ। ਮੈਂ ਇਹ ਨਹੀਂ ਕਦੇ ਵੀ ਕਲੇਮ ਕਰਦਾ ਹਾਂ ਕਿ ਮੈਂ ਕੁਝ ਨਵਾਂ ਕਰ ਰਿਹਾ, ਨਹੀਂ। ਮੈਂ ਤਾਂ ਉਹਨਾਂ ਦੀਆਂ ਜੋ ਗੱਲਾਂ ਹੈਗੀਆਂ ਉਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਜਿਹੜੀਆਂ ਪਹੁੰਚੀਆਂ ਸੀ, ਜਿਹੜੀਆਂ ਪਹੁੰਚੀਆਂ ਨਹੀਂ, ਉਹ ਨਾ ਪਹੁੰਚਣ ਦਾ ਕਾਰਨ ਕੀ ਹੈ ਵੀ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ। ਹੁਣ ਜੇ ਤਾਂ ਕੋਈ ਉਹਨੂੰ ਲੱਭ ਕੇ ਦੱਸ ਦੇਵੇ ਵੀ ਭਾਈ ਆਹ 500 ਪੇਜਾਂ ਦੀ ਕਿਤਾਬ ਹੈ, 27ਵਾਂ ਪੇਜ ਪੜ੍ਹ, ਫੇਰ ਤਾਂ ਉਹਨੂੰ ਪਤਾ ਲੱਗ ਜੂਗਾ ਮੈਂ 27ਵਾਂ ਹੀ ਪੜ੍ਹਨਾ। ਜੇ ਉਹ ਕਹੇ ਵੀ 500 ਪੇਜਾਂ ਦੀ ਕਿਤਾਬ ਪੜ੍ਹ ਕੇ ਲੱਭ ਲਈ, ਫੇਰ ਨਾ ਉਹਨੇ ਲੱਭਿਆ ਕਦੇ। ਤੋ ਇਸ ਕਰਕੇ ਮੈਂ ਇਹ ਆਪਣੇ ਮਨ ਦੇ ਵਿੱਚ ਫੈਸਲਾ ਕੀਤਾ ਕਿ ਕਿਉਂ ਨਾ ਇਹ ਚੀਜ਼ਾਂ ਲੱਭ ਕੇ ਬੱਚਿਆਂ ਤੱਕ ਪਹੁੰਚਾਈਆਂ ਜਾਣ। ਜਦੋਂ ਮੈਂ ਬੱਚਿਆਂ ਤੱਕ ਪਹੁੰਚਾਉਣ ਲੱਗਿਆ ਤਾਂ ਉਸ ਵਕਤ ਬੱਚਿਆਂ ਦੇ ਮਨ ਦੇ ਵਿੱਚ ਇਹ ਬੜਾ ਹੀ ਚਾਅ ਚੜ੍ਹਿਆ ਕਿ ਸਾਰਾ ਚੀਜ਼ ਬਹੁਤ ਵਧੀਆ, ਸਾਨੂੰ ਬੜਾ ਮਜ਼ਾ ਆਇਆ ਇਸ ਦੇ ਵਿੱਚ। ਮੈਂ ਫਿਰ ਉਹਨਾਂ ਨੂੰ ਦੱਸਿਆ ਵੀ ਭਾਈ ਇਹ ਮੇਰੀ ਨਹੀਂ ਹੈ, ਇਹ ਉਹ ਬਣਾ ਕੇ ਚਲੇ ਗਏ ਜਿਨ੍ਹਾਂ ਦੀਆਂ ਮੈਂ ਤੁਹਾਡੇ ਨਾਲ ਅੱਜ ਗੱਲਾਂ ਕਰੂੰਗਾ। ਫਿਰ ਉਹਨਾਂ ਨੂੰ ਦੱਸੀਦਾ, ਜਿਵੇਂ ਆਪਾਂ ਭਾਰਤ ਤੋਂ ਸ਼ੁਰੂ ਕਰੀਏ। ਲੋਕਾਂ ਦੇ ਮਨ ਦੇ ਵਿੱਚ ਵਹਿਮ ਹੈ ਵੀ ਪਤਾ ਨਹੀਂ ਭਾਰਤ 'ਚ ਜਾਂ ਤਾਂ ਸਾਇੰਸਦਾਨ ਨਹੀਂ ਹੋਏ, ਜਾਂ ਤਾਂ ਗਣਿਤ ਸ਼ਾਸਤਰੀ ਨਹੀਂ ਹੋਏ, ਬਹੁਤ ਹੋਏ ਆ। ਭਾਰਤ ਦੇ ਇੱਕੋ ਇੱਕ ਗਣਿਤ ਸ਼ਾਸਤਰੀ ਇੰਨੇ ਮਸ਼ਹੂਰ ਹੈ ਜਿਨ੍ਹਾਂ ਨੂੰ ਰਾਮਾਨੁਜਨ ਦੇ ਨਾਮ ਨਾਲ ਜਾਣਿਆ ਜਾਂਦਾ, ਜਿਨ੍ਹਾਂ ਦੇ ਨਾਮ ਦੇ ਕਰਕੇ ਹੀ ਸਾਡਾ ਜਿਹੜਾ ਰਾਸ਼ਟਰੀ ਗਣਿਤ ਦਿਵਸ ਹੈ ਉਹ ਹਰ ਸਾਲ 22 ਦਸੰਬਰ ਨੂੰ ਮਨਾਇਆ ਜਾਂਦਾ। ਉਹਨਾਂ ਦਾ ਜਨਮ ਮਿਤੀ ਹੈ 22 ਦਸੰਬਰ 1887, ਉਦੋਂ ਜਨਮੇ ਉਹ। ਉਹਨਾਂ ਨੇ ਆਪਣੇ ਜਨਮ ਦਿਨ ਦੀ ਜਿਹੜੀ ਤਰੀਕ ਸੀ ਨਾ ਜੀ, ਤੇ ਉਸੇ ਤਰੀਕ ਨੂੰ ਇੱਕ ਸਕੁਏਅਰ ਵਜੋਂ, ਮੈਜਿਕ ਸਕੁਏਅਰ ਕਿਹਾ ਜਾਂਦਾ ਸਾਡੇ ਗਣਿਤ ਦੇ ਵਿੱਚ, ਉਹਦੇ ਵਜੋਂ ਪੇਸ਼ ਕੀਤਾ ਸੀ। ਤਾਂ ਮਤਲਬ ਉਹਨਾਂ ਦਾ ਕਿੰਨਾ ਕੁ ਲਗਾਓ ਸੀਗਾ, ਤੁਸੀਂ ਦੇਖ ਸਕਦੇ ਹੋ। ਉਹਨਾਂ ਦੇ ਲਗਾਓ ਦੀ ਤੁਹਾਡੇ ਨਾਲ ਮੈਂ ਇੱਕ ਜ਼ਿਕਰ ਕਰੂੰਗਾ ਕਿ ਉਹਨਾਂ ਦੇ ਜਿਹੜੇ ਮੈਂਟਰ ਸੀਗੇ, ਉਹਨਾਂ ਨੂੰ ਨਾਲ ਉਹਨਾਂ ਦੀ ਹੈਲਪ ਕਰਨ ਵਾਲੇ, ਤਾਂ ਉਹ ਸੀਗੇ ਪ੍ਰੋਫੈਸਰ ਹਾਰਡੀ।
ਹੁਣ ਉਹ ਜਿਹੜੇ ਪ੍ਰੋਫੈਸਰ ਹਾਰਡੀ ਹੈ ਜਦੋਂ ਉਹਨਾਂ ਦੇ ਕੋਲ ਮਿਲਣ ਆਉਂਦੇ ਆ ਤਾਂ ਜਦੋਂ ਦੋ ਗਣਿਤ ਸ਼ਾਸਤਰੀ ਆਪਸ 'ਚ ਗੱਲਾਂ ਕਰਦੇ ਆ ਤਾਂ ਜਿਵੇਂ ਤੁਸੀਂ ਉਹ ਚੁਟਕਲਾ ਜਿਹਾ ਵੀ ਸੁਣਿਆ ਵੀ ਚੁੱਪ ਕਰਕੇ ਬਹਿ ਜਾ ਨਹੀਂ ਤੈਨੂੰ ਬ੍ਰੈਕਟਾਂ 'ਚ ਬੰਦ ਕਰ ਦੂੰ ਮਤਲਬ ਪਰ ਉਹ ਕਿੱਦਾਂ ਬ੍ਰੈਕਟਾਂ 'ਚ ਬੰਦ ਕਰਦੇ ਸੀਗੇ ਤੁਸੀਂ ਅੰਦਾਜ਼ਾ ਲਾਇਓ ਹੁਣ ਮੇਰੀ ਇਸ ਗੱਲ ਤੋਂ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਕਿ ਉਹ ਜਦੋਂ ਉਹਨਾਂ ਦਾ ਹਾਲ ਚਾਲ ਪੁੱਛਣ ਜਾਂਦੇ ਆ ਰਾਮਾਨੁਜਨ ਨੂੰ ਕਹਿੰਦੇ ਆ ਰਾਮਾਨੁਜਨ ਯਾਰ ਜਿਹੜੀ ਮੈਂ ਕਾਰ ਦੇ ਵਿੱਚ ਹੈ ਨਾ ਕਾਰ ਦਾ ਨੰਬਰ ਬੜਾ ਬੋਰਿੰਗ ਹੈ ਬਸ ਇੰਨੀ ਕਹਿਣ ਦੀ ਦੇਰ ਹੁੰਦੀ ਹੈ ਰਾਮਾਨੁਜਨ ਦੇ ਤਾਂ ਅੰਦਰ ਮਤਲਬ ਜਿਵੇਂ ਨਾ ਵੀ ਹਾਂ ਜਿਵੇਂ ਪੰਜਾਬੀ 'ਚ ਆਪਾਂ ਕਹਿੰਦੇ ਅੱਗ ਲੱਗ ਗਈ ਅੰਦਰ ਉਹ ਮਤਲਬ ਉਹਨਾਂ ਦੇ ਮਨ ਦੇ ਵਿੱਚ ਉਬਾਲ ਜਿਹੇ ਆਉਣੇ ਸ਼ੁਰੂ ਹੋ ਜਾਂਦੇ ਆ ਵੀ ਇਸ ਬੰਦੇ ਨੇ ਇਹ ਕਿਹੜਾ ਐਸਾ ਨੰਬਰ ਹੈ ਜਿਸ ਨੰਬਰ ਨੂੰ ਕਹਤਾ ਵੀ ਮੈਨੂੰ ਵਧੀਆ ਨਹੀਂ ਲੱਗਿਆ ਨੰਬਰ ਤਾਂ ਕੋਈ ਐਸਾ ਮਾੜਾ ਹੈ ਹੀ ਨਹੀਂ ਨੰਬਰ ਤਾਂ ਸਾਰੇ ਇੱਕ ਤੋਂ ਇੱਕ ਚੜ੍ਹਦੇ ਉਹ ਕਹਿੰਦਾ ਹਾਰਡੀ ਦੱਸ ਫਿਰ ਨੰਬਰ ਦੱਸੋ ਤਾਂ ਹਾਰਡੀ ਕਹਿੰਦਾ ਜਿਹੜੀ ਮੈਂ ਕਾਰ 'ਚ ਆਇਆ ਨਾ ਰਾਮਾਨੁਜਨ ਉਹ ਕਾਰ ਦਾ ਨੰਬਰ 1729 ਹੈ ਵੀ ਇਹ ਮੈਨੂੰ ਕੋਈ ਬਾਹਲਾ ਵਧੀਆ ਨਹੀਂ ਲੱਗਿਆ ਕਿਉਂਕਿ ਮੈਂ ਦੇਖਦਾ ਲੋਕਾਂ ਦੀਆਂ ਕਾਰਾਂ ਦੇ ਨੰਬਰ ਕਿਸੇ ਦਾ 001 ਹੈ ਕਿਸੇ ਦਾ 005 ਹੈ ਨਾ ਕਿਸੇ ਦਾ ਹੈ ਨਾ ਇਹ 1729 ਕਿਹੋ ਜਿਹਾ ਨੰਬਰ ਕਹਿੰਦਾ ਫਿਰ ਰਾਮਾਨੁਜਨ ਦਾ ਜਵਾਬ ਸੁਣਨ ਵਾਲਾ ਸੀ ਕਹਿੰਦਾ ਪ੍ਰੋਫੈਸਰ ਹਾਰਡੀ ਯੂ ਆਰ ਦਾ ਪ੍ਰੋਫੈਸਰ ਆਫ ਮੈਥਮੈਟਿਕਸ ਯੂ ਡੋਂਟ ਨੋ ਦਾ ਇੰਪੋਰਟੈਂਸ ਆਫ ਸੱਚ ਅ ਗ੍ਰੇਟ ਨੰਬਰ ਦਿਸ ਇਜ਼ ਦਾ ਓਨਲੀ ਨੰਬਰ ਸਾਰੇ ਵਰਡ ਦੇ ਵਿੱਚ ਕਹਿੰਦਾ ਇੱਕੋ ਇੱਕ ਐਸਾ ਨੰਬਰ ਹੈ ਜਿਸ ਨੂੰ ਅਸੀਂ ਇਹ ਦੋ ਤਰੀਕਿਆਂ ਨਾਲ ਲਿਖ ਸਕਦੇ ਹਾਂ ਤਾਂ ਉਸ ਵਕਤ ਉਸ ਬੰਦੇ ਨੇ ਇਸ 1729 ਨੂੰ ਸਾਨੂੰ ਦੱਸਿਆ ਕਿ 1729 ਨੂੰ ਜਦੋਂ ਅਸੀਂ ਲਿਖਦੇ ਹਾਂ ਤਾਂ 12 ਦਾ ਕਿਊਬ ਜਮਾ 1 ਦਾ ਕਿਊਬ ਕਹਿੰਦਾ ਕਰਕੇ ਦੇਖ ਉਹਨੇ ਕੀਤਾ 12 ਗੁਣਾ 12 ਗੁਣਾ 12 12 ਨੂੰ 12 ਨਾਲ ਗੁਣਾ ਕੀਤੀ ਫਿਰ ਉਹਨੂੰ 144 ਆ ਗਿਆ 144 ਨੂੰ 12 ਨਾਲ ਕੀਤੀ 1728 ਆ ਗਿਆ ਫਿਰ 1 ਨੂੰ 1 ਨਾਲ ਕਰੀਏ 1 ਨੂੰ 1 ਨਾਲ 1 ਤਾਂ 1 1728 ਤੇ 1 1729 ਕਹਿੰਦਾ ਆ ਚੱਕ ਕੀ ਬਾਤ ਕਹਿੰਦਾ 1729 ਦੇ ਪਿੱਛੇ ਕੀ ਲੁਕਿਆ ਕੀ ਹੋਇਆ ਉਹ ਲੱਭ 1729 ਨੂੰ ਬੋਰਿੰਗ ਨਾ ਦੱਸ ਤੂੰ ਨੰਬਰ ਨੂੰ ਇਹ ਤਾਂ ਨੰਬਰ ਹੀ ਇੰਨਾ ਵਧੀਆ ਕਿ ਜਿਸ ਨੂੰ ਇਸ ਤਰੀਕੇ ਨਾਲ ਲਿਖਿਆ ਜਾਂਦਾ ਫਿਰ ਉਹ ਕਹਿੰਦਾ ਵੀ ਇਹਦਾ ਇੱਕ ਹੋਰ ਤਰੀਕਾ ਹੈਗਾ ਇਹਨੂੰ ਐਂ ਵੀ ਲਿਖਿਆ ਜਾ ਸਕਦਾ ਇਹੀ ਤਾਂ ਅਸੀਂ ਮੈਥਮੈਟਿਕਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਆ ਕਿ 10 ਨੂੰ 10 1000 ਬਣ ਗਿਆ ਆ 729 ਬਣ ਗਿਆ ਫਿਰ ਇਹ 1729 ਬਣ ਗਿਆ ਸਾਡੇ ਕੋਲ ਤਾਂ ਹੁਣ ਮੈਥਮੈਟਿਕਸ ਦੇ ਵਿੱਚ ਇਹ ਹੈ ਵੀ ਇਸ ਦਾ ਆ ਜਿਹੜਾ ਜਵਾਬ ਸੀ ਇਹਦੇ ਪ੍ਰਸ਼ਨ ਸੀਗੇ ਇਹ ਪ੍ਰਸ਼ਨਾਂ ਤੋਂ ਜਵਾਬ ਤੱਕ ਤਾਂ ਹਰ ਕੋਈ ਲੈ ਜਾਊਗਾ ਪਰ ਜਵਾਬ ਤੋਂ ਪ੍ਰਸ਼ਨ ਤੱਕ ਲਿਜਾਣਾ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਹੈ ਇਹ ਇਸ ਕਰਕੇ ਵਿਦਿਆਰਥੀਆਂ ਦੀ ਦਿਲਚਸਪੀ ਪੈਦਾ ਕਰਨ ਦਾ ਇੱਕੋ ਇੱਕ ਤਰੀਕਾ ਜੋ ਸਾਡੇ ਗਣਿਤ ਸ਼ਾਸਤਰੀ ਦੱਸ ਗਏ ਵੀ ਇਹ ਚੀਜ਼ਾਂ ਵਿਦਿਆਰਥੀਆਂ ਤੱਕ ਲੈ ਕੇ ਜਾਓ ਉਹਨਾਂ ਨੂੰ ਪਤਾ ਲੱਗੇ ਹੁਣ ਇਸ ਤੋਂ ਬਾਅਦ ਉਹ ਹੋਰ ਵੀ ਕੋਸ਼ਿਸ਼ ਕਰਨ ਕਿ ਇਹਨੂੰ ਜੋੜੋ ਜੀ 7 'ਚ 1 ਜੋੜੋ 8 8 'ਚ 2 ਜੋੜੋ 10 10 ਤੇ 9 19 ਉਹ ਕਹਿੰਦਾ 19 ਨੂੰ ਉਲਟਾ ਲਓ ਕਹਿੰਦਾ 19 ਤੇ 91 ਨੂੰ ਗੁਣਾ ਕਰ ਲਓ ਕਹਿੰਦਾ ਲੋ ਚੱਕੋ ਫਿਰ ਮੈਂ ਸਾਰਿਆਂ ਨੂੰ ਦੱਸਦਾ ਵੀ ਭਾਈ ਇਹ ਮੇਰੀਆਂ ਕੋਈ ਖੋਜਾਂ ਨਹੀਂ ਹੈਗੀਆਂ ਕਈ ਵਾਰੀ ਭੁਲੇਖੇ ਦੇ ਨਾਲ ਵੀਡੀਓ ਦੇ ਵਿੱਚ ਇਹੋ ਜਿਹੇ ਕਮੈਂਟ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਲੈ ਸਾਨੂੰ ਮੂਰਖ ਹੀ ਬਣਾਈ ਜਾਂਦਾ ਇਹ ਤਾਂ ਸਾਨੂੰ ਪਤਾ ਉਹ ਬਈ ਪਤਾ ਤਾਂ ਲੋਕਾਂ ਨੂੰ ਦੱਸੀਏ ਆਓ ਮੈਦਾਨ 'ਚ ਆਓ ਲੋਕਾਂ ਨੂੰ ਦੱਸੋ ਜਿਹੜੀਆਂ ਚੀਜ਼ਾਂ ਲੁਕੀਆਂ ਰਹਿ ਗਈਆਂ ਉਹਨਾਂ ਨੂੰ ਖੰਡਾਈਏ ਆਪਾਂ ਬਿਲਕੁਲ ਉਹ ਇਹਦੇ ਤੋਂ ਹੋਰ ਨੰਬਰ ਲੱਭਣ ਹੁਣ ਵਿਦਿਆਰਥੀ ਕੀ ਕਰਦਾ ਵਿਦਿਆਰਥੀ ਹੋਰ ਨੰਬਰ ਲੱਭਦਾ ਜਦੋਂ ਮੈਂ ਉਹਨੂੰ ਰਾਮਾਨੁਜਨ ਦੀ ਗੱਲ ਸੁਣਾਉਣਾ ਤਾਂ ਇੱਕ ਵਿਦਿਆਰਥੀ ਮੇਰੇ ਕੋਲ ਆਇਆ ਕਹਿੰਦਾ ਸਰ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਕਿਹਾ ਦੱਸ ਮਤਲਬ ਹੁਣ ਉਹਨੇ ਇਹ ਨਹੀਂ ਕਿਹਾ ਮੈਂ ਇੱਕ ਗੱਲ ਪੁੱਛਾਂ ਉਹ ਮੈਨੂੰ ਕਹਿੰਦਾ ਇੱਕ ਗੱਲ ਦੱਸਾਂ ਕਿੰਨਾ ਫਰਕ ਪੈ ਗਿਆ ਜੀ ਦੇਖੋ ਸੀਨ ਦਾ ਕਿੰਨਾ ਫਰਕ ਪੈ ਗਿਆ ਕਿਤੇ ਤਾਂ ਉਹ ਗੱਲ ਮੇਰੇ ਤੋਂ ਪੁੱਛਣ ਆਂਦਾ ਕਿਤੇ ਮੈਨੂੰ ਦੱਸਣ ਆ ਰਿਹਾ ਕਦੋਂ ਜਦੋਂ ਮੈਂ ਉਹਨੂੰ ਇਹ ਫਾਰਮੂਲਾ ਦੱਸਿਆ ਮੈਂ ਕਿਹਾ ਦੱਸ ਕਹਿੰਦਾ ਸਰ ਜੀ ਤੁਹਾਡੀ ਕਾਰ ਦਾ ਨੰਬਰ ਬੜਾ ਮਜ਼ੇਦਾਰ ਹੈ ਮੈਂ ਕਿਹਾ ਕਿਵੇਂ ਕਹਿੰਦਾ ਜੀ ਤੁਹਾਡੀ ਕਾਰ ਦਾ ਨੰਬਰ ਹੈ 3548 ਮੈਂ ਕਿਹਾ ਵਾਕਿਆ ਯਾਰ ਠੀਕ ਹੈ ਇਹੀ ਹੈ ਮੇਰੀ ਕਾਰ ਦਾ ਨੰਬਰ ਕਹਿੰਦਾ ਜੀ ਇਹ ਕਾਰ ਦਾ ਨੰਬਰ ਦੇਖੋ ਕਹਿੰਦਾ ਇਹ ਹੈਗਾ 6 ਸਕੁਅਰ -1 7 ਸਕੁਅਰ -1 ਮੈਂ ਕਿਹਾ ਬੱਲਿਓ ਸ਼ੇਰਾ ਚਿਕਨ 36 ਚੋਂ 1 ਘਟਾਏ 35 7 49 ਚੋਂ 1 ਘਟਾਏ 48 ਮਤਲਬ ਉਸ ਨੇ ਇਸ ਫਾਰਮੂਲੇ ਨੂੰ ਅਪਲਾਈ ਕਰਕੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਸੀ ਇਹ ਕ੍ਰੀਏਟੀਵਿਟੀ ਮਾਈਂਡ ਦੀ ਚੱਲਣ ਲੱਗੀ ਉਹਦੇ ਮਾਈਂਡ ਕਦੋਂ ਚੱਲੀ ਜਦੋਂ ਗੱਲ ਦੱਸੀ ਜੇ ਗੱਲ ਕਿਤਾਬਾਂ 'ਚ ਹੀ ਪਈ ਹੈ ਤਾਂ ਪਈ ਹੈ ਪਰ ਜਦੋਂ ਗੱਲ ਬਾਹਰ ਆਈ ਹੈ ਤਾਂ ਫੈਲ ਕੇ ਬਹੁਤ ਜਗ੍ਹਾ ਤੇ ਆਪਣਾ ਪ੍ਰਸਾਰ ਕਰ ਰਹੀ ਹੈ ਗਿਆਨ ਵੰਡਿਆ ਇਸੇ ਲਈ ਕਿਹਾ ਜਾਂਦਾ ਵੀ ਗਿਆਨ ਵੰਡਣ ਨਾਲ ਵੱਧਦਾ ਹੈ ਆਹੀ ਚੀਜ਼ ਹੈ ਜਿਹੜੀ ਵੰਡਣ ਨਾਲ ਵੱਧਦੀ ਹੈ ਕਿਉਂ ਨਾ ਵੰਡੀਏ ਠੀਕ ਹੈ ਕਲੇਮ ਨਹੀਂ ਕਰਦੇ ਅਸੀਂ ਕਿ ਮੈਂ ਕੀਤਾ ਮੈਂ ਕੀਤਾ ਹੀ ਨਹੀਂ ਜਦੋਂ ਮੈਂ ਕਿਉਂ ਕਹਾਂ ਮੈਂ ਕੀਤਾ ਇਹ ਤਾਂ ਪਹਿਲਾਂ ਕਰਕੇ ਗਏ ਹੋਏ ਆ ਬਸ ਸਾਨੇ ਤਾਂ ਕੀ ਕਰਨਾ ਅਧਿਆਪਕ ਦਾ ਕੰਮ ਕੀ ਹੈ ਜੀ ਜੋ ਚੀਜ਼ਾਂ ਕਿਤਾਬਾਂ 'ਚ ਲਿਖੀਆਂ ਉਹ ਪੁੱਟ ਅਪ ਕਰਨੀਆਂ ਵਿਦਿਆਰਥੀਆਂ ਦੇ ਅੱਗੇ ਵਿਦਿਆਰਥੀਆਂ ਦਾ ਕੰਮ ਕੀ ਹੈ ਉਹਨਾਂ ਨੂੰ ਸਿੱਖ ਕੇ ਉਹਨਾਂ ਦੀਆਂ ਐਪਲੀਕੇਸ਼ਨਸ ਬਣਾਉਣੀਆਂ ਉਹ ਐਪਲੀਕੇਸ਼ਨ ਨੂੰ ਸਮਾਜ ਦੇ ਨਾਲ ਸਹੂਲਤਾਂ ਦੇ ਨਾਲ ਭਰਪੂਰ ਕਰ ਦੇਣਾ ਪਰ ਇੱਥੇ ਸਵਾਲ ਇਹ ਆਉਂਦਾ ਵੀ ਕਿਉਂਕਿ ਤੁਸੀਂ ਅਧਿਆਪਕ ਹੋ ਇਸ ਸਕੂਲ ਦੇ ਵਿੱਚ ਦੇਖਿਆ ਜਾਵੇ ਤਾਂ 50 ਦੇ ਤਕਰੀਬਨ ਜਿਹੜਾ ਸਟਾਫ ਹੋਰ ਹੈ ਹਨਾ ਵੀ 50 ਸਟਾਫ ਹੈ ਤੁਸੀਂ ਇੱਥੇ ਇਸ ਤਰੀਕੇ ਨਾਲ ਪੜ੍ਹਾਉਂਦੇ ਹੋ
ਹੋਰ ਸਕੂਲਾਂ ਦੀ ਵੀ ਮੈਂ ਗੱਲ ਕਰਾਂ, ਪੰਜਾਬ ਦੇ ਜਾਂ ਅਦਰ ਸਟੇਟਾਂ ਦੇ, ਉਹਨਾਂ ਦਾ ਜਿਹੜਾ ਮੋਟੋ ਹੁੰਦਾ ਹੈ ਉਹ ਸਿਰਫ ਹੁੰਦਾ ਵੀ ਕਿਤਾਬ ਪੜ੍ਹਾ ਦਿਓ, ਘਰੇ ਚਲ ਜਾਓ, ਬੱਚੇ ਨੂੰ ਸਮਝ ਆਇਆ ਨਾ ਆਇਆ ਉਹ ਗੱਲ ਮਾਇਨੇ ਨਹੀਂ ਰੱਖਦੀ। ਪਰ ਤੁਸੀਂ ਇਹ ਅਲੱਗ ਜੀ ਫੀਲਡ ਚੂਜ਼ ਕੀਤੀ ਵੀ ਪ੍ਰੈਕਟੀਕਲ ਕਰਾ ਕੇ ਪੜ੍ਹਾਉਣਾ, ਇਹ ਕਿਵੇਂ? ਮੈਂ ਗੁਰਪ੍ਰੀਤ ਜੀ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਅਧਿਆਪਕ ਸਾਰਿਆਂ ਦਾ ਵੱਖਰਾ ਵੱਖਰਾ ਤਰੀਕਾ ਹੁੰਦਾ ਪੜ੍ਹਾਉਣ ਦਾ, ਕੋਈ ਐਂਗਲ ਤੋਂ ਪੜ੍ਹਾਉਂਦਾ, ਕੋਈ ਐਂਗਲ ਤੋਂ ਪੜ੍ਹਾਉਂਦਾ, ਪਰ ਕੋਈ ਵੀ ਅਧਿਆਪਕ ਬੇਈਮਾਨ ਨਹੀਂ ਦੇਖਿਆ ਅੱਜ ਤੱਕ ਮੈਂ ਵੀ ਜਿਹੜਾ ਨਾ ਪੜ੍ਹਾਉਂਦਾ ਹੋਵੇ ਜਾਂ ਕੰਮ ਤੋਂ ਜੀ ਚੁਰਾਉਂਦਾ ਹੋਵੇ। ਮੈਂ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ, ਮੈਨੂੰ 31 ਸਾਲ ਦਾ ਪੜ੍ਹਾਉਣ ਦਾ ਤਜਰਬਾ ਹੋ ਗਿਆ। ਲੇਕਿਨ ਹਰ ਅਧਿਆਪਕ ਦੇ ਵਿੱਚ ਇੱਕ ਖਾਸੀਅਤ ਨਜ਼ਰ ਆਈ ਹੈ ਮੈਨੂੰ, ਵੀ ਉਹ ਖਾਸੀਅਤ ਕੀ ਨਜ਼ਰ ਆਈ ਹੈ ਕਿ ਉਹ ਅਧਿਆਪਕ ਹੈ ਜਿਹੜਾ ਆਪਣੇ ਨਵੇਕਲੇ ਢੰਗ ਨਾਲ ਪੜ੍ਹਾਉਂਦਾ ਮਿਲਿਆ ਮੈਨੂੰ। ਉਹ ਜਿਹੜੇ ਉਹਨਾਂ ਦੇ ਢੰਗ ਹੈ ਉਹ ਵੱਖਰੇ ਹੋ ਸਕਦੇ ਆ, ਹੋ ਸਕਦਾ ਉਹ ਵਿਦਿਆਰਥੀ ਨੂੰ ਪਸੰਦ ਨਾ ਆ ਰਿਹਾ ਹੋਵੇ, ਤਾਂ ਅਧਿਆਪਕ ਦਾ ਫਰਜ਼ ਬਣਦਾ ਵੀ ਮੈਂ ਆਪਣਾ ਢੰਗ ਬਦਲਾਂ। ਪਰ ਆਪਣੇ ਉਹਦਾ ਢੰਗ ਕੋਈ ਮਾੜਾ ਨਹੀਂ ਹੈ। ਹਾਂ ਹੁਣ ਦੇਖੋ ਨਾ, ਉਹੀ ਜਿਹੜਾ ਲੂਣ ਵਾਲੀਆਂ ਚੀਜ਼ਾਂ ਉਹੀ ਮਿੱਠੇ ਵਾਲੀਆਂ ਚੀਜ਼ਾਂ, ਕਿਸੇ ਨੂੰ ਲੂਣ ਵਾਲੀਆਂ ਜ਼ਿਆਦਾ ਪਸੰਦ ਹੈ, ਕਿਸੇ ਨੂੰ ਮਿੱਠੇ ਵਾਲੀਆਂ ਚੀਜ਼ਾਂ ਪਸੰਦ ਹੈ। ਉਹ ਡਿਪੈਂਡ ਕਰਦਾ ਤੁਹਾਡਾ ਟੇਸਟ ਕਿਹੋ ਜਿਹਾ। ਹੁਣ ਜੇ ਇੱਕ ਅਧਿਆਪਕ ਇਹ ਗੱਲ ਨੂੰ ਲੈ ਕੇ ਇਸ ਤਰ੍ਹਾਂ ਚੱਲਦਾ ਵੀ ਮੈਨੂੰ ਇਹ ਪਤਾ ਲੱਗ ਜਾਏ ਵਿਦਿਆਰਥੀ ਚਾਹੁੰਦੇ ਕੀ ਹੈ, ਬਸ ਫਿਰ ਉਸ ਤਰ੍ਹਾਂ ਦੀ ਉਹਨਾਂ ਨਾਲ ਪੜ੍ਹਾਈ ਹੋ ਜਾਂਦੀ ਹੈ। ਹਰ ਅਧਿਆਪਕ ਦੇ ਕੋਲ ਗੁਣ ਹੈ, ਹਰ ਅਧਿਆਪਕ ਦੇ ਕੋਲ ਗਿਆਨ ਹੈ, ਹਰ ਅਧਿਆਪਕ ਗਿਆਨ ਨੂੰ ਵੰਡ ਰਿਹਾ ਹੈ। ਇਸ 'ਚ ਕੋਈ ਅਤਕਥਨੀ ਨਹੀਂ ਹੈ, ਕੋਈ ਵੀ ਮਾੜਾ ਨਹੀਂ ਹੈ, ਪਰ ਉਹਦਾ ਤਰੀਕਾ ਅਲੱਗ-ਅਲੱਗ ਹੈ। ਹੁਣ ਉਸ ਨੂੰ ਤਰੀਕਿਆਂ ਦੇ ਵਿੱਚ ਹੋਰ ਪਰਪੱਕ ਕਰਨ ਦੇ ਲਈ ਟ੍ਰੇਨਿੰਗਸ ਲਗਾਈਆਂ ਜਾਂਦੀਆਂ, ਦੱਸਿਆ ਜਾਂਦਾ, ਫਿਰ ਪੁਰਾਣੇ ਸੂਤਰ ਕੱਢੇ ਜਾਂਦੇ ਆ ਵੀ ਉਹ ਕਿਵੇਂ ਪੜ੍ਹਾਉਂਦੇ ਸੀ, ਉਹਨਾਂ ਨੂੰ ਕਿਵੇਂ ਸਿੱਖਿਆ ਜਾਵੇ, ਤੇ ਜਿਹੜੇ ਤਾਂ ਸਿੱਖ ਜਾਂਦੇ ਆ ਉਹ ਫਿਰ ਇਸ ਦੇ ਵਿੱਚ ਮਾਹਿਰਤਾ ਹਾਸਲ ਕਰ ਲੈਂਦੇ ਆ। ਤੋ ਇਹ ਚੀਜ਼ਾਂ ਹੈਗੀਆਂ। ਇਹ ਕੋਈ ਵੀ ਅਧਿਆਪਕ ਹੈ ਜਿਹੜਾ, ਹਰ ਅਧਿਆਪਕ ਆਪਣੀ ਜੀ ਜਾਨ ਲਾ ਕੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ। ਇੱਕ ਸਵਾਲ ਇਦਾਂ ਦਾ ਕਿ ਮੈਥ ਇੱਕ ਐਸੀ ਚੀਜ਼ ਹੈ ਨਾ, ਜ਼ਿਆਦਾਤਰ ਜਿਹੜੇ ਸਟੂਡੈਂਟਸ ਨੇ ਉਹ ਇਸ ਚੀਜ਼ ਤੋਂ ਭੱਜਦੇ ਨੇ ਵੀ ਯਾਰ ਨਹੀਂ ਯਾਰ ਮੈਥ ਯਾਰ ਕਿੱਥੇ, ਮੇਰੇ ਤਾਂ ਮੈਥ ਬਹੁਤ ਵੀਕ ਹੈ। ਇਹ ਆਮ ਦੇਖਿਆ ਪੰਜਾਬ ਦੇ ਵਿੱਚ ਤਾਂ ਆਪਾਂ ਹੁੰਦਾ ਹਾਲਾਂਕਿ ਕੁਝ ਨਹੀਂ, ਪਰ ਤੁਸੀਂ ਇਸ ਚੀਜ਼ ਨੂੰ ਇੰਟਰਸਟਿੰਗ ਕਿਵੇਂ ਬਣਾ ਦਿੰਦੇ ਹੋ? ਹਾਂ ਦੇਖੋ, ਇਹ ਇੰਟਰਸਟਿੰਗ ਗੱਲ ਇਹੀ ਹੈ, 1729 ਨੂੰ ਹੀ ਸਮਝਾਉਣਾ ਹੈ, 3548 ਨੂੰ ਸਮਝਾਉਣਾ ਹੈ, ਇਹਦੇ ਤਰੀਕਿਆਂ ਨੂੰ ਸਮਝਾਉਣਾ ਹੈ। ਗੱਲ ਉਹੀ ਹੈ ਜੋ ਕਿਤਾਬ 'ਚ ਲਿਖੀ ਹੈ, ਜੋ ਰਾਮਾਨੁਜਨ ਤੇ ਹਾਰਡੀ ਦੀ ਗੱਲਬਾਤ ਹੋਈ ਹੈ, ਪਰ ਉਸ ਨੂੰ ਅਸੀਂ ਪੇਸ਼ਕਾਰੀ ਕਿਵੇਂ ਕਰਨੀ ਹੈ, ਉਹਨੂੰ ਦੱਸਣਾ ਕਿਵੇਂ ਹੈ, ਵਿਦਿਆਰਥੀ 'ਚ ਉਸ ਸਟੋਰੀ ਨੂੰ ਕਿਸ ਤਰ੍ਹਾਂ ਦੇ ਨਾਲ ਲੈ ਕੇ ਜਾਣਾ। ਹੁਣ ਉਸ ਨੂੰ ਜਦੋਂ ਇਹ ਦੱਸਿਆ ਵੀ ਬੇਟੇ ਦੇਖ, ਤੇਰੀ ਕੋਈ ਕਾਰ ਦਾ ਨੰਬਰ, ਤੇਰੇ ਕੋਈ ਬਾਈਕ ਦਾ ਨੰਬਰ, ਤੇਰੇ ਕੋਈ ਘਰ ਦਾ ਨੰਬਰ, ਉਹ 'ਚ ਹੈ ਕੋਈ ਖਾਸੀਅਤ, ਬਸ ਉਹ ਸੋਚਣ ਲੱਗ ਜਾਂਦਾ। ਜਦ ਵਿਦਿਆਰਥੀ ਸੋਚਣ ਲੱਗ ਜਾਂਦਾ ਉਹਦੇ ਤੱਕ ਗੱਲ ਪਹੁੰਚ ਜਾਂਦੀ ਹੈ। ਹੁਣ ਤੁਹਾਨੂੰ ਮੈਂ ਇੱਕ ਹੋਰ ਇੱਥੇ ਇੰਸਟੈਂਸ, ਜਿਵੇਂ ਅਸੀਂ ਰਾਮਾਨੁਜਨ ਦਾ ਦਿੱਤਾ ਨਾ ਜੀ, ਇੱਕ ਇੰਸਟੈਂਸ ਮੈਨੂੰ ਯਾਦ ਆ ਰਿਹਾ। ਇੱਕ ਗੌਸ ਹੋਇਆ ਮੈਥਮੈਟੀਸ਼ੀਅਨ, ਬੜੇ ਜ਼ਬਰਦਸਤ, 8ਵੀਂ ਜਮਾਤ 'ਚ ਪੜ੍ਹਦੇ ਆ। ਉਸ ਵਕਤ 8ਵੀਂ ਜਮਾਤ 'ਚ ਪੜ੍ਹਦੇ ਸੀਗੇ। ਤੇ ਅਧਿਆਪਕ ਇੱਕ ਸਵਾਲ ਪੁੱਛਦਾ, ਅਧਿਆਪਕ ਕਹਿੰਦਾ ਜਮਾਤ ਨੂੰ ਪੂਰੀ ਨੂੰ ਕਿ ਸਾਰੇ ਵਿਦਿਆਰਥੀ ਐਂ ਕਰੋ 1 ਤੋਂ ਲੈ ਕੇ 100 ਤੱਕ ਜੋੜ ਕੇ ਦਿਖਾਓ। ਲੋ ਜੀ, ਵਿਦਿਆਰਥੀ ਤਾਂ ਕਹਿੰਦੇ ਆਹ ਕੀ ਸਵਾਲ ਦਿੱਤਾ ਟੀਚਰ ਨੇ ਵੀ 1 ਦੇ ਵਿੱਚ 2 ਜੋੜੋ, 3 ਆ ਗਿਆ, 3 'ਚ ਫਿਰ 3 ਜੋੜੋ 6 ਆ ਗਿਆ, 6 'ਚ 4 ਜੋੜੋ 10 ਆ ਗਿਆ, 10 'ਚ 5 ਜੋੜੋ 15 ਆ ਗਿਆ। ਹੁਣ ਉਹ ਕਹਿੰਦੇ ਵੀ ਅਸੀਂ ਜੋੜੀ ਜਾਵਾਂਗੇ, ਜੋੜੀ ਜਾ 100 ਤੱਕ ਕਦ ਪਹੁੰਚੇ। ਤੇ ਮੇਰੇ ਬੱਚੇ ਨੂੰ ਤਾਂ ਜੇ ਮੈਂ ਕਹਿੰਦਾ 99 'ਚ 98 ਜੋੜਦੇ, ਉਹਨੂੰ ਇਹ ਔਖਾ ਹੋ ਜਾਂਦਾ। ਤੇ ਇਹ ਅਸੀਂ 1 ਤੋਂ ਲੈ ਕੇ ਚੱਲਦੇ ਕਿੰਨਾ ਜੋੜ ਆਈ ਜਾਣਾ, ਫਿਰ ਅੱਗੇ 15 6 21 7 28 8 36 9 45 10 55 11 66 ਤੇ 12 78 ਤੇ 13 91, ਇਸ ਤਰ੍ਹਾਂ ਚੱਲੀ ਜਾਣਾ। ਮਤਲਬ 100 ਤੱਕ ਕਦ ਪਹੁੰਚਿਆ। ਪਰ ਮੈਂ ਜਿਹੜੇ ਸ਼ਖਸ ਦੀ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ, ਇਹ ਮੋਟੀਵੇਸ਼ਨ ਹੈ ਸਾਡੇ ਲਈ। ਇਸ ਲਈ ਮੈਂ ਕਹਿੰਦਾ ਵੀ ਮੇਰੀਆਂ ਚੀਜ਼ਾਂ ਨਹੀਂ ਹੈਗੀਆਂ, ਇਹਨਾਂ ਦੀਆਂ ਚੀਜ਼ਾਂ ਜਿਨ੍ਹਾਂ ਨੇ ਸੋਚੀਆਂ ਸੀ, ਸਲਾਮ ਇਹਨਾਂ ਨੂੰ ਹੈ। ਇਹ ਬੱਚਾ 8ਵੀਂ ਜਮਾਤ 'ਚ ਪੜ੍ਹਦਾ ਸੀ ਉਦੋਂ, ਜਿਹੜਾ ਕਿ ਬਹੁਤ ਵੱਡਾ ਮੈਥਮੈਟੀਸ਼ੀਅਨ ਬਣਿਆ ਦੁਨੀਆ ਦਾ। 8ਵੀਂ ਜਮਾਤ 'ਚ ਖੜਾ ਹੋ ਕੇ ਕੁਰਸੀ ਤੋਂ ਉਸੇ ਵਕਤ ਕਹਿੰਦਾ ਟੀਚਰ ਆਈ ਹੈਵ ਸੋਲਵਡ ਦਾ ਸਮ। 1 ਤੋਂ ਲੈ ਕੇ 100 ਤੱਕ ਜੋੜਤੇ ਜੀ। ਟੀਚਰ ਕਹਿੰਦਾ ਹੈ, ਲਿਆ ਦਿਖਾ ਤੇਰੀ ਕਾਪੀ। ਜਿਵੇਂ ਸਾਨੂੰ ਹੁੰਦਾ ਹੈ ਵੀ ਤੂੰ ਕਿਵੇਂ ਕਰ ਲਿਆ ਹੈ, ਲਿਆ ਦਿਖਾ ਕਾਪੀ। ਟੀਚਰ ਕਹਿੰਦਾ ਲਿਆ ਦਿਖਾ। ਜਦ ਕਾਪੀ ਦੇਖੀ, ਦੇਖਦਾ ਹੀ ਰਹਿ ਗਿਆ ਟੀਚਰ। ਗੌਸ ਯੂ ਆਰ ਸੋ ਗ੍ਰੇਟ, ਹਾਊ ਯੂ ਸੋਲਵ ਦਿਸ ਸਮ। ਟੀਚਰ ਆਈ ਐਨ ਆਈਡੀਆ। ਤਾਂ ਉਹ ਆਈਡੀਆ ਕੀ ਸੀ ਉਹਦੇ ਦਿਮਾਗ ਦੇ ਵਿੱਚ, ਉਹ ਜਿਹੜਾ ਉਹਨੇ ਸਾਡੇ ਨਾਲ ਸ਼ੇਅਰ ਕੀਤਾ। ਮੈਂ ਫੇਰ ਇੱਥੇ ਗੱਲ ਆ ਜਾ, ਜੇ ਸ਼ੇਅਰ ਨਾ ਕਰੀਏ ਤਾਂ ਕਿਤਾਬਾਂ ਜੀਆਂ ਪਈਆਂ ਰਹਿਣਗੀਆਂ ਚੀਜ਼ਾਂ। ਉਹਨੇ ਸ਼ੇਅਰ ਕੀਤਾ, ਕਹਿੰਦਾ ਜੀ ਮੈਂ ਇਹ ਦੇਖਿਆ ਵੀ 1 ਨੰਬਰ ਤੇ 100ਵਾਂ, ਇਹਨਾਂ ਦੋਨਾਂ ਨੂੰ ਜੋੜ ਲਿਆ, ਕਹਿੰਦਾ 101 ਬਣ ਗਿਆ। ਕਹਿੰਦਾ ਮੈਂ ਫਿਰ ਦੂਸਰਾ ਨੰਬਰ ਚੱਕਿਆ, ਉਧਰੋਂ ਦੂਜਾ ਚੱਕ ਲਿਆ, ਕਹਿੰਦਾ ਫਿਰ 101 ਬਣ ਗਿਆ। ਕਹਿੰਦਾ ਫਿਰ ਮੈਂ ਤੀਜਾ ਚੱਕਿਆ, ਫੇਰ ਜੋੜਿਆ, ਕਹਿੰਦਾ ਫੇਰ 101 ਬਣ ਗਿਆ। ਮੈਂ ਕਿਹਾ ਯਾਰ ਇਹ ਤਾਂ ਕਮਾਲ ਹੋ ਗਈ ਵੀ ਇਹਨਾਂ ਦਾ ਪਹਿਲੇ ਨੰਬਰ ਦੇ ਅਖੀਰਲੇ ਦਾ, ਦੂਜੇ ਦਾ ਦੂਜਾ ਅਖੀਰਲਾ, ਤੀਜਾ ਅਖੀਰਲਾ, ਇਹ ਤਾਂ ਸਾਰਿਆਂ ਦਾ ਜੋੜ 101 ਬਣਦਾ। ਕਹਿੰਦਾ ਮੈਂ ਫਟਾਫਟ ਜੀ 101 ਨੂੰ 50 ਨਾਲ ਗੁਣਾ ਕਰਤੀ ਤਾਂ 50 ਏਕਮ 50 50 ਏਕਮ 50। ਕਹਿੰਦਾ ਚੈੱਕ ਕਰੋ। ਕਹਿੰਦਾ ਤੁਸੀਂ ਚੈੱਕ ਕੀਤਾ, ਠੀਕ ਆ ਗਿਆ ਜਵਾਬ। ਮੈਂ ਕਿਹਾ ਲੈ ਵੀ ਇਹ ਤਾਂ 1 ਤੋਂ ਲੈ ਕੇ 100 ਤੱਕ ਸੀਗੇ ਤੇ 50 ਜੋੜੇ ਬਣਨੇ ਸੀਗੇ, ਇਸ ਲਈ ਮੈਂ ਇਹਨੂੰ 50 ਨਾਲ ਗੁਣਾ ਕੀਤਾ। ਉਸ ਤੋਂ ਬਾਅਦ ਉਹ ਫਾਰਮੂਲਾ ਦਿੰਦਾ ਸਾਡੇ ਜਗਤ ਦੇ ਵਿੱਚ, ਜਿਹੜਾ ਅੱਜ ਵੀ ਮਸ਼ਹੂਰ ਹੈ,
n × n + 1 / 2 ਆਹ ਫਾਰਮੂਲਾ ਉਹ 8ਵੀਂ ਜਮਾਤ 'ਚ ਪੜ੍ਹਦਾ ਹੋਇਆ ਇੱਕ ਵਿਦਿਆਰਥੀ ਅਧਿਆਪਕ ਦੇ ਪ੍ਰਸ਼ਨ ਪਾਉਣ ਤੋਂ ਬਾਅਦ ਜਿਹੜਾ ਫਾਰਮੂਲਾ ਦੇ ਕੇ ਗਿਆ ਸਾਨੂੰ, ਅੱਜ ਵਿਸ਼ਵ ਪ੍ਰਚਲਿਤ ਫਾਰਮੂਲਾ ਹੈ, ਜਿਹੜਾ ਕਿ ਅਸੀਂ ਵੱਡੀਆਂ ਜਮਾਤਾਂ ਦੇ ਵਿੱਚ ਵੀ ਪੜ੍ਹਾਉਂਦੇ ਹਾਂ, ਕਿ ਇਹ ਕਿਸੇ ਵੀ ਨੰਬਰ ਦਾ, ਹੁਣ ਉਹਨੇ ਤਾਂ ਟੀਚਰ ਨੇ ਤਾਂ 1 ਤੋਂ 100 ਤੱਕ ਕਿਹਾ ਸੀ ਨਾ, ਉਹ ਕਹਿੰਦਾ ਜੀ ਜਿਹੜਾ ਮਰਜ਼ੀ ਨੰਬਰ ਲਿਓ ਮੈਂ ਇਹਨੂੰ ਸੋਲਵ ਕਰਕੇ ਦਿਖਾਉਂਦਾ। ਕੀ ਬਾਤ ਹੈ। ਤਾਂ ਤੁਸੀਂ ਅੰਦਾਜ਼ਾ ਲਗਾਓ ਵੀ ਇੱਕ ਅਧਿਆਪਕ ਦੀ ਕਿੱਡੀ ਵੱਡੀ ਪਹੁੰਚ ਹੈ। ਉਹ ਚਾਹਵੇ ਵਿਦਿਆਰਥੀ ਨੂੰ ਕਿਤੇ ਵੀ ਪਹੁੰਚਾ ਸਕਦਾ, ਪਰ ਇੱਕ ਪ੍ਰਸ਼ਨ ਦੇ ਨਾਲ ਹੀ ਪਹੁੰਚਾ ਦਿੰਦਾ। ਉਹ ਇੱਕ ਪ੍ਰਸ਼ਨ ਦੇ ਨਾਲ ਗੌਸ ਕਿੱਥੇ ਪਹੁੰਚਿਆ, ਇੱਕ ਪ੍ਰਸ਼ਨ ਦੇ ਨਾਲ ਹਾਰਡੀ ਦੇ ਮਨ 'ਚ ਕਿੱਡਾ ਵੱਡਾ ਮਤਲਬ ਭਰੋਸਾ ਆਇਆ ਵੀ ਬਹੁਤ ਤਕੜਾ ਮੈਥਮੈਟੀਸ਼ੀਅਨ ਹੈ ਰਾਮਾਨੁਜਨ। ਤਾਂ ਭਾਵੇਂ 32 ਸਾਲ ਜਿਉਂਦੇ ਰਹੇ, ਸਿਰਫ ਜ਼ਿੰਦਗੀ ਉਹਨਾਂ ਦੀ ਕੋਈ ਬਹੁਤੀ ਲੰਬੀ ਨਹੀਂ ਸੀ, ਪਰ ਅੱਜ ਜੇ ਕਿਸੇ ਨੂੰ ਪੁੱਛੀਏ ਨਾ ਕਿ ਰਾਮਾਨੁਜਨ ਨੰਬਰ ਕਿਸ ਨੂੰ ਕਿਹਾ ਜਾਂਦਾ ਹੈ, 1729 ਨੂੰ ਕਿਹਾ ਜਾਂਦਾ। ਉਹਦੇ ਨਾਮ ਦੇ ਕਰਕੇ ਉਸ ਨੰਬਰ ਦਾ ਨਾਮ ਰਾਮਾਨੁਜਨ ਨੰਬਰ ਪਿਆ। ਕੀ ਬਾਤ। ਤੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਤੱਕ ਪਹੁੰਚਣਗੀਆਂ, ਬੱਚਿਆਂ ਦੇ ਮਨ 'ਚ ਆਊਗਾ, ਬੱਚੇ ਕੁਝ ਨਵਾਂ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਨਗੇ। ਹੁਣ ਕੰਪੀਟੀਸ਼ਨ ਦੇ ਜਿਹੜੇ ਸਾਡੇ ਚੱਲਦੇ ਆ ਜ਼ਮਾਨੇ ਹੈਗੇ ਹੈ ਨਾ, ਤੇ ਉਹਦੇ ਵਿੱਚ ਬੱਚਿਆਂ ਨੂੰ ਟਾਈਮ ਸੇਵਿੰਗ ਟੈਕਨੀਕਸ ਚਾਹੀਦੀਆਂ, ਉਹਦੇ ਵਿੱਚ ਇੰਟਰਸਟ ਵੀ ਚਾਹੀਦਾ। ਹੁਣ ਸਾਇੰਸ ਦੇ ਵਿੱਚ ਪੜ੍ਹਾਇਆ ਜਾਂਦਾ ਹੈ ਬਲੈਕ ਹੋਲ। ਹਾਂ ਬਿਲਕੁਲ, ਬਲੈਕ ਹੋਲ। ਹੁਣ ਆ ਜਿਹੜਾ ਬਲੈਕ ਹੋਲ ਹੈ, ਇਹ ਮੈਥਮੈਟਿਕਸ ਵੀ ਆ ਗਿਆ। ਉਹ ਕਹਿੰਦੇ ਜੀ ਮੈਥਮੈਟਿਕਸ ਦੇ ਵਿੱਚ 4 ਨੰਬਰ ਹੈ ਜਿਹੜਾ, ਇਹਨੂੰ ਬਲੈਕ ਹੋਲ ਨੰਬਰ ਦਾ ਨਾਮ ਦਿੱਤਾ ਗਿਆ। ਅੱਛਾ, ਇਹ ਬਲੈਕ ਹੋਲ ਨੰਬਰ ਹੈ। ਉਹ ਕਿਉਂ? ਕਿਉਂਕਿ ਇੱਕ ਬਲੈਕ ਹੋਲ ਦੀ ਜਦੋਂ ਬੱਚੇ ਦੇ ਵਿੱਚ ਕਿਉਰਿਓਸਿਟੀ ਜਾਗ ਪਈ ਵੀ ਸਰ ਹੈ ਬਲੈਕ ਹੋਲ ਤਾਂ ਮੈਂ ਪੜ੍ਹਿਆ ਸੀਗਾ ਵੀ ਜਿੱਥੇ ਕਿ ਜਿਹੜੀ ਸਪੀਡ ਹੈ ਲਾਈਟ ਦੀ 3 ਲੱਖ ਕਿਲੋਮੀਟਰ 1 ਸੈਕਿੰਡ 'ਚ ਚਲੀ ਜਾਂਦੀ ਹੈ ਲਾਈਟ, ਉਹ ਵੀ ਨਹੀਂ ਪਹੁੰਚ ਸਕਦੀ, ਉਹ ਵੀ ਬੱਚੇ ਸਮਾ ਜਾਂਦੀ ਹੈ ਬਲੈਕ ਹੋਲ 'ਚ, ਤਾਂ ਇਸ ਲਈ ਉਹਦਾ ਨਾਮ ਬਲੈਕ ਹੋਲ ਹੈ। ਤਾਂ ਆ 4 ਨੰਬਰ ਬਲੈਕ ਹੋਲ ਕਿਵੇਂ ਹੋਇਆ? ਮੈਂ ਕਿਹਾ ਬੋਲ ਕੋਈ ਵੀ ਇੱਕ ਇੰਗਲਿਸ਼ ਦਾ ਵਰਡ ਬੋਲ ਦੇ, ਤੁਸੀਂ ਕੋਈ ਬੋਲ ਦਿਓ ਗੁਰਪ੍ਰੀਤ ਜੀ ਇੰਗਲਿਸ਼ ਦਾ ਵਰਡ। ਬੇਬੀ। ਬੇਬੀ। ਤਾਂ ਤੁਸੀਂ ਇਹ ਬੇਬੀ ਬੋਲਿਆ ਹੈ ਨਾ, ਬੇਬੀ ਦੇ ਕਿੰਨੇ ਅੱਖਰ ਹੈ? 4 ਹੈ। ਕੋਈ ਹੋਰ ਬੋਲੋ ਵੱਡਾ ਜਾ। ਗੁਰਪ੍ਰੀਤ ਹੀ ਲਿਖ ਦਿਓ। ਗੁਰਪ੍ਰੀਤ, ਵੈਰੀ ਗੁੱਡ। ਦੇਖਿਆ, ਲੋ ਇਹਨੂੰ ਗਿਣ ਲਓ, 1 2 3 4 5 6 7 ਤੇ 8। ਇੱਥੇ ਲਿਖ ਲਓ 8। ਠੀਕ ਹੈ, ਗਿਣ ਲਓ ਕਿੰਨੇ ਆ? 5। ਹੁਣ ਗਿਣ ਲਓ 4। ਬਸ ਹੁਣ 4 ਤੋਂ ਅੱਗੇ ਗਿਣਤੀ ਨਹੀਂ ਜਾਣੀ ਹੈ ਕਿਤੇ ਵੀ, ਬਸ ਹਰ ਚੀਜ਼ 4 ਤੇ ਖਤਮ ਹੋਊਗੀ ਜਦੋਂ ਵੀ ਖਤਮ ਹੋਊਗੀ। ਅੱਛਾ, ਹਾਂ ਕੋਈ ਹੋਰ ਬੋਲੋ ਜੀ। ਆਪਾਂ ਡਿਕਸ਼ਨਰੀ ਲਿਖਦੇ ਹਾਂ। ਹਾਂ 1 2 3 4 5 6 7 8 9 10 10 ਜੀ। 10 ਦਾ ਕਿੰਨਾ ਬਣ ਗਿਆ? 3। 3 ਦਾ ਕਿੰਨਾ ਬਣ ਗਿਆ? 5। 5 ਦਾ ਕਿੰਨਾ ਬਣ ਗਿਆ? ਅੱਛਾ, ਜਿੰਨੇ ਵੀ ਵਰਡ, ਮੈਂ ਕੋਈ ਵੀ ਵਰਡ ਬੋਲ ਦਵਾਂ, ਚਾਹੇ ਵੱਡੇ ਤੋਂ ਵੱਡਾ, ਕੋਈ ਵੀ ਵਰਡ ਬੋਲੋ ਤੁਸੀਂ, ਹਰ ਚੀਜ਼ 4 ਤੇ ਖਤਮ ਹੋਣੀ ਹੈ। ਅੱਛਾ, ਇਹ ਫਿਰ ਤੁਸੀਂ ਇਹ ਵੀ ਕਿਤਾਬਾਂ ਦੇ ਵਿੱਚ ਲਿਖੀ ਹੋਈ ਚੀਜ਼ ਹੈ? ਇਹ ਸਾਰਾ ਕੁਝ ਗੁਰਪ੍ਰੀਤ ਜੀ, ਮੈਂ ਫੇਰ ਕਹਿਦਾ ਵੀ ਕਿਤੇ ਭੁਲੇਖੇ 'ਚ ਨਾ ਰਹਿ ਜੇ ਕੋਈ ਸਾਥੀ ਮੇਰਾ ਵੀ, ਹੈ ਨਾ, ਇਹ ਸਾਰਾ ਕੁਝ ਕਿਤਾਬਾਂ 'ਚ ਲਿਖਿਆ। ਲਾਇਬ੍ਰੇਰੀਆਂ 'ਚ ਜਾਓ, ਨੈੱਟ ਤੇ ਸਰਚ ਕਰੋ, ਪੜ੍ਹੋ, ਇਹਨਾਂ ਚੀਜ਼ਾਂ ਨੂੰ ਲੱਭ ਕੇ ਲਿਆਓ, ਆਪਣੇ ਤਰੀਕੇ ਬਣਾਓ, ਪੇਸ਼ਕਾਰੀ ਆਪਣੀ ਕਰੋ, ਪਰ ਨਾਲ ਇਹ ਕਲੇਮ ਨਾ ਕਰੋ ਵੀ ਮੈਂ ਕੀਤਾ। ਦੱਸੋ ਜਿਨ੍ਹਾਂ ਨੇ ਕੀਤਾ, ਜਿਨ੍ਹਾਂ ਨੇ ਲੱਭੀਆਂ ਇਹ ਚੀਜ਼ਾਂ, ਉਹਨਾਂ ਦੀ ਆਪਾਂ ਗੱਲਾਂ ਕਰੀਏ, ਹੈ ਨਾ, ਦੱਸੀਏ ਬੱਚਿਆਂ ਨੂੰ। ਹਾਂ ਹੋ ਸਕਦਾ ਕੋਈ ਸਾਡਾ ਇੱਥੇ ਮੈਥਮੈਟੀਸ਼ੀਅਨ ਬੈਠਾ ਹੋਵੇ ਤੇ ਉਹ ਜਾਗ ਪਵੇ ਵੀ ਹਾਂ ਇਹਨਾਂ ਨੇ 4 ਲੱਭਿਆ ਸੀ, ਮੈਂ ਕੋਈ ਹੋਰ ਲੱਭ ਕੇ ਦਿਖਾਉਂਦਾ। ਹਾਂ, ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬੱਚਿਆਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਉਹਨਾਂ ਦੀ ਚਿਣਕ ਜਾਗੂਗੀ। ਉਹ ਚਿਣਕ ਜਾਗੂਗੀ ਤਾਂ ਕੁਛ ਅੱਗੇ ਮਤਲਬ ਵੀ ਤਰੱਕੀ ਦੇ ਰਾਹ ਹੋਰ ਜ਼ਿਆਦਾ ਸੁਖਾਲੇ ਹੋ ਜਾਣ। ਪਹਾੜੀਆਂ ਤੇ ਬਹੁਤ ਬੱਚੇ ਉਲਝਦੇ ਨੇ ਅਕਸਰ ਪੰਜਾਬ ਦੇ ਵਿੱਚ। ਤਾਂ ਆਪਾਂ ਪਿੰਡਾਂ ਮੈਨੂੰ ਮੇਰੇ ਫਾਦਰ ਸਾਹਿਬ ਬੜੇ ਕਹਿੰਦੇ ਸੀ, ਚੱਲ ਮੈਨੂੰ ਖੜਾ ਹੋ ਇੱਧਰ ਆ, ਤੂੰ ਪੜ੍ਹਦਾ ਆ ਕਿਹੜੀ ਕਲਾਸ 'ਚ ਹੈ? ਚੱਲ ਮੈਨੂੰ 13 ਦਾ ਪਹਾੜਾ ਸੁਣਾ, ਚੱਲ 9 ਦਾ ਪਹਾੜਾ ਸੁਣਾ, 8 ਦਾ ਪਹਾੜਾ ਸੁਣਾ। ਬੰਦੇ 605 'ਚ ਪੈ ਜਾਂਦੇ ਸੀਗੇ ਵੀ ਯਾਰ ਹੁਣ ਮੈਨੂੰ ਕਿੱਥੋਂ ਪੁੱਛ ਲਿਆ ਸਵਾਲ। ਆ ਦੇਖੋ ਹੁਣ ਜੇ ਤੁਹਾਨੂੰ ਮਤਲਬ 3 ਦਾ ਪਹਾੜਾ ਆਉਂਦਾ, 3 6 9 12 ਤੁਸੀਂ ਲਿਖ ਲਿਆ, ਹੈ ਨਾ। ਹੁਣ ਜਦੋਂ ਅਸੀਂ ਇਸ ਨੂੰ ਇਹ ਲਿਖ ਲਿਆ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਨੂੰ ਬਣਾਉਣਾ ਚਾਹੁੰਦੇ ਹੋ 13 ਦਾ, ਤਾਂ ਤੁਸੀਂ ਕਿੰਨੇ ਤੱਕ ਲਿਖਿਆ? 4 ਤੱਕ ਲਿਖਿਆ। ਹੁਣ 13 ਦਾ ਬਣਾਉਣ ਲਈ ਆਹ ਅੱਖਰ ਸਾਨੂੰ ਦੁਬਾਰਾ ਲੋੜੀਂਦੇ ਆ। 3 6 9 2। ਹੁਣ 1 'ਚ 0 ਜੋੜੋ 1, 2 'ਚ 0 ਜੋੜੋ 2, 3 'ਚ 0 ਜੋੜੋ 3, 4 'ਚ 1 ਜੋੜੋ 5। ਆ 13 ਦਾ ਪਹਾੜਾ ਤਿਆਰ ਹੋ ਗਿਆ। 13 × 13, 13 ਦੂਣਾ 26, 13 ਤੀਆਂ 39, 13 ਚੌਕ 52, 13 ਇਹ ਚੱਲੀ ਜਾਣਾ। ਅਸੀਂ ਕੀ ਕੀਤਾ? ਅਸੀਂ ਮੈਥਡ ਬਦਲਿਆ। ਜਵਾਬ ਨਹੀਂ ਬਦਲ ਸਕਦਾ ਕਦੇ ਵੀ ਗਣਿਤ ਦੇ ਵਿੱਚ, ਜਵਾਬ ਉਹੀ ਰਹਿਣਾ। ਮੈਥਡ ਚੇਂਜ, ਮੈਥਡ ਕਿਸੇ ਦਾ ਕੋਈ ਹੈ ਸਿਖਾਉਣ ਦਾ, ਕਿਸੇ ਦਾ ਕੋਈ ਹੈ। ਹੁਣ ਆ ਮੈਥਡ ਬਦਲਿਆ। ਹੁਣ ਕਹਿੰਦਾ ਜੀ ਬੱਚਾ ਕਹਿੰਦਾ 113 ਦਾ, ਮੈਂ ਕਿਹਾ ਲੈ ਬਣ ਗਿਆ। ਹੈ ਸਰ ਇੰਨੀ ਛੇਤੀ?
ਵੇ ਮੈਂ ਤਾਂ 29 ਤੋਂ ਵੱਧ ਯਾਦ ਹੀ ਨਹੀਂ ਮੈਂ ਕਿਹਾ ਆ ਤੇ ਦੇਖ ਤਾਂ ਸਹੀ ਆ ਜਾ ਆ 113 ਦਾ ਪਹਾੜਾ ਤਿਆਰ ਹੈ ਲਓ ਜੀ ਕੀ ਬਾਤ ਹੈ। ਅੱਛਾ ਇਦਾਂ ਆਪਾਂ ਕਿਹੜੀ ਜਿਹੜਾ ਮਰਜ਼ੀ ਕਿਸੇ ਚੀਜ਼ ਦਾ ਵੀ ਕਰ ਸਕਦੇ ਆ। ਆ 1113 ਦਾ ਬਣ ਗਿਆ, ਆ 11113 ਦਾ ਬਣ ਗਿਆ। ਮਤਲਬ ਚੱਲੀ ਚੱਲੋ ਕਰੋੜਾਂ ਤੱਕ ਦੇ ਪਹਾੜੇ ਜੇ ਬੱਚਾ ਕਲਾਸ 'ਚ ਸਿੱਖ ਕੇ ਜਾਊਗਾ ਉਹਦਾ ਕੌਨਫੀਡੈਂਸ ਦੇਖੋ ਕਿੱਥੇ ਜਾਊਗਾ। ਇਹ ਕੋਈ ਐਵੇਂ ਹਵਾ ਦੀਆਂ ਗੱਲਾਂ ਨਹੀਂ ਹੈਗੀਆਂ, ਇਹਨਾਂ ਨੂੰ ਕਰਕੇ ਦੇਖੋ, ਆਪ ਤਜਰਬਾ ਕਰੋ, ਆਪ ਬਣਾਓ, ਆਪ ਸਿੱਖੋ ਤੇ ਆਪ ਸਿਖਾਓ। ਅੱਛਾ ਇੱਥੇ ਜਿਹੜੇ ਬੱਚੇ ਜਿਹੜੇ ਤੁਹਾਡੇ ਕੋਲ ਪੜ੍ਹਦੇ ਨੇ ਫਿਰ ਉਹ ਇਹਨਾਂ ਚੀਜ਼ਾਂ ਨੂੰ ਦੇਖ ਕੇ ਥੋੜ੍ਹੇ ਤੋਂ ਅਟਰੈਕਟਿਵ ਹੁੰਦੇ ਨੇ, ਜਿਵੇਂ ਹੁਣ ਅੱਜ 4-5 ਜਿਹੜੇ ਛੋਟੀ ਜਿਹੀ ਕਲਾਸ ਦੇ ਬੱਚੇ ਨੇ ਇਹ ਵੀ ਆ ਕੇ ਕੋਲੇ ਖੜੇ ਹੁਣ ਸੁਣ ਰਹੇ ਨੇ ਤੁਹਾਨੂੰ। ਹਾਂ ਇਹ ਜਿਹੜੇ ਬੱਚੇ ਸੁਣਦੇ ਆ ਨਾ ਉਹਨਾਂ ਦਾ ਮਨ ਕਰਦਾ ਫਿਰ ਘਰੇ ਜਾ ਕੇ ਇਹਨਾਂ ਚੀਜ਼ਾਂ ਨੂੰ ਬਣਾ ਕੇ ਦੇਖਦੇ ਆ, ਫਿਰ ਆ ਕੇ ਪ੍ਰਸ਼ਨ ਕਰਦੇ ਆ ਵੀ ਇਹ ਚੀਜ਼ ਕਿਸ ਤਰ੍ਹਾਂ ਹੋਈ ਜੀ, ਕਿਸ ਤਰ੍ਹਾਂ ਮੈਂ ਕਰੂੰਗਾ ਇਸ ਨੂੰ, ਉਹਨਾਂ ਨੂੰ ਸਿੱਖਣ ਨੂੰ ਮਿਲਦਾ, ਉਹ ਕਰ ਲੈਂਦੇ ਆ ਇਸ ਚੀਜ਼ ਨੂੰ। ਤਾਂ ਹੁਣ ਅੱਗੇ ਚੱਲੀਏ, ਹੁਣ ਆਪਾਂ ਤੁਹਾਨੂੰ ਦਿਖਾਈਏ ਵੀ ਇਹ ਜਿਹੜੇ ਪਹਾੜੇ ਬਣ ਰਹੇ ਆ ਇਹਨਾਂ ਪਹਾੜਿਆਂ ਦੇ ਵਿੱਚ ਹੁਣ ਜੇ ਤਾਂ ਕੋਈ ਪ੍ਰਸ਼ਨ ਵਾਲਾ ਹੋਇਆ ਬੰਦਾ ਉਹ ਕਹੂਗਾ ਜੀ 113 ਦਾ ਤੁਸੀਂ ਬਣਾਤਾ, ਹਾਂ ਬਸ ਇੱਕ ਵਾਲੇ ਬਣਦੇ ਇਹ ਦੂਏ ਵਾਲੇ ਨਹੀਂ ਬਣਦੇ। ਹਾਂ ਬਣਦੇ ਆ 400 ਕੁਝ ਦਾ ਬਣਾਉਣਾ ਹਾਂ ਜਿਹੜਾ ਮਰਜੀ ਦੇਖੋ। ਹੁਣ 3 6 9 12 ਆਪਾਂ ਇੱਥੋਂ ਗੱਲ ਸ਼ੁਰੂ ਕੀਤੀ ਸੀ, ਠੀਕ ਹੈ। ਹਾਂ ਤਾਂ ਹੁਣ ਮੰਨ ਲਓ 23 ਦਾ ਬਣਾਉਣਾ, 23 ਦਾ 73 ਦਾ ਬਣਾਉਣਾ, 73 ਦਾ ਬਣਾਉਣਾ। ਤਾਂ 73 ਦਾ ਬਣਾਉਣ ਦੇ ਲਈ ਅਸੀਂ 7 14 21 28 ਐ ਲਿਖਾਂਗੇ। ਹੁਣ ਫੇਰ ਉਹੀ ਗੱਲ, ਮੈਥਡ ਉਹੀ ਰਹਿਣਾ, 3 6 9 ਤੇ 2 7 ਚ 0 ਜੋੜਿਆ 7 ਬਣ ਗਿਆ 73 ਆ ਗਿਆ ਪਹਿਲਾ ਅੱਖਰ। ਤਾਂ ਹਾਂ 14 ਚ 0 ਜੋੜਿਆ 14 ਆ ਗਿਆ 73 ਦੂਣਾ 146 ਹੁੰਦੇ ਆ। ਹਾਂ 21 ਚ 0 ਜੋੜਿਆ 21 219 73 ਤੀਆ 219 ਹੁੰਦੇ ਆ। 28 ਚ 1 ਜੋੜਿਆ 29 ਲਓ ਜੀ 73 ਚੌਕਾ 292 ਇਹ 73 ਦਾ ਪਹਾੜਾ ਤਿਆਰ ਹੋ ਗਿਆ। ਯਾਨੀ ਕਿ ਜਿਹੜੀ ਆ ਚੀਜ਼ ਕਾਮਨ ਰਹੂਗੀ। ਇਹ ਚੀਜ਼ ਮੈਥਡ ਹੈ ਇੱਕ, ਮਤਲਬ ਹੁਣ ਜਿਹੜੀ ਗੱਲ ਚੱਲਦੀ ਹੈ ਨਾ ਜੀ ਟੈਕਨੋਲੋਜੀ ਕੀ ਇਹਦਾ ਐਪਲੀਕੇਸ਼ਨ ਆਫ ਦਾ ਨੌਲੇਜ, ਜਿਹੜੀ ਤੁਹਾਡੇ ਕੋਲ ਗਿਆਨ ਹੈ ਉਸ ਨੂੰ ਅਪਲਾਈ ਕਰਾਓ। ਅਪਲਾਈ ਕਰਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਆ, ਉਹਨੂੰ ਟੈਕਨੋਲੋਜੀ ਕਿਹਾ ਗਿਆ। ਮੇਰੇ ਨਾਲ ਇੱਥੇ ਕੁਝ ਛੋਟੇ ਬੱਚੇ ਵੀ ਨੇ, ਆਪਾਂ ਪੁੱਛਦੇ ਆ ਬੇਟਾ ਕੀ ਨਾਮ ਹੈ ਤੇਰਾ? ਕਾਸ਼ਦੀਪ ਕਿਹੜੀ ਕਲਾਸ 'ਚ ਹੈ? 6th। ਤੇ ਛੁੱਟੀ ਹੋ ਗਈ ਹੁਣ ਤਾਂ ਸਕੂਲ ਤਾਂ ਖਾਲੀ ਪਿਆ, ਤੂੰ ਘਰੇ ਕਿਉਂ ਨਹੀਂ ਜਾਂਦਾ? ਸਰ ਜੀ ਮੈਂ ਦੇਖਣਾ ਸੀ ਜੀ। ਤੇਰਾ ਮਨ ਕਰਦਾ ਵੀ ਦੇਖਣਾ ਵੀ ਕਿਵੇਂ ਕਰਦੇ ਨੇ? ਹਾਂਜੀ ਮਨ ਕਰਦਾ ਵੀ ਸਿੱਖੀਏ ਇੱਥੇ ਕੁਝ ਖੜ ਕੇ? ਹਾਂਜੀ ਕਿਹੜੀ ਕਲਾਸ 'ਚ ਹੈ ਤੂੰ? 6ਵੀਂ 'ਚ? 6ਵੀਂ ਚ ਅੱਛਾ ਕੀ ਬਣਨਾ ਚਾਹੁੰਦਾ? ਫੌਜੀ। ਫੌਜੀ ਬਣਨਾ ਚਾਹੁੰਦਾ। ਪਰ ਇੱਥੇ ਫਿਰ ਤੂੰ ਇੰਨਾ ਅੱਗੇ ਕਦੇ ਇੰਨੇ ਟਾਈਮ ਤੇ ਖੜਿਆ ਤੂੰ ਕਦੇ ਇੱਥੇ? ਕਿੰਨੇ ਵਜੇ ਘਰੇ ਚਲ ਜਾਣਾ ਹੁੰਦਾ? ਛੁੱਟੀ ਹੋਣ ਸਰ। ਛੁੱਟੀ ਹੁਣ ਸਾਰ? ਛੁੱਟੀ ਕਿੰਨੇ ਟਾਈਮ ਹੋ ਗਈ, ਕਿੰਨੇ ਟਾਈਮ ਪਹਿਲਾਂ ਹੋ ਗਈ? 1 ਵਜੇ ਪੇ ਘੰਟਾ ਪਹਿਲਾਂ। ਘੰਟੇ ਪਹਿਲਾਂ ਹੋ ਗਈ। ਹੁਣ ਤੂੰ ਘੰਟਾ ਇੱਥੇ ਸਿਰਫ ਆਹ ਦੇਖਣ ਵਾਸਤੇ ਖੜਿਆ? ਹਾਂਜੀ। ਇੱਧਰ ਮੇਰੇ ਸਾਈਡ ਨਾ ਕੋਈ ਜਿਹੜੀਆਂ ਨੇ ਭੈਣਾਂ ਵੀ ਖੜੀਆਂ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂ। ਕੀ ਨਾਮ ਹੈ ਭੈਣ ਆਪਣਾ? ਅਮਰਪ੍ਰੀਤ ਸਰ। ਕਿੰਨੀ ਏਜ ਹੈ? 17 ਚ। ਕਿਹੜੀ ਕਲਾਸ ਕਿਹੜੀ 'ਚ ਤੁਸੀਂ? +2 ਚ। ਅੱਛਾ ਜਿਵੇਂ ਸਰ ਤੁਹਾਨੂੰ ਦੱਸਦੇ ਨੇ, ਤੁਸੀਂ ਉੱਤੇ ਬੈਠੇ ਵੀ ਐਕਸਪੈਰੀਮੈਂਟ ਕਰਨ ਲੱਗੇ ਹੋਏ ਸੀਗੇ। ਜਦ ਸਰ ਆਏ ਤੁਸੀਂ ਐਕਸਪੈਰੀਮੈਂਟ ਕਰਨ ਲੱਗੇ, ਤੁਹਾਡਾ ਇੰਟਰਸਟ ਵਧਿਆ ਐਜੂਕੇਸ਼ਨ ਵੱਲ? ਪਹਿਲਾਂ ਡਰਦੇ ਹੁੰਦੇ ਸੀ ਇਸ ਚੀਜ਼ ਤੋਂ ਕਿ ਨਹੀਂ? ਹਾਂਜੀ ਡਰਦੇ ਸੀਗੇ? ਹਾਂਜੀ ਹੁਣ ਝਾਕਾ ਜਿਹਾ ਖੁੱਲਿਆ ਕਿ ਨਹੀਂ? ਹਾਂਜੀ ਸਰ। ਜੇ ਹੁਣ ਮੈਂ ਤੁਹਾਨੂੰ ਕੋਈ ਸਵਾਲ ਦੇ ਦਾਂ ਫਿਰ ਤੁਸੀਂ ਉਹ ਡਰ ਪਹਿਲਾਂ ਵਾਲਾ ਤਾਂ ਨਹੀਂ ਰਹਿੰਦਾ, ਹੁਣ ਤੁਸੀਂ ਕਰ ਲੈਂਦੇ ਹੋ? ਹਾਂਜੀ। ਅੱਛਾ ਜਿਵੇਂ ਇੱਕ ਚੀਜ਼ ਤਾਂ ਹੈ ਵੀ ਜਿਵੇਂ ਬੰਦੇ ਨੂੰ ਆਪਾਂ ਪ੍ਰੈਕਟੀਕਲ ਨੌਲੇਜ ਦਿਖਾਉਣ ਲੱਗ ਜਾਂਦੇ ਨਾ, ਉਹਦਾ ਕੌਨਫੀਡੈਂਸ ਲੈਵਲ ਤਾਂ ਇੱਕ ਦਾ ਅਪ ਹੁੰਦਾ ਵੀ ਆਪਾਂ ਆਪ ਦੇਖਿਆ ਵੀ ਜੇ ਪੜ੍ਹਾ ਕੇ ਜਿਵੇਂ ਕਿਤਾਬੀ ਪੜ੍ਹਾਉਣਾ ਤੇ ਪ੍ਰੈਕਟੀਕਲ ਰਾਹੀਂ ਪੜ੍ਹਾਉਣਾ ਉਹਦੇ ਵਿੱਚ ਬਹੁਤ ਫਰਕ ਆ। ਬੱਚਾ ਛੇਤੀ ਕੈਚ ਕਰਦਾ, ਇਹ ਤਾਂ ਮੰਨਦੇ ਆ। ਆਪਣੇ ਕੋਲ ਸਾਇੰਸ ਦੀ ਵੀ ਆਪਾਂ ਸਾਇੰਸ ਦੀ ਵੀ ਚੀਜ਼ਾਂ ਦਿਖਾਈਏ ਹੁਣ, ਹਨਾ? ਕਿਉਂਕਿ ਇਹ ਪਾਰਕ ਇੱਕ ਤਾਂ ਇਹਦਾ ਪਾਰਕ ਦਾ ਨਾਮ ਕੀ ਹੈ ਇਹ ਵੀ ਦੱਸ ਦਿਓ। ਇਸ ਪਾਰਕ ਦਾ ਨਾਮ ਅਸੀਂ ਟੈਕਨੋਲੋਜੀ ਪਾਰਕ ਰੱਖਿਆ ਕਿਉਂਕਿ ਟੈਕਨੋਲੋਜੀ ਦੇ ਵਿੱਚ ਕੀ ਹੈ, ਐਪਲੀਕੇਸ਼ਨ ਹੈ। ਜਿਹੜੀ ਨੌਲੇਜ ਅਸੀਂ ਗੇਨ ਕੀਤੀ ਹੈ ਉਹਨੂੰ ਅਪਲਾਈ ਕੀਤਾ। ਹੁਣ ਅਪਲਾਈ ਕਰਨ ਦੇ ਲਈ ਅਸੀਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਕਿ ਇਹ ਚੀਜ਼ ਇੱਥੇ ਕਿਉਂ ਨਾ ਦਿਖਾਈ ਜਾਵੇ ਵਿਦਿਆਰਥੀਆਂ ਨੂੰ ਵੀ ਸੈਟੇਲਾਈਟ ਕੀ ਹੁੰਦਾ ਹੈ, ਸੈਟੇਲਾਈਟ ਕਿੱਥੇ ਰੱਖਿਆ ਜਾਂਦਾ ਹੈ, ਉਹਨੂੰ ਲਾਂਚ ਕਰਨ ਵਾਲੇ ਵਹੀਕਲ ਦਾ ਨਾਮ ਕੀ ਹੈ। ਜਿਵੇਂ ਇਹਦਾ ਨਾਮ ਅਸੀਂ ਰੱਖਿਆ ਹੋਇਆ ਪੋਲਰ ਸੈਟੇਲਾਈਟ ਲਾਂਚ ਵਹੀਕਲ, ਇਹ ਸਾਡੇ ਇੰਡੀਅਨ ਦੇ ਉਹ ਹੈ ਵੀ ਇਹਦੇ ਨਾਲ ਜਿਹੜੇ ਪੋਲਰ ਆਰਬਿਟ 'ਚ ਅਸੀਂ ਸੈਟੇਲਾਈਟ ਭੇਜਣੇ ਆ ਉਹ ਭੇਜੇ ਜਾਂਦੇ ਆ। ਹੁਣ ਜਿਹੜਾ ਉਹਦਾ ਉੱਪਰਲਾ ਪੋਰਸ਼ਨ ਹੈ ਉਹਦੇ ਵਿੱਚ ਅਸੀਂ 103 104 ਰਾਕਟ ਹੁਣੇ ਭੇਜ ਕੇ ਹਟਿਆ 2 ਸਾਲ ਪਹਿਲਾਂ। ਉਹ ਰਾਕਟ ਜਿਹੜੇ ਇਹਦੇ 'ਚ ਸੈਟੇਲਾਈਟ ਪਾ ਕੇ ਅਸੀਂ ਇਹ ਉੱਪਰ ਲੈ ਜਾਂਦਾ, ਧਰਤੀ ਦੀ ਖਿੱਚ ਤੋਂ ਬਾਹਰ ਹੋ ਜਾਂਦਾ, ਫਿਰ ਉਹ ਆਰਬਿਟ 'ਚ ਆਲੇ ਦੁਆਲੇ ਘੁੰਮਦੇ ਆ। ਹੁਣ ਉਹ ਜਿਹੜਾ ਆਰਬਿਟ 'ਚ ਘੁੰਮਣਾ ਅਸੀਂ ਉਹਦੇ ਨਾਲ ਗਲੋਬ ਦੇ ਨਾਲ ਉਹਨੂੰ ਦੱਸਦੇ ਆ ਪੋਲ 2 ਹੈ, ਨਾਰਥ ਤੇ ਸਾਊਥ। ਉਹ ਜਿਹੜਾ ਨਾਰਥ ਤੇ ਸਾਊਥ ਪੋਲ ਹੈ ਜੇ ਉਹ ਸਾਊਥ ਤੇ ਨਾਰਥ ਦੇ ਆਲੇ ਦੁਆਲੇ ਚੱਲ ਰਿਹਾ ਹੈ ਤਾਂ ਉਹਨੂੰ ਪੋਲਰ ਸੈਟੇਲਾਈਟ ਹੈ। ਜੇ ਇੱਕ ਫਿਕਸ ਬਿੰਦੂ ਕਰ ਦਈਏ ਧਰਤੀ ਦੇ ਉਸੇ ਬਿੰਦੂ ਤੇ ਰਹੇ, ਜਿਵੇਂ ਧਰਤੀ 24 ਘੰਟਿਆਂ ਚੱਕਰ ਲਾਉਂਦੀ ਹੈ, ਉਹ ਜਿਹੜਾ ਸਾਡਾ ਸੈਟੇਲਾਈਟ ਹੈ ਉਹ ਵੀ 24 ਘੰਟਿਆਂ 'ਚ ਚੱਕਰ ਲਾਵੇ, ਉਹਨੂੰ ਜੀਓ ਸਟੇਸ਼ਨਰੀ, ਮਤਲਬ ਜੀਓ ਅਰਥ ਦੇ ਨਾਲ ਸਟੇਸ਼ਨਰੀ ਹੋ ਗਿਆ, ਇਸ ਲਈ ਉਹਦਾ ਨਾਮ ਬਣ ਗਿਆ ਜੀਓ ਸਟੇਸ਼ਨ। ਮਤਲਬ ਅੱਖਰਾਂ ਤੋਂ
ਪ੍ਰੈਕਟੀਕਲੀ ਬੱਚਿਆਂ ਨੂੰ ਇਹ ਸਾਰਾ ਕੁਝ ਸਿੱਖਣ ਨੂੰ ਮਿਲਦਾ ਹੈ। 4 ਸਟੇजेस ਕਿਹੜੀਆਂ ਹੁੰਦੀਆਂ, ਕਿਵੇਂ ਇਹਦੇ ਵਿੱਚੋਂ ਫਿਊਲ ਹੈ ਬਾਹਰ ਆਉਂਦਾ ਹੈ, ਫਿਰ ਪ੍ਰੈਕਟੀਕਲੀ ਉਹਨਾਂ ਨੂੰ ਨਾਲ ਕਰਕੇ ਦਿਖਾਈਦਾ ਐਕਸਪੈਰੀਮੈਂਟ ਬੋਤਲ 'ਚ ਪਾਣੀ ਭਰ ਕੇ ਵੀ ਕਿਸ ਤਰ੍ਹਾਂ ਦੇ ਨਾਲ ਇਹ ਜਿਹੜਾ ਹੈਗਾ ਰਾਕਟ ਹੈ ਲਾਂਚ ਹੁੰਦਾ ਹੈ। ਉਹਦੇ ਪਿੱਛੇ ਇੱਕ ਨਿਊਟਨ ਨੇ ਸਾਨੂੰ ਇੱਕ ਤਜਰਬਾ ਨਿਯਮ ਦਿੱਤਾ ਸੀਗਾ, ਲਾਅ ਦਿੱਤਾ ਸੀਗਾ, ਨਿਊਟਨਸ 3rd ਲਾਅ ਆਫ ਮੋਸ਼ਨ ਵੀ ਸਟੇਟਸ ਦੈਟ ਟੂ ਐਵਰੀ ਐਕਸ਼ਨ देयर इज ਇਕੁਅਲ ਬਟ ਆਪੋਜ਼ਿਟ ਰਿਐਕਸ਼ਨ। ਵੀ ਜੇ ਤੁਸੀਂ ਐਕਸ਼ਨ ਕਰਦੇ ਹੋ ਉਹਦਾ ਰਿਐਕਸ਼ਨ ਤਿਆਰ ਹੈ। ਇਹ ਨਾ ਸੋਚੋ ਵੀ ਮੈਂ ਕਿਸੇ ਨੂੰ ਮਤਲਬ ਵੀ ਜੇ ਕੁਝ ਕਹਿਤਾ ਤਾਂ ਉਹਨੇ ਕੁਝ ਕਹਿਣਾ ਨਹੀਂ ਅੱਗੋਂ, ਉਹ ਤੁਸੀਂ ਇੱਕ ਕਹੋਗੇ ਦੋ ਲਈ ਤਿਆਰ। ਹੁਣ ਉਹ ਜਦੋਂ ਬੋਤਲ 'ਚ ਅਸੀਂ ਪਾਣੀ ਭਰਿਆ ਤਾਂ ਉਹ ਬੋਤਲ ਦੇ ਵਿੱਚ ਪਾਣੀ ਭਰ ਕੇ ਉਹਨੂੰ ਉਲਟਾ ਕਰਾਂਗੇ, ਉਹ ਉਲਟਾ ਕਰਕੇ ਉਹਦੇ 'ਚ ਹਵਾ ਭਰਾਂਗੇ, ਹਵਾ ਭਰਨ ਦੇ ਨਾਲ ਪ੍ਰੈਸ਼ਰ ਮੇਨਟੇਨ ਹੋਊਗਾ, ਪ੍ਰੈਸ਼ਰ ਹਵਾ ਦਾ ਹੋਊਗਾ, ਹਵਾ ਪ੍ਰੈਸ਼ਰ ਦੇ ਨਾਲ ਪਾਣੀ ਨੂੰ ਥੱਲੇ ਨੂੰ ਧੱਕੂਗੀ, ਪਾਣੀ ਹੇਠਾਂ ਆਊਗਾ, ਬੋਤਲ ਉੱਤੇ ਜਾਊਗੀ। ਮਤਲਬ ਇੱਕ ਪਾਸੇ ਐਕਸ਼ਨ ਹੋ ਰਿਹਾ, ਇੱਕ ਪਾਸੇ ਰਿਐਕਸ਼ਨ ਹੋ ਰਿਹਾ। ਉਹ ਐਕਸ਼ਨ ਤੇ ਰਿਐਕਸ਼ਨ ਉਲਟ ਹੋ ਗਏ। ਇਸੇ ਤਰ੍ਹਾਂ ਦੇ ਨਾਲ ਇਹਦੇ ਵਿੱਚੋਂ ਜਦੋਂ ਗੈਸਾਂ ਨਿਕਲਦੀਆਂ, ਜਿਹੜੇ ਇਹਦੇ 'ਚ ਅਸੀਂ ਗੈਸ ਤੇ ਲਿਕੁਇਡ ਫਿਊਲ ਪਾਉਂਦੇ ਆ, ਉਹ ਫਿਊਲ ਥੱਲੇ ਨੂੰ ਧੱਕਦੇ ਆ, ਇਹ ਸਾਡਾ ਜਿਹੜਾ ਇਹ ਉੱਪਰ ਨੂੰ ਚਲਾ ਜਾਂਦਾ। ਤਾਂ ਇਹ ਜਿਹੜਾ ਹੈਗਾ ਤੁਹਾਨੂੰ ਅਸੀਂ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ, ਕਿਉਂਕਿ ਗੱਲਾਂ ਦੇ ਨਾਲ ਸਾਇੰਸ ਜਾਂ ਮੈਥ ਨੂੰ ਸਮਝਾਉਣਾ ਕੋਈ ਸੌਖਾ ਕੰਮ ਨਹੀਂ ਹੋਇਆ ਕਰਦਾ। ਹਾਂ ਸਮਝ ਆ ਪਤਾ ਲੱਗ ਜਾਂਦਾ, ਪਿਕਚਰ ਬਣ ਜਾਂਦੀ ਹੈ। ਇੱਕ ਪ੍ਰੈਕਟੀਕਲ ਹੋ ਜਾਏ ਹੱਥੀਂ, ਹਾਂ ਜਦੋਂ ਅਸੀਂ ਹੱਥੀਂ ਕਰਾਂਗੇ ਨਾ, ਬਿਲਕੁਲ ਸਾਡੇ ਕੋਲ ਇੱਕ ਬੋਟਲ, ਹੁਣ ਇਸ ਬੋਟਲ ਦੇ ਵਿੱਚ ਅਸੀਂ ਪਾਣੀ ਭਰਾਂਗੇ। ਠੀਕ ਹੈ। ਆ ਦੇਖੋ, ਕੋਈ ਇਹ ਮਤਲਬ ਇਸ ਨੂੰ ਜਾਦੂ ਨਾ ਸਮਝੋ, ਇਹ ਸਾਇੰਸ ਹੈ। ਤੇ ਇਹਦੇ ਵਿੱਚ ਅਸੀਂ ਪਾਣੀ ਭਰਿਆ, ਇਸ ਦਾ ਜਿਹੜਾ ਸਟੈਂਡ, ਇਹਦਾ ਲਾਂਚਿੰਗ ਪੈਡ ਬਣਾਇਆ ਅਸੀਂ। ਓਕੇ, ਮਤਲਬ ਦੇਸੀ ਜੁਗਾੜ ਅਸੀਂ ਫਿਰ ਕਰ ਲੈਂਦੇ ਆ ਨਾ ਆਪਣੇ ਹਿਸਾਬ ਦੇ ਨਾਲ। ਆ ਹੁਣ ਇਹਦੇ 'ਚ ਇੱਕ ਵਾਲ ਲਾਇਆ, ਵਾਲ ਟਿਊਬ 'ਚ ਜਿਹੜਾ ਹੁੰਦਾ ਸਾਈਕਲ ਵਾਲੇ ਉਹਦੇ 'ਚ ਹੈ ਨਾ, ਤਾਂ ਹੁਣ ਉਹ ਵਾਲ 1 ਵੇ ਦਾ ਕੰਮ ਕਰਦਾ। ਇਹਨਾਂ ਨੂੰ ਦੱਸੀਦਾ ਵੀ ਇਹਦੇ 'ਚੋਂ ਹਵਾ ਅੰਦਰ ਜਾਊਗੀ, ਬਾਹਰ ਨਹੀਂ ਨਿਕਲ ਸਕਦੀ, ਕਿਉਂਕਿ ਉਹਨੇ ਰੋਕ ਲੈਣਾ। ਹੁਣ ਵਾਲ ਖੋਲ ਕੇ ਬਕਾਇਦਾ ਉਹਨਾਂ ਨੂੰ ਦਿਖਾਈਦਾ ਵੀ ਵਾਲ ਹੁੰਦਾ ਕੀ ਹੈ, ਫਿਰ ਉਹਦੀ ਪ੍ਰੈਕਟੀਕਲੀ। ਹੁਣ ਤੁਹਾਨੂੰ ਮੈਂ ਜਿਹੜਾ ਫੰਕਸ਼ਨ ਦਿਖਾ ਰਿਹਾ, ਇਸ ਨੂੰ ਇਹਦੇ ਵਿੱਚ ਲਗਾਇਆ ਔਰ ਇਸ ਨੂੰ ਇੱਥੇ ਉਲਟਾ ਕਰਤਾ। ਇਹ ਇੱਥੋਂ ਹੁਣ ਭਾਰੀ ਹੋ ਗਈ ਹੋਈ ਬੋਤਲ ਸਾਡੀ। ਹੁਣ ਇਸ ਦੇ ਵਿੱਚ ਕੀ ਹੈ, ਹਵਾ ਭਰਾਂਗੇ ਅਸੀਂ, ਤਾਂ ਤੁਸੀਂ ਦੇਖੋਗੇ ਕਿ ਜਿਵੇਂ ਜਿਵੇਂ ਹਵਾ ਭਰਾਂਗੇ ਤਾਂ ਇਹਦੇ ਵਿੱਚ ਸ਼ੁਰੂ ਹੋ ਜੂਗੀ ਹਿਲਜੁਲ। ਉਹ ਦੇਖੋ ਹਵਾ ਜਾਣੀ ਸ਼ੁਰੂ ਹੋ ਗਈ ਹੈ। ਹੁਣ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਉਹ ਦੇਖੋ, ਹਾਂ ਉੱਪਰ ਹੀ ਲਾ ਕੇ ਕੋਠੇ ਚੜ ਗਈ। ਕੋਠੇ ਚਲੋ, ਯਾਨੀ ਕਿ ਹਜੇ ਤੁਸੀਂ ਦੇਖੋ ਵੀ ਹਜੇ ਥੋੜਾ ਜਿਹਾ ਪੰਪ ਮਾਰਿਆ ਸੀਗਾ, ਪ੍ਰੈਸ਼ਰ ਹੈ ਥੋੜਾ ਜਿਹਾ, ਫੋਰਸ ਥੋੜੀ ਲੱਗੀ ਤੇ ਰਿਐਕਸ਼ਨ ਕਿੰਨਾ ਗਿਆ। ਬਿਲਕੁਲ ਬਿਲਕੁਲ, ਇਹ ਰਿਐਕਸ਼ਨ ਐਕਸ਼ਨ ਕਿੰਨਾ ਕੀਤਾ ਤੇ ਰਿਐਕਸ਼ਨ ਕਿੰਨਾ ਗਿਆ ਸਾਡਾ, ਐਕਸ਼ਨ ਡਬਲ ਹੀ ਹੋ ਗਿਆ। ਤੋ ਇਸ ਕਰਕੇ ਇਹ ਮਤਲਬ ਬੱਚੇ ਨੂੰ ਪਤਾ ਲੱਗ ਗਿਆ ਵੀ ਹਾਂ ਵੀ ਜਿਹੜੀ ਚੀਜ਼ ਥੱਲੇ ਨੂੰ ਧੱਕੂਗੇ ਉਹ ਉੱਪਰ ਨੂੰ ਜਾਊਗੀ ਜਾਊ। ਹੁਣ ਇਸੇ ਤਰ੍ਹਾਂ ਹੀ ਅਸੀਂ ਸਪਰਿੰਗ ਵਾਲਾ ਦੇਖਦੇ ਹਾਂ। ਉਹ ਸਪਰਿੰਗ ਤੁਹਾਨੂੰ ਕਰਕੇ ਦਿਖਾਉਂਦੇ ਆ। ਆਓ ਬੇਟੇ ਉਹ ਪਕੜਾਈ ਮੈਨੂੰ, ਇੱਕ ਛੋਟਾ ਜਿਹਾ ਖਿਡੌਣਾ ਹੈ। ਮਤਲਬ ਹਰ ਚੀਜ਼ ਦੇ ਪਿੱਛੇ ਸਾਇੰਸ ਹੈ। ਜੇ ਅਸੀਂ ਕਿਸੇ ਚੀਜ਼ ਨੂੰ ਦਬਾਉਂਦੇ ਆ ਨਾ, ਹੁਣ ਇਹਦੇ 'ਚ ਕੀ ਮੈਂ ਦਬਾਇਆ, ਇੱਥੋਂ ਪੰਪ ਦਬਾਇਆ, ਮੈਂ ਦਬਾਅ ਦੇ ਨਾਲ ਹਾਂ ਫੋਰਸ ਦਿੱਤੀ, ਉਹਦੇ ਨਾਲ ਕੀ ਹੈ ਕਿ ਹਵਾ, ਆਹ ਦੇਖੋ ਹੁਣ ਇਸ ਦੇ ਵਿੱਚ ਕੀ ਹੈ ਮੇਰੇ ਕੋਲ ਕਿ ਆਹ ਸਪਰਿੰਗ ਹੈ, ਔਰ ਇਸ ਸਪਰਿੰਗ ਦੇ ਵਿੱਚ ਮੈਂ ਇਸ ਨੂੰ ਜਦੋਂ ਦਬਾ ਦੂੰਗਾ ਤਾਂ ਊਰਜਾ ਇਹਦੀ ਇਕੱਠੀ ਕਰਤੀ, ਜਿਸ ਨੂੰ ਅਸੀਂ ਸਥਿਤਿਜ ਊਰਜਾ ਕਰਦੇ ਹਾਂ, ਪੰਜਾਬੀ 'ਚ ਪੋਟੈਂਸ਼ੀਅਲ એનર્ਜੀ ਅਸੀਂ ਪੜ੍ਹਾਉਂਦੇ ਹਾਂ। ਦਾ એનર્ਜੀ ਸਟੋਰਡ, ਆਹ ਜਿਹੜੀ એનર્ਜੀ ਸਟੋਰ ਹੋ ਗਈ। ਹੁਣ ਤੁਸੀਂ ਦੇਖੋਗੇ ਕਿ ਇਹ ਜਿਹੜੀ એનર્ਜੀ ਸਟੋਰ ਹੋਈ ਹੈ, ਹੁਣ ਜਿਵੇਂ ਮੈਂ ਇਹਨੂੰ ਰਿਲੀਜ਼ ਕਰੂੰਗਾ, ਜਿੰਨੀ ਇਹਦੇ 'ਚ ਜਮ੍ਹਾਂ ਹੈ ਉਹ ਉਨੀ ਦੂਰ ਜਾਊਗਾ, ਉਸ ਤੋਂ ਵੱਧ ਦੂਰ ਨਹੀਂ ਜਾ ਸਕਦਾ। ਜਿੰਨੀ ਇਹਦੇ 'ਚ ਜਮ੍ਹਾਂ ਹੈਗੀ ਹੈ ਉਨੀ ਦੂਰ ਜਾਊਗਾ। ਦੇਖੋ ਮੈਂ ਛੱਡਣ ਲੱਗਿਆ ਹੁਣ ਇਹਨੂੰ, ਆਹ ਦੇਖੋ ਹੁਣ ਇਸ ਤੋਂ ਦੂਰ ਕਿਉਂ ਨਹੀਂ ਗਿਆ, ਕਿਉਂਕਿ ਇਹਦੇ 'ਚ ਜਮ੍ਹਾਂ ਹੀ ਇੰਨੀ ਕੀਤੀ ਸੀ। ਜੇ ਮੈਂ ਹੁਣ ਇਸ ਦੇ ਵਿੱਚ ਘੱਟ ਜਮ੍ਹਾਂ ਕਰਾਂ ਤਾਂ ਘੱਟ ਦੂਰ ਜਾਊਗਾ। ਆਹ ਦੇਖੋ ਹੁਣ ਜੇ ਅਸੀਂ ਇਸ ਦੇ ਵਿੱਚ ਇਹਨੂੰ ਘੱਟ ਕਰੀਏ, ਆਹ ਦੇਖੋ, ਕਿਉਂਕਿ ਮੈਂ ਹੱਥ ਦੇ ਨਾਲ ਇਹਨੂੰ ਘੱਟ ਦੱਬਿਆ ਤਾਂ ਘੱਟ ਦੂਰ, ਜ਼ਿਆਦਾ ਦੱਬਿਆ ਤਾਂ ਜ਼ਿਆਦਾ ਦੂਰ ਜਾਊਗੀ। ਜਿੰਨੀ ਫੋਰਸ ਦਵਾਂਗੇ ਯਾਨੀ ਕਿ ਉਨੀ ਕੀ ਫੋਰਸ ਬਾਅਦ ਜਿਹੜਾ। ਤਾਂ ਮੈਂ ਨਾਲ ਦੀ ਨਾਲ ਇਹ ਵੀ ਸੁਨੇਹਾ ਦੇ ਦਾਂ ਵੀ ਕਦੇ ਵੀ ਕਿਸੇ ਨੂੰ ਐਵੇਂ ਹੀ ਨਾ ਦਬਾਉਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਦਬਾਉਣ ਦੇ ਨਾਲ ਕੀ ਹੁੰਦਾ ਕਿ ਉਹ ਊਰਜਾ ਉਹਦੇ 'ਚ ਸਟੋਰ ਹੋ ਜਾਂਦੀ, ਤੇ ਉਹ ਫਿਰ ਜਦੋਂ ਬਾਹਰ ਨਿਕਲਦੀ ਹੈ ਨਾ ਫਿਰ ਬੰਦਾ ਦੱਸਦਾ ਕਮਾਲ ਹੈ। ਇਸ ਕਰਕੇ ਇਹਦੇ ਜਿਵੇਂ ਇੱਕ ਹੋਰ ਸਕੈਲਟਨ, ਜਿਵੇਂ ਉਹ ਇੱਟਾਂ ਵਾਲੀ ਵੀ ਸੀਗੇ, ਜਿਵੇਂ ਆਪਾਂ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ ਵੀ ਭਾਈ ਜਿਹੜੇ ਮਿਸਤਰੀ ਹੁੰਦੇ ਨੇ ਉਹ ਤਾਂ ਦੀਵਾਰ ਦੇਖ ਕੇ ਕਹਿ ਦੇਣਗੇ ਵੀ ਭਾਈ ਇੰਨੀ ਇੱਟ ਤੁਹਾਨੂੰ ਚਾਹੀਦੀ ਹੈ। ਹਾਂ, ਫਿਰ ਬੰਦਾ ਕਹਿੰਦਾ ਵੀ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਵੀ ਇੰਨੀ ਇੱਟ ਲੱਗਣੀ ਆ, ਵੀ ਜੇ ਮਿਸਤਰੀ ਨੂੰ ਕਿਵੇਂ ਪਤਾ ਲੱਗ ਜਾਂਦਾ। ਕੁਝ ਮੇਰੇ ਵਿਦਿਆਰਥੀਆਂ ਦੇ ਸਵਾਲ ਹੁੰਦੇ ਆ ਜੀ, ਇਹ ਜਿਹੜੇ ਇਹ ਚੀਜ਼ਾਂ ਕਿਹੜੀਆਂ ਕੰਮ ਆਣੀਆਂ ਜੀ, ਹੈ ਨਾ, ਤੁਸੀਂ ਪੜ੍ਹਾਈ ਜਾਂਦੇ ਹੋ ਸਾਨੂੰ ਇਹ ਗਿਣਤੀਆਂ ਮਿਣਤੀਆਂ ਕਿੱਥੇ ਕੰਮ ਆਉਣਗੀਆਂ, ਪਰ ਇਹ ਚੀਜ਼ਾਂ ਸਾਰੀਆਂ ਕੰਮ ਆਉਂਦੀਆਂ। ਹੁਣ ਇੱਕ ਇੱਟ ਹੱਥ 'ਚ ਲੈ ਕੇ ਜਦੋਂ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਈ ਵੀ ਲੈ ਵੀ ਆਹ ਤੂੰ ਤੇਰੇ ਕੋਲ ਕੋਈ ਤੋਲਣ ਵਾਲੀ ਚੀਜ਼ ਨਹੀਂ ਹੈ, ਦੱਸ ਇਹਦਾ ਭਾਰ ਕਿੰਨਾ। ਜੇ ਉਹਨੂੰ ਪਤਾ ਲੱਗ ਗਿਆ ਵੀ ਇੰਨੀ ਕੁ ਚੀਜ਼ ਹੈ ਜਿਹੜੀ ਆ 3 ਕਿਲੋ ਦੀ ਹੈ, ਤਾਂ 3 ਕਿਲੋ ਉਹਨੂੰ ਪਤਾ ਲੱਗਿਆ ਵੀ 3 ਕਿਲੋ ਕਿੰਨਾ ਹੁੰਦਾ। ਹੁਣ ਉਹਨੂੰ ਗਿਆਨ ਕਰਾਈਦਾ 1 ਕਿਲੋ ਕੀ ਹੈ।
1 ਕਿਲੋ 'ਚ ਗ੍ਰਾਮ ਕਿੰਨੇ ਹੁੰਦੇ ਆ, ਫਿਰ ਉਹ ਗ੍ਰਾਮਾਂ ਨੂੰ ਅੱਗੇ ਉਹਨੂੰ ਦੱਸੀਦਾ ਵੀ ਇਹ ਕਿੰਨਾ ਕੁ ਛੋਟਾ ਹੁੰਦਾ ਹੈ। 1000ਵਾਂ ਹਿੱਸਾ ਕਿਲੋਗ੍ਰਾਮ ਦਾ 1000ਵਾਂ ਹਿੱਸਾ 1 ਗ੍ਰਾਮ ਹੈ। ਫਿਰ ਜਦੋਂ ਸੋਨੇ ਤੇ ਗੱਲ ਲੈ ਜੰਨੇ ਆ ਫਿਰ ਤਾਂ ਉੱਥੇ ਤਾਂ ਮਿਲੀਗ੍ਰਾਮਾਂ 'ਚ ਆ ਜਾਂਦੇ ਆ। ਮਤਲਬ ਇਹ ਸਾਰੇ ਪੜ੍ਹਾਈ ਦੇ ਹਿੱਸੇ ਆ ਔਰ ਸਾਰੀਆਂ ਕੰਮ ਆਉਣ ਵਾਲੀਆਂ ਚੀਜ਼ਾਂ ਹੈ। ਕਿਵੇਂ ਇੱਟ ਬਣੂਗੀ, ਕੀ ਉਹਦਾ ਸਾਈਜ਼ ਹੋਊਗਾ, ਕਿੰਨੀ ਉਹਦੀ ਲੰਬਾਈ ਹੋਊ, ਕਿੰਨੀ ਚੌੜਾਈ ਹੋਊ, ਕਿੰਨੀ ਉਚਾਈ ਹੋਊਗੀ, ਕਿੰਨੀ ਉਹ ਜਗ੍ਹਾ ਘੇਰੂਗੀ, ਕੰਧ ਦੇ ਵਿੱਚ ਕਿੰਨੀਆਂ ਇੱਟਾਂ ਲੱਗਣਗੀਆਂ, ਉਹ ਫਾਰਮੂਲੇ ਨਾਲ ਦੱਸਿਆ ਜਾਊਗਾ ਵੀ ਕੁੱਲ ਕੰਧ ਦਾ ਜਿਹੜਾ ਏਰੀਆ ਇੰਨਾ ਹੈ, ਇੱਟਾਂ ਦਾ ਇੰਨਾ ਹੈ, ਉਹਨੂੰ ਉਹਦੇ ਨਾਲ ਡਿਵਾਈਡ ਕਰ ਦਾਂਗੇ ਤਾਂ ਸਾਡੇ ਕੋਲ ਉਹਦੀ ਗੱਲ ਨਿਕਲ ਆਊਗੀ। ਮਤਲਬ ਹਰ ਚੀਜ਼, ਕੋਈ ਵੀ ਚੀਜ਼ ਅਸੀਂ ਜਿਹੜੀ ਚੱਕ ਲੈਂਦੇ ਆ ਜ਼ਿੰਦਗੀ ਦੇ ਵਿੱਚ, ਤਾਂ ਇੱਥੇ ਮੈਂ ਇੱਕ ਗੱਲ ਨੋਟ ਕਰਕੇ ਕਹਿਣਾ ਚਾਹੁੰਦਾ ਕਿ ਇਹ ਟੀਚ ਦੇ ਨਾਲ ਕੀ ਹੈ, ਸਾਡੇ ਕੋਲ ਲਰਨ ਹੈ। ਟੀਚ ਦਾ ਇਮੇਜ ਲਿਆ, ਮਤਲਬ ਮਿਰਰ ਇਮੇਜ ਬਣਾਇਆ। ਲਰਨ ਦਾ ਮਤਲਬ ਕੀ ਹੈ ਕਿ ਸਿੱਖਣਾ, ਪਹਿਲਾਂ ਸਿੱਖਣਾ ਫਿਰ ਸਿਖਾਉਣਾ। ਕੀ ਬਾਤ। ਜਿੱਥੇ ਵੀ ਤੁਸੀਂ ਦੇਖੋਗੇ ਨਾ ਇਹ ਲਿਖਿਆ ਹੋਊਗਾ ਸਿੱਖੋ ਅਤੇ ਸਿਖਾਓ, ਕਿਤੇ ਇਹ ਨਹੀਂ ਲਿਖਿਆ ਸਿਖਾਓ ਤੇ ਸਿੱਖੋ ਨਾ, ਸਿੱਖੋ ਅਤੇ ਸਿਖਾਓ। ਇਹ ਬੇਸ ਹੈ ਸਾਡਾ। ਬੇਸ ਕੀ ਹੈ? ਸਿੱਖਣਾ। ਇਸ ਲਈ ਮੈਂ ਤੁਹਾਨੂੰ ਕਹਿੰਦਾ 31 ਸਾਲ ਹੋ ਗਏ ਮੈਨੂੰ ਹਲੇ ਪੜ੍ਹਾਉਣਾ ਨਹੀਂ ਆਇਆ ਹੈ। ਕਿਉਂ? ਕਿਉਂਕਿ ਮੈਂ ਸਿੱਖਦਾ, ਮੈਂ ਸਿੱਖਿਆਰਥੀ ਹਾਂ, ਮੈਂ ਸਿੱਖ ਰਿਹਾ ਹਾਲੇ, ਇਸੇ ਲਈ। ਪਰ ਤੁਹਾਡਾ ਤਰੀਕਾ ਬੜਾ ਬਾ ਕਮਾਲ ਹੈ ਵੀ ਮੈਨੂੰ ਲੱਗਦਾ ਕੋਈ ਟੀਚਰ ਹੀ ਹੁੰਦੇ ਨੇ ਐਸੇ। ਟੀਚਰ ਜਿਹੜੇ ਆ ਨਾ ਜੀ, ਇਹ ਸਾਡੇ ਮਤਲਬ ਮਾਤਾ ਪਿਤਾ, ਮੇਰੇ ਅਧਿਆਪਕ ਜਿਹੜੇ ਰਹੇ, ਉਹਨਾਂ ਨੇ ਸਾਨੂੰ ਇਹ ਸਾਡੇ 'ਚ ਗੁਣ ਭਰੇ, ਤਾਂ ਅੱਜ ਉਹਨਾਂ ਦੀ ਬਦੌਲਤ ਅਸੀਂ ਇੱਥੇ ਖੜੇ ਹਾਂ। ਨਹੀਂ ਸਾਨੂੰ ਕਿਹਨੇ ਪੁੱਛਣਾ ਸੀ। ਸਾਡੇ ਗਾਈਡ ਨੇ, ਜਦੋਂ ਮੇਰੇ ਗਾਈਡ ਨੇ ਕਿਹਾ ਕਿ ਭਾਈ ਤੂੰ ਇਹ ਪੜ੍ਹਾਈ ਦਾ ਕੰਮ ਸ਼ੁਰੂ ਕਰ, ਪੜ੍ਹਿਆ ਕਰ, ਵੀ ਹੋਰ ਕੰਮਾਂ ਕਾਰਾਂ ਨੂੰ ਨਾ ਬਹੁਤੀ ਤਰਜੀਹ, ਤਾਂ ਫਿਰ ਇਹ ਚੀਜ਼ਾਂ ਜਿਹੜੀਆਂ ਬਣ ਜਾਂਦੀਆਂ। ਤੋ ਇਸ ਕਰਕੇ ਅਸੀਂ ਇਹ ਗੱਲ ਨੋਟ ਕਰ ਲਈ। ਆਪਾਂ ਹੋਰ ਵੀ ਗੱਲ ਕਰਾਂਗੇ, ਮੇਰੇ ਨਾਲ ਪ੍ਰਿੰਸੀਪਲ ਮੈਡਮ ਵੀ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਉਂਕਿ ਜਿਹੜੇ ਇਸ ਸਕੂਲ ਦੇ, ਕਿਉਂਕਿ ਜਿਹੜੇ ਸਕੂਲ ਦੇ ਵਿੱਚ ਅਸੀਂ ਖੜੇ ਹਾਂ, ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਦਾ ਇਕਲੌਤਾ ਮੈਂ ਕਹਿ ਸਕਦਾ ਐਸਾ ਸਮਾਰਟ ਸਕੂਲ ਹੈ ਕਿ ਜਿੱਥੇ ਜਦ ਮੈਂ ਵਿਜ਼ਿਟ ਕੀਤਾ, ਪਹਿਲੀ ਗੱਲ ਤਾਂ ਸਫਾਈ ਬੜੀ ਸੀਗੀ ਇਸ ਸਕੂਲ ਦੇ ਵਿੱਚ। ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਗਏ ਹਾਂ ਅਸੀਂ, ਇਨਫਰਾਸਟ੍ਰਕਚਰ ਬਹੁਤ ਦੇਖਿਆ ਆ, ਪਰ ਇੱਥੋਂ ਦੇ ਸਮਾਰਟ ਸਕੂਲ ਦੇ ਵਿੱਚ 12ਵੀਂ ਤੱਕ ਦੀ ਜਮਾਤਾਂ ਇੱਥੇ ਤੱਕ ਪੜ੍ਹ ਸਕਦੇ ਨੇ, ਸਟੂਡੈਂਟਸ ਪੜ੍ਹਦੇ ਨੇ, ਆਲੇ ਦੁਆਲੇ ਬੱਚੇ ਖੜੇ ਵੀ ਨੇ। ਵੈਸੇ ਹੁਣ ਛੁੱਟੀ ਹੋ ਚੁੱਕੀ, ਪੇਪਰ ਚੱਲ ਰਹੇ ਨੇ, ਪਰ ਇੱਥੋਂ ਦਾ ਇਨਫਰਾਸਟ੍ਰਕਚਰ ਬੜਾ ਕਮਾਲ ਸੀ। ਮੇਰਾ ਨਾਮ ਪ੍ਰਿੰਸੀਪਲ ਮੈਮ ਨੇ। ਮੈਮ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਜੀ ਬਿਲਕੁਲ ਠੀਕ। ਮੈਮ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਹੋ ਕਿ ਸਰ ਤੁਹਾਡੇ ਕੋਲੇ ਆਉਂਦੇ ਨੇ ਤੇ ਇੰਨੀ ਕੁ ਚੀਜ਼ ਤੁਸੀਂ ਬਣਾਤੀ ਕਿ ਇਸ ਸਕੂਲ ਦਾ ਨਾਂ ਤਾਂ ਹੁਣ ਮੈਨੂੰ ਲੱਗਦਾ ਸੋਸ਼ਲ ਮੀਡੀਆ ਤੇ ਛਾਇਆ ਹੋਇਆ। ਮਾਣ ਹੁੰਦਾ ਇਸ ਗੱਲ ਤੇ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਆਈ ਐਮ ਪ੍ਰਾਊਡ ਆਫ ਟੂ ਬੀ ਅ ਪਾਰਟ ਆਫ ਦਿਸ ਇੰਸਟੀਚਿਊਟ। ਔਰ ਇਹ ਹੋਰ ਵੀ ਜ਼ਿਆਦਾ ਪ੍ਰਾਊਡ ਵਾਲੀ ਗੱਲ ਹੈ ਕਿ ਜਸਵਿੰਦਰ ਸਰ ਇਸ ਇੰਸਟੀਚਿਊਟ ਦਾ ਹਿੱਸਾ ਨੇ, ਕਿਉਂਕਿ ਇਹਨਾਂ ਨੂੰ ਪਰਮਾਤਮਾ ਨੇ ਜੋ ਸੋਝੀ ਬਖਸ਼ੀ ਹੋਈ ਹੈ, ਜੋ ਟੈਲੈਂਟ ਹੈ, ਉਹ ਅਸੀਂ ਉਸ ਚੀਜ਼ ਦਾ ਪੂਰਾ ਆਪਣੇ ਸਕੂਲ 'ਚ ਭਰਪੂਰ ਫਾਇਦਾ ਉਠਾ ਰਹੇ ਹਾਂ। ਕਿਉਂਕਿ ਮੈਨੂੰ ਜਿੱਥੇ ਵੀ ਲੱਗਦਾ ਹੈ ਵੀ ਹਾਂ ਸਰ ਦਾ ਕੁਝ ਨਵੀਂ ਚੀਜ਼ ਕਰ ਸਕਦੇ ਨੇ, ਮੈਂ ਇਹਨਾਂ ਨੂੰ ਹਰੀ ਝੰਡੀ ਦੇ ਦੇਣੀ ਹੈ, ਸਰ ਗੋ ਹੈਡ, ਤਾਂ ਕਿ ਆਪਣਾ ਸਕੂਲ ਦਾ ਹੋਰ ਜ਼ਿਆਦਾ ਹੋਵੇ। ਇਹ ਸਿਰਫ ਦਿਖਾਵੇ ਲਈ ਨਹੀਂ ਹੈ ਜਾਂ ਸੋਸ਼ਲ ਨੈਟਵਰਕਿੰਗ ਲਈ ਨਹੀਂ ਹੈ, ਬੱਚੇ ਇਸ ਚੀਜ਼ ਤੋਂ ਬਹੁਤ ਇਨਫਲੂਐਂਸ ਹੁੰਦੇ ਆ। ਅੱਜ ਸਵੇਰੇ ਵੀ ਸਰ ਮੈਨੂੰ ਦੱਸ ਰਹੇ ਸੀਗੇ, 2 ਜਣੇ ਆਏ ਜਿਨ੍ਹਾਂ ਦਾ ਸਕੂਲ ਨਾਲ ਕੁਝ ਲੈਣਾ ਦੇਣਾ ਨਹੀਂ ਸੀ, ਲਹਿਰਾ ਗਾਗਾ, ਲੌਂਗ ਵੇ ਡਿਸਟੈਂਸ, ਮੇਰੇ ਖਿਆਲ 150 ਕਿਲੋਮੀਟਰ ਹੋਣਾ ਹੈ, ਉਹ ਇੱਧਰ ਆਏ ਤਾਂ ਸਪੈਸ਼ਲੀ ਸਰ ਨੂੰ ਮਿਲ ਕੇ ਗਏ ਕਿਉਂਕਿ ਉਹਨਾਂ ਨੇ ਸਾਡੀ ਵੀਡੀਓ ਦੇਖੀ ਸੀ। ਅਦਰਵਾਈਜ਼ ਉਹਨਾਂ ਦਾ ਇਹਨਾਂ ਕੁਝ ਲੈਣਾ ਦੇਣਾ ਨਹੀਂ ਸੀਗਾ, ਠੀਕ ਹੈ ਨਾ। ਔਰ ਬੱਚੇ ਦੇਖੋ, ਤੁਸੀਂ ਦੇਖੋ ਪਿੱਛੇ ਸਰ ਯੈਸ ਕਹਿੰਦੇ ਨੇ ਤਾਂ ਯੈਸ, ਕਿਉਂਕਿ ਇਹ ਇੰਨਾ ਕੁਝ ਇਹਨਾਂ ਨੂੰ ਸਿਖਾ ਰਹੇ ਨੇ, ਇੰਨਾ ਕੁਝ ਇਹਨਾਂ ਨੂੰ ਨੌਲੇਜ ਦੇ ਰਹੇ ਨੇ, ਉਹ ਜਿਹੜੀ ਨੌਲੇਜ ਸ਼ਾਇਦ ਹੀ ਕਿਸੇ ਟੀਚਰ ਨੇ ਕਿਸੇ ਬੱਚੇ ਨੂੰ ਦਿੱਤੀ ਹੋਵੇ, ਤਾਂ ਫਿਰ ਇਹ ਭਗਤ ਬਣ ਜਾਂਦੇ ਨੇ ਸਰ ਦੇ। ਇੱਕ ਚੀਜ਼ ਕੋਈ ਤੁਹਾਨੂੰ ਲੱਗਦਾ ਵੀ ਜਸਵਿੰਦਰ ਸਰ ਦੇ ਵਿੱਚ ਬਾਕੀ ਟੀਚਰਸ ਤੋਂ ਅਲੱਗ ਹੈ, ਉਹ ਕੀ ਹੈ? ਬਹੁਤ ਸਾਰੀਆਂ ਨੇ। ਨਹੀਂ ਸੀਰੀਅਸਲੀ, ਇਹ ਨਹੀਂ ਕਿ ਵੀ ਮੈਂ ਮੀਡੀਆ ਤੇ ਬੋਲ ਰਹੀ ਹਾਂ ਜਾਂ ਕੁਝ, ਜੈਨੂਇਨਲੀ, ਠੀਕ ਹੈ। ਮੈਂ ਵੀ ਇੱਕ ਸਾਇੰਸ ਲੈਕਚਰਰ ਰਹੀ ਹਾਂ, ਠੀਕ ਹੈ। ਮੈਂ ਵੀ ਆਪਣੇ ਵੱਲੋਂ ਆਪਣੇ ਪ੍ਰੋਫੈਸ਼ਨ ਨੂੰ ਪੂਰਾ ਇਮਾਨਦਾਰੀ ਨਾਲ ਨਿਭਾਇਆ ਹੈ, ਪਰ ਇੱਕ ਰੱਬ ਨੇ ਜੋ ਸਰ ਨੂੰ ਦਿੱਤੀ ਹੋਈ ਹੈ, ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਆਪਣੇ ਥੋੜਾ ਜਿਹਾ ਵੀ ਕੁਝ ਰੈਕੋਗਨੀਸ਼ਨ ਮਿਲੇ ਨਾ ਤੇ ਆਪਾਂ ਬੜੇ ਪ੍ਰਾਊਡ ਫੀਲ ਕਰਦੇ ਹਾਂ। ਹੀ ਇਜ਼ ਵੈਰੀ ਹੰਬਲ, ਹੀ ਇਜ਼ ਵੈਰੀ ਹੈਲਪਫੁਲ। ਕੋਈ ਤੁਸੀਂ ਇਹਨਾਂ ਦੇ ਮੱਥੇ ਤੇ ਕਦੀ ਸ਼ਿਕਨ ਨਹੀਂ ਦੇਖੋ, ਗੁੱਸਾ ਨਹੀਂ ਹੈ। ਜੇ ਮੈਂ ਖੜੀ ਹਾਂ ਸਰ ਆਪਾਂ ਇਹ ਕੰਮ ਕਰਨਾ ਹੈ, ਲਓ ਜੀ। ਜੇ ਕੋਈ ਕਲਾਸ 4 ਵੀ ਆ ਗਿਆ ਵੀ ਸਰ ਸਾਨੂੰ ਇਹ ਤੁਹਾਡੀ ਹੈਲਪ ਦੀ ਲੋੜ ਹੈ, ਹੀ ਇਜ਼ ਆਲਵੇਜ਼ ਰੈਡੀ। ਔਰ ਕਦੀ ਇਹਨਾਂ ਨੇ ਕਦੀ ਉਸ ਚੀਜ਼ ਦਾ ਪ੍ਰਾਊਡ ਨਹੀਂ ਫੀਲ ਕੀਤਾ। ਅਸੀਂ ਆਪਣੇ ਸਕੂਲ ਦੇ ਕਈ ਮੁਸ਼ਕਿਲ ਗੱਲਾਂ ਜਿਹੜੀਆਂ ਸਾਨੂੰ ਹੈਲਪ ਨਹੀਂ ਸਮਝ ਆਉਂਦਾ, ਸਰ ਕਿਸੇ ਨਾ ਕਿਸੇ ਤਰ੍ਹਾਂ ਉਸ ਚੀਜ਼ ਨੂੰ, ਚਾਹੇ ਇਹਨਾਂ ਦੀ ਕਹਿ ਦੋ ਕਿ ਰੈਪੂਟੇਸ਼ਨ ਇੰਨੀ ਜ਼ਿਆਦਾ ਬਣੀ ਹੋਈ ਹੈ, ਪਪੂਲਰ ਇੰਨੇ ਨੇ, ਕੋਈ ਇਹਨਾਂ ਨੂੰ ਕਿਸੇ ਚੀਜ਼ ਨੂੰ ਨਾ ਹੀ ਨਹੀਂ ਕਰਦਾ। ਅੱਛਾ, ਇੱਕ ਚੀਜ਼ ਸਵਾਲ ਆਖਰੀ ਤੁਹਾਨੂੰ ਜ਼ਰੂਰ ਪੁੱਛੂੰਗਾ ਵੀ ਜਦੋਂ ਦਾ ਇਹ ਟੈਕਨੋਲੋਜੀ ਪਾਰਕ ਬਣਿਆ ਆ ਤੇ ਜਦੋਂ ਦੇ ਸਰ ਇਸ ਚੀਜ਼ ਫੀਲਡ ਦੇ ਵਿੱਚ ਆਏ ਨੇ, ਪ੍ਰੈਕਟੀਕਲ ਕਰਕੇ ਬੱਚਿਆਂ ਨੂੰ ਸਿਖਾਉਂਦੇ ਨੇ, ਰਿਜ਼ਲਟਸ ਦੇ ਵਿੱਚ ਫਰਕ ਪਿਆ ਆ ਵੀ ਪਹਿਲਾਂ ਤੇ ਹੁਣ ਦੇ ਵਿੱਚ? ਬਿਲਕੁਲ ਪਿਆ, ਕਿਉਂਕਿ ਇੱਥੇ ਬੱਚਿਆਂ ਨੂੰ ਜਿਵੇਂ ਸਰ ਫਿਜ਼ਿਕਸ ਪੜ੍ਹਾਉਂਦੇ ਸੀ ਤੇ ਫਿਜ਼ਿਕਸ ਹਮੇਸ਼ਾ ਇੱਕ ਟਫ ਸਬਜੈਕਟ ਲੱਗਦਾ ਸੀ, ਬਹੁਤ ਟਫ ਹੁੰਦਾ, ਤੇ ਘੰਟਾ ਪੀਰੀਅਡ ਪੜ੍ਹ ਲੈਣ ਬੱਚੇ ਫਿਜ਼ਿਕਸ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਹੁਣ ਸਾਡੀ ਜਾਨ ਛੱਡ ਦਿਓ। ਇਹ ਸਾਰਿਆਂ ਨੂੰ 2-2 3-3 ਘੰਟੇ ਵੀ ਪੜ੍ਹਾਉਂਦੇ ਰਹਿਣ, ਬੱਚੇ ਕਦੀ ਆਬਜੈਕਟ ਨਹੀਂ ਕਰਦੇ, ਸਪੈਸ਼ਲੀ ਗਰਲਸ।
ਗਰਲਸ ਦੀ ਥੋੜੀ ਜਿਹੀ ਕਿਤੇ ਵੀਕਨੈਸ ਹੁੰਦੀ ਹੈ ਵੀ ਫਿਜ਼ਿਕਸ ਥੋੜਾ ਜਿਹਾ ਘੱਟ ਸਮਝ ਆਉਂਦੀ ਹੈ, ਪਰ ਹੁਣ ਤੁਸੀਂ ਦੇਖ ਲਓ ਗਰਲਸ ਹੀ ਗਰਲਸ ਸਾਇੰਸ ਲੈ ਰਹੀਆਂ ਨੇ ਔਰ ਬੜੇ ਇੰਟਰਸਟ ਨਾਲ ਤੇ ਲੈਬ ਦੇ ਵਿੱਚ ਬਿਲਕੁਲ ਕੰਮ ਕਰਦੀਆਂ ਨੇ। ਇਹ ਵੀ ਸਰਦੀਆਂ ਉਸ ਤਰ੍ਹਾਂ ਹੀ, ਇਹਨਾਂ ਨੂੰ ਕੁਝ ਟਾਈਮ ਦਾ ਪਤਾ ਨਹੀਂ ਹੁੰਦਾ ਔਰ ਪੇਰੈਂਟਸ ਸਰ ਤੇ ਇੰਨਾ ਫੇਥ ਕਰਦੇ ਆ, ਉਹਨਾਂ ਨੂੰ ਪਤਾ ਵੀ ਜੇ ਬੱਚੀਆਂ ਸਰ ਦੇ ਕੋਲ ਬੈਠੀਆਂ ਕੰਮ ਕਰ ਰਹੀਆਂ ਤਾਂ ਚਾਹੇ 2 ਵਜੇ ਤੱਕ 2:30 ਵਜੇ ਤੱਕ ਜਿੰਨੇ ਵਜੇ ਮਰਜ਼ੀ ਬੈਠੀਆਂ ਰਹਿਣ, ਸਾਨੂੰ ਕੋਈ ਇਤਰਾਜ਼ ਨਹੀਂ ਹੈ। ਕਮਾਲ ਹੈ। ਹਾਂਜੀ, ਪਰ ਇੱਕ ਚੀਜ਼ ਤਾਂ ਹੈ ਵੀ ਕਿਤੇ ਨਾ ਕਿਤੇ ਕਹਿੰਦੇ ਵੀ ਜੇ ਪ੍ਰੈਕਟੀਕਲ ਨੌਲੇਜ ਬੱਚੇ ਨੂੰ ਦਿੱਤੀ ਜਾਵੇ ਤਾਂ ਜਲਦੀ ਜ਼ਿਆਦਾ ਉਸ ਚੀਜ਼ ਨੂੰ ਅਟਰੈਕਟ ਹੁੰਦਾ ਉਸ ਚੀਜ਼ ਵੱਲ। ਕਿਤਾਬੀ ਕਿਹੜੇ ਨਾਲੋਂ ਪ੍ਰੈਕਟੀਕਲ ਨੌਲੇਜ ਬਹੁਤ ਜ਼ਰੂਰੀ ਹੈ। ਤੁਸੀਂ ਮਾਣ ਕਰਦੇ ਹੋ ਇਸ ਚੀਜ਼। ਹਾਂਜੀ ਬਿਲਕੁਲ, ਕਿਉਂਕਿ ਇਹ ਪਿੰਡਾਂ ਦੇ ਬੱਚੇ ਨੇ, ਇਹਨਾਂ ਦਾ ਠੀਕ ਹੈ ਐਕਸਪੋਜ਼ਰ ਹੈ ਕਿਉਂਕਿ ਪਿੰਡ ਵੀ ਅੱਜਕੱਲ ਸ਼ਹਿਰਾਂ ਦੇ ਨਾਲ ਹੀ ਜੁੜੇ ਹੋਏ ਨੇ, ਲੇਕਿਨ ਇਹਨਾਂ ਨੂੰ ਉਨੀਆਂ ਫੈਸਿਲਿਟੀਜ਼ ਕਿਉਂਕਿ ਇਹਨਾਂ ਦੇ ਪੇਰੈਂਟਸ ਇੰਨੇ ਨਹੀਂ ਪ੍ਰੋਵਾਈਡ ਕਰ ਪਾਸਦੇ ਫਾਈਨੈਂਸ਼ਲੀ ਜਿਵੇਂ ਕਹਿ ਲਓ, ਪਰ ਸਰ ਨੇ ਇਹਨਾਂ ਨੂੰ ਇੱਥੇ ਇੰਨਾ ਕੁਝ ਪ੍ਰੋਵਾਈਡ ਕਰਤਾ, ਇਹਨਾਂ ਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਹੈ ਵੀ ਜਾ ਕੇ ਬਾਹਰ ਜਾ ਕੇ ਮੈਂ ਦੇਖਾਂ, ਅਸੀਂ ਦੇਖੀਏ ਕੀ ਮਿਲ ਰਿਹਾ ਹੈ। ਤੇ ਇੱਥੇ ਹੀ ਸਾਰਾ ਕੁਝ ਹੁਣ ਇਹਨਾਂ ਨੂੰ ਇਹ ਸਾਡੇ ਸ਼ਹਿਰ ਦੇ ਬੱਚਿਆਂ ਨਾਲ ਪੂਰਾ ਕੰਪੀਟ ਕਰ ਸਕਦੇ ਆ ਫਿਜ਼ਿਕਸ ਦੀ ਨੌਲੇਜ ਵਿੱਚ, ਇਹਦੇ 'ਚ ਕੋਈ ਡਾਊਟ ਨਹੀਂ ਹੈ। ਬਹੁਤ ਬਹੁਤ ਧੰਨਵਾਦ ਮੈਮ ਤੁਹਾਡਾ। ਤਾਂ ਤੁਸੀਂ ਦੇਖਿਆ ਕਿ ਸਰ ਜਿਵੇਂ ਕਿ ਇੱਕ ਚੀਜ਼ ਤਾਂ ਤੁਹਾਡੇ ਪਾਸ ਜਿਹੜੀ ਹਰ ਇੱਕ ਬੰਦਾ ਮੈਂ ਦੇਖਿਆ ਵੀ ਇੱਕ ਆਲਵੇਜ਼ ਹੈਵਿੰਗ ਅ ਸਮਾਈਲਿੰਗ ਫੇਸ, ਵੀ ਤੁਸੀਂ ਹਮੇਸ਼ਾ ਵੀ ਕਦੇ ਮੱਥੇ ਤੇ ਤਿਉੜੀਆਂ ਨਹੀਂ ਦੇਖੀਆਂ, ਵੀ ਬਸ ਇੱਕ ਹਾਸਾ ਮੂੰਹ ਤੇ ਮੁਸਕਰਾਹਟ ਤੇ ਬਸ ਇੱਕ ਸਿਖਾਉਣ ਦੀ ਅਗਲੇ ਨੂੰ ਚਾਹ ਹੁੰਦੀ ਹੈ ਵੀ ਕੋਈ ਗੱਲ ਨਹੀਂ ਤੂੰ ਸਿੱਖਣਾ ਚਾਹੁੰਦਾ ਤਾਂ ਮੇਰੇ ਕੋਲੇ ਆ ਜਾ। ਕਿਉਂਕਿ ਮੈਂ ਦਰਸ਼ਕਾਂ ਨੂੰ ਵੀ ਦੱਸਦਾ, ਜਦ ਮੇਰੇ ਨਾਲ ਬੱਚੇ ਖੜੇ ਸੀ ਯਾਰ, ਅਸੀਂ ਆਫ ਦਾ ਰੈਕਡ ਸਾਰੀ ਚੀਜ਼ਾਂ ਖੁਦ ਜਿਹੜੀਆਂ ਸੀਗੀਆਂ ਦੇਖ ਰਹੇ ਸੀਗੇ, ਆਪ ਨੌਲੇਜ ਲੈ ਰਹੇ ਸੀ ਇਸ ਚੀਜ਼ ਦੀ, ਤਾਂ ਸਾਡਾ ਵੀ ਮਨ ਕਰਦਾ ਸੀ ਵੀ ਸਰ ਕੋਈ ਵੀ ਆਉਂਦਾ ਸੀਗਾ ਤਾਂ ਭਾਜੀ ਹਰ ਇੱਕ ਨੂੰ ਕਹਿੰਦੇ ਸੀਗੇ ਮੋਸਟ ਵੈਲਕਮ, ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਸੀਗੇ ਤੇ ਆ ਕੇ ਬਸ ਉਹਨਾਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦੇ ਸੀ। ਆਪਾਂ ਅੱਗੇ ਹੋਰ ਚੀਜ਼ਾਂ ਦਿਖਾਉਂਦੇ ਹਾਂ, ਕਿਉਂਕਿ ਗੁਰਪ੍ਰੀਤ ਜੀ ਮੇਰਾ ਇਹ ਮੰਨਣਾ ਹੈ ਵੀ ਸਾਇੰਸ ਪੜ੍ਹਾਉਂਦੇ ਆ ਨਾ ਅਸੀਂ, ਤਾਂ ਸਾਇੰਸ ਦੇ ਨਿਯਮ ਲਾਗੂ ਹੁੰਦੇ ਆ, ਸਾਰੀ ਕੁਦਰਤ ਲਈ ਲਾਗੂ ਹੁੰਦੇ ਆ। ਸਾਇੰਸ ਦਾ ਇੱਕ ਨਿਯਮ ਹੈ ਵੀ ਜੇ ਕਿਸੇ ਕੋਈ ਚੀਜ਼ ਜਾਊਗੀ ਨਾ ਕਿਸੇ ਪਾਸੇ ਨੂੰ, ਜੇ ਸਾਹਮਣੇ ਚਮਕਦਾਰ ਸੱਤਾ ਹੋਈ ਉੱਥੋਂ ਮੁੜ ਕੇ ਆਊਗੀ। ਜਿੰਨੇ ਕੋਣ ਤੇ ਜਾਊਗੀ ਉਹਨੇ ਤੇ ਮੁੜ ਕੇ ਆਊਗੀ, ਜਿਹਨੂੰ ਅਸੀਂ ਕਹਿੰਦੇ ਪ੍ਰਕਾਸ਼ ਦਾ ਪ੍ਰਵਰਤਨ, ਰਿਫਲੈਕਸ਼ਨ। ਤਾਂ ਰਿਫਲੈਕਸ਼ਨ ਕੀ ਹੈ ਕਿ ਰਿਫਲੈਕਸ਼ਨ ਸਾਡੇ ਫੇਸ ਤੇ ਝਲਕਣੀ ਚਾਹੀਦੀ ਹੈ। ਹੁਣ ਸਮਾਈਲ ਜੇ ਤੁਹਾਡੇ ਫੇਸ ਤੇ ਹੈ ਤਾਂ ਦੂਜੇ ਦੇ ਫੇਸ ਤੇ ਤਾਂ ਹੀ ਸਮਾਈਲ ਆਊਗੀ, ਜੇ ਤੁਸੀਂ ਇਹ ਤਿਉੜੀਆਂ ਪਾਈ ਬੈਠੇ ਹੋ ਤਾਂ ਦੂਜਾ ਤਾਂ ਪਹਿਲਾਂ ਪਾ ਕੇ ਬਹਿ ਜਾਊਗਾ। ਬਿਲਕੁਲ। ਤਾਂ ਇਸ ਕਰਕੇ ਸਾਨੂੰ ਇਹ ਜਿਹੜਾ ਸਮਝਣਾ ਚਾਹੀਦਾ ਹੈ ਕਿ ਨਿਯਮ ਜਿਹੜੇ ਬਣਾਏ ਗਏ ਆ ਉਹ ਹਰ ਚੀਜ਼ ਤੇ ਲਾਗੂ ਹੁੰਦੇ ਆ, ਪਰ ਲਾਗੂ ਕਰਨ ਵਾਲਾ ਚਾਹੀਦਾ। ਹੁਣ ਜਿਹੜੀ ਇੱਕ ਕਿਰਨ ਗਈ ਆ ਉਹਨੇ ਮੁੜ ਕੇ ਵੀ ਆਣਾ, ਚਮਕਦਾਰ ਸਤ੍ਹਾ ਹੋਣੀ ਚਾਹੀਦੀ ਹੈ ਸਾਹਮਣੇ। ਤਾਂ ਹੁਣ ਜੇਕਰ ਤੁਸੀਂ ਚਮਕਦਾਰ ਹੋ ਤਾਂ ਤੁਸੀਂ ਜਿਹੇ ਜਿਹਾ ਤੁਸੀਂ ਆਪਣਾ ਰੂਪ ਬਣਾਇਆ ਉਹੀ ਜੀ ਫਿਰ ਰਿਫਲੈਕਸ਼ਨ ਆਊਗੀ। ਤਾਂ ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਆਪਣੇ ਵਿੱਚੋਂ ਪੋਜ਼ਿਟਿਵਿਟੀ ਫੈਲਾਓ, ਨੈਗੇਟਿਵ ਨਾ ਸੋਚੋ, ਕਦੇ ਵੀ ਨਾ ਸੋਚੋ ਨੈਗੇਟਿਵ। ਜਿੰਨਾ ਪੋਜ਼ਿਟਿਵ ਰਹਿ ਸਕਦੇ ਹੋ ਉਨਾ ਪੋਜ਼ਿਟਿਵ ਰਹੋ, ਉਨੀ ਤੁਹਾਨੂੰ ਖੁਸ਼ੀ ਮਿਲੂਗੀ। ਕੀ ਬਾਤ ਹੈ। ਅੱਛਾ, ਆਹ ਚੀਜ਼ ਆਪਣੀ ਰਹਿ ਗਈ ਸੀ, ਇਹ ਕੀ ਚੀਜ਼ ਹੈ ਸਰ? ਹਾਂ, ਇਹ ਦੇਖੋ ਇੱਕ ਵੇਵਸ ਦਾ ਕਨਸੈਪਟ ਜਿਹੜਾ ਲੈ ਕੇ ਆਏ ਹਾਂ ਅਸੀਂ, ਕਿ ਇਹ ਵੇਵਸ ਕਿਵੇਂ ਚੱਲਦੀਆਂ ਬੱਚਿਆਂ ਨੂੰ ਦਿਖਾਈਦਾ ਕਿ ਇਹਨਾਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਮਾਸ ਹੈ, ਪੁੰਜ ਹੈ ਮਤਲਬ। ਤਾਂ ਉਹ ਜਿਹੜਾ ਪੁੰਜ ਹੈ ਧਰਤੀ ਇਹਨਾਂ ਨੂੰ ਆਪਣੇ ਵੱਲ ਖਿੱਚ ਰਹੀ ਹੈ, ਇਸ ਲਈ ਲਟਕਦੇ ਫਿਰਦੇ ਆ, ਇਹਨਾਂ ਨੂੰ ਧਾਗੇ ਨਾਲ ਬੰਨਿਆ ਗਿਆ। ਹੁਣ ਤੁਸੀਂ ਦੇਖੋਗੇ ਕਿ ਇਸ ਮਾਸ ਨੂੰ ਜਦੋਂ ਮੈਂ ਵੈਲੋਸਿਟੀ ਦਿੰਨਾ, ਜਦੋਂ ਮੈਂ ਇਸ ਨੂੰ ਵੈਲੋਸਿਟੀ ਦੇਵਾਂਗਾ, ਗਤੀ ਦੇ ਵਿੱਚ ਲਿਆਉਂਗਾ, ਤਾਂ ਗਤੀ ਦੇ ਵਿੱਚ ਲਿਆਉਣ ਦੇ ਨਾਲ ਮਾਸ ਗੁਣਾ ਵੈਲੋਸਿਟੀ ਮੋਮੈਂਟਮ ਬਣ ਜਾਂਦਾ। ਤਾਂ ਹੁਣ ਇਸ ਮੋਮੈਂਟਮ ਦੇ ਨਾਲ ਇੱਕ ਵੇਵ ਬਣ ਜਾਣੀ ਹੈ। ਦੇਖੋ ਇਹ ਵੇਵ ਹੈ ਜਿਹੜੀ, ਹਾਂ ਇਹ ਵੇਵ ਜਿਹੜੀ ਹੈ ਇਸ ਦੀ ਫਾਰਮੇਸ਼ਨ ਹੋ ਜਾਂਦੀ ਹੈ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਮੋਮੈਂਟਮ ਕੀ ਹੈ, ਮੋਮੈਂਟਮ ਦੇ ਯੂਨਿਟ ਕੀ ਹੈ, ਮੋਮੈਂਟਮ ਦੀਆਂ ਡਾਇਮੈਂਸ਼ਨਸ ਕੀ ਹੈ, ਮਾਸ ਕੀ ਹੈ, ਵੈਲੋਸਿਟੀ ਕੀ ਹੈ। ਫਿਰ ਐਕਸਲਰੇਸ਼ਨ ਤੇ ਲੈ ਜਾਈਦਾ, ਫਿਰ ਉਹਨਾਂ ਨੂੰ ਕਾਰ 'ਚ ਲੈ ਜਾਈਦਾ ਵੀ ਐਕਸਲੇਟਰ ਕਿਉਂ ਨਾਮ ਰੱਖਿਆ ਉਹਦਾ, ਰੇਸ ਵਾਲੇ ਦਾ। ਤੁਸੀਂ ਰੇਸ ਨੂੰ ਐਕਸਲੇਟਰ ਕਿਉਂ ਕਹਿੰਦੇ ਹੋ? ਕਿਉਂਕਿ ਉਹ ਐਕਸਲਰੇਟ ਕਰਦੀ ਹੈ। ਹੁਣ ਐਕਸਲਰੇਸ਼ਨ ਕੀ ਹੈ, ਜੇ ਡੈਫੀਨੇਸ਼ਨ ਦੇ ਮੁਤਾਬਕ ਸਮਝਾਉਣਾ ਸ਼ੁਰੂ ਕਰੀਏ ਤਾਂ ਉਹਨਾਂ ਨੂੰ ਤਾਂ ਇਹ ਲੱਗਦਾ ਹੈ ਵੀ ਹੈ ਨਾ ਐਕਸਲਰੇਸ਼ਨ ਦੀ ਡੈਫੀਨੇਸ਼ਨ ਰੇਟ ਆਫ ਚੇਂਜ ਆਫ ਵੈਲੋਸਿਟੀ ਇਜ਼ ਨੋਨ ਐਜ਼ ਦਾ ਐਕਸਲਰੇਸ਼ਨ, ਹੈ ਨਾ। ਪਰ ਉੱਥੇ ਜਦੋਂ ਉਹਨਾਂ ਨੂੰ ਦੱਸੀਦਾ ਹੈ ਵੀ ਰੇਸ ਨੂੰ ਵਧਾਉਣਾ, ਤੁਸੀਂ ਕਰਦੇ ਹੋ ਨਾ ਜਦੋਂ ਸਕੂਟਰਾਂ ਦੇ ਬੱਚਿਆਂ ਨੂੰ ਉਹੀ ਆਦਤ ਹੁੰਦੀ ਹੈ ਡਰ ਕਰੀ ਜਾਂਦੇ, ਹੈ ਤਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਸਮਝਾਈਏ ਫਿਰ ਛੇਤੀ ਸਮਝਦੇ ਆ। ਇਸ ਲਈ ਤਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਐਂ ਕਰਦਾ ਮੈਂ ਰੇਸ ਨੂੰ। ਹੁਣ ਉਹਨੂੰ ਜਦੋਂ ਇੱਕਦਮ ਅਸੀਂ ਮਤਲਬ ਵੀ ਉਹਨੂੰ ਚੇਂਜ ਕਰਦੇ ਆ ਤਾਂ ਉਹ ਟਾਈਮ ਦੇ ਨਾਲ ਚੇਂਜ ਹੋ ਰਹੀ ਆ। ਕਿਹਦੇ 'ਚ ਚੇਂਜ ਆ ਰਹੀ ਹੈ? ਵੈਲੋਸਿਟੀ ਚੇਂਜ ਆ ਰਹੀ ਹੈ। ਵੈਲੋਸਿਟੀ ਜਿਹੜੀ ਚੇਂਜ ਆਉਂਦੀ ਹੈ ਉਹਨੂੰ ਐਕਸਲਰੇਸ਼ਨ ਕਿਹਾ ਜਾਂਦਾ, ਇਸ ਲਈ ਉਹਦਾ ਨਾਂ ਐਕਸਲੇਟਰ ਰੱਖਿਆ। ਹੁਣ ਇੱਕ ਆਹ ਦੇਖੋ ਤੁਸੀਂ ਦਰਸ਼ਕੋ, ਤੁਹਾਡੀ ਟੀਵੀ ਸਕਰੀਨਸ ਤੇ ਨਾ ਇੱਕ ਫੋਟੋ ਲੱਗੀ ਹੋਈ ਹੈ। ਇਹ ਆਮ ਤੌਰ ਤੇ ਤੁਹਾਨੂੰ ਐਂ ਲੱਗ ਰਿਹਾ ਹੋਊਗਾ ਵੀ ਟੇਢੀ ਵਿੰਗੀਆਂ ਟੀਡੀਆਂ ਜਿਹੜੀਆਂ ਨਾ ਲਾਈਨਾਂ ਮਾਰੀਆਂ ਹੋਈਆਂ ਨੇ, ਪਰ ਇਹ ਸਰ ਸਾਰੀਆਂ ਟੇਢੀਆਂ ਹੀ ਨੇ ਕਿ ਨਹੀਂ? ਨਹੀਂ, ਇਹ ਇੱਕ ਇਲੂਜਨ ਹੋਇਆ ਕਰਦੇ ਆ। ਪਰ ਇਸ ਦੇ ਵਿੱਚ ਜਦੋਂ ਅਸੀਂ ਤੁਹਾਨੂੰ ਮਿਣਤੀ ਕਰਕੇ ਦਿਖਾਵਾਂਗੇ ਨਾ ਤਾਂ ਤੁਸੀਂ ਦੇਖੋ ਕਿ ਆਹ ਹੁਣ ਮੈਂ ਇੱਥੇ ਸਕੇਲ ਇੱਥੇ ਰੱਖਿਆ, ਠੀਕ ਹੈ ਜੀ। ਇਹ ਬਿਲਕੁਲ ਤੁਹਾਨੂੰ ਸਿੱਧੀਆਂ ਨਜ਼ਰ ਆ ਰਹੀਆਂ, ਬਿਲਕੁਲ। ਆਹ ਦੇਖੋ ਹੁਣ ਇਹ ਵੀ ਸਿੱਧਾ, ਆਹ ਦੇਖੋ। ਹੁਣ ਅਗਲਾ ਦੇਖੋਗੇ ਇਹ ਵੀ। ਪਰ ਜਦੋਂ ਇਹਨਾਂ ਦੇ ਵਿੱਚ ਮਿਕਸਿੰਗ ਹੋ ਜਾਂਦੀ ਹੈ ਨਾ ਆਪਸ ਦੇ ਵਿੱਚ, ਤਾਂ ਉਹ ਸਾਡੀ ਅੱਖ ਨੂੰ ਐਸਾ ਭੁਲੇਖਾ ਲੱਗਦਾ ਹੈ ਕਿ ਅੱਖ ਇਦਾਂ ਮਹਿਸੂਸ ਕਰਦੀ ਹੈ ਵੀ ਸ਼ਾਇਦ ਜਿਹੜੀਆਂ ਇਹ ਹੈ ਵੀ ਇਹ ਟੇਢੀਆਂ ਲਾਈਨਾਂ। ਕਿਉਂਕਿ ਜਦੋਂ ਵੀ ਕੋਈ ਵੀ ਚਿੱਤਰ ਹੈ ਜਿਹੜਾ ਸਾਡੀਆਂ ਅੱਖਾਂ ਦੇ ਜਿਹੜਾ ਨੇੜੇ ਹੋਊਗਾ ਉਹ ਵੱਡਾ ਦਿਖਦਾ,
ਜੋ ਦੂਰ ਹੋਊਗੀ ਇਹੀ ਡਰਾਇੰਗ ਦਾ ਕਨਸੈਪਟ ਹੈ। ਜਦੋਂ ਅਸੀਂ ਇੱਕ ਛੋਟੇ ਜਿਹੇ ਕਾਗਜ਼ ਤੇ ਸੀਨਰੀ ਡਰਾ ਕਰ ਦਿੰਨੇ ਆ ਤਾਂ ਕਿਵੇਂ ਉਹਦੇ ਤੇ ਪਹਾੜ ਵੀ ਦਿਸਦੇ ਆ ਤੇ ਨਹਿਰਾਂ ਵੀ, ਨਦੀਆਂ ਵੀ ਆ ਜਾਂਦੀਆਂ, ਘਰ ਵੀ ਆ ਜਾਂਦਾ ਛੋਟਾ ਜਿਹਾ। ਤਾਂ ਆਹ ਕਨਸੈਪਟ ਹੈ ਜਿਹੜੇ ਸਾਇੰਸ ਦੇ। ਇਲੂਜਨ, ਭੁਲੇਖਾ, ਅੱਖ ਦਾ ਭੁਲੇਖਾ ਹੈ। ਅੱਖ ਨੂੰ ਇਸ ਤਰ੍ਹਾਂ ਲੱਗਦਾ ਵੀ ਹੈ ਨਹੀਂ ਪਰ ਹੈ ਨਹੀਂ ਪਰ ਹੈ। ਆਹ ਦੇਖੋ ਤੁਹਾਨੂੰ ਦਿਖਾਉਂਦੇ ਆ ਇੱਥੇ, ਇਹ ਸਾਡੇ ਕੋਲ ਇੱਕ ਨਾ ਉਹ ਐਂ ਲੱਗਦਾ ਵੀ ਇਸ ਕਾਗਜ਼ ਦੇ ਉੱਤੇ ਸ਼ਾਇਦ ਆ ਛੋਟਾ ਜਿਹਾ ਬਾਕਸ ਅਸੀਂ ਰੱਖਿਆ ਹੋਇਆ। ਹਾਂ ਬਿਲਕੁਲ ਬਿਲਕੁਲ ਐਂ ਲੱਗਦਾ 3D, ਹਾਂ 3 ਡਾਈਮੈਂਸ਼ਨਲ ਵੀ ਬਾਹਰ ਨੂੰ ਹੈ ਪਰ ਇਹ ਬਾਹਰ ਨੂੰ ਨਹੀਂ ਹੈਗਾ। ਤੁਸੀਂ ਦੇਖ ਸਕਦੇ ਹੋ ਇਸ ਇਹ ਬਿਲਕੁਲ ਇਸ ਦੇ ਵਿੱਚ ਡਰਾਇੰਗ ਇਸ ਤਰ੍ਹਾਂ ਕੀਤੀ ਗਈ ਹੈ, ਇਹਦਾ ਐਂਗਲ ਇਸ ਤਰ੍ਹਾਂ ਦਾ ਬਣਾਇਆ ਗਿਆ ਕਿ ਜਿਸ ਦੇ ਨਾਲ ਸਾਨੂੰ ਇਹ ਅੱਖ ਸਾਡੀ ਧੋਖਾ ਖਾ ਜਾਂਦੀ ਹੈ। ਹਾਂ ਅੱਖ ਨੂੰ ਭੁਲੇਖਾ ਲੱਗ ਜਾਂਦਾ, ਅੱਖ ਨੂੰ ਭੁਲੇਖਾ ਲੱਗ ਜਾਂਦਾ ਵੀ ਸ਼ਾਇਦ ਇਹ ਜਿਹੜਾ ਹੈਗਾ ਬਾਹਰ ਨੂੰ ਉੱਭੜੀ ਹੋਈ ਚੀਜ਼ ਹੈ ਕੋਈ। ਤਾਂ ਆਪਾਂ ਜਿਹੜੀਆਂ ਗੱਲਾਂ ਕਰਦੇ ਆ 3D, ਇਸ ਤਰ੍ਹਾਂ ਹੀ 3D ਪ੍ਰਿੰਟਰ ਇਜਾਦ ਹੋਏ, ਇਸ ਤਰ੍ਹਾਂ ਹੀ ਉਸ ਤੋਂ ਬਾਅਦ ਜਿਹੜੇ ਹੈਗੇ ਆ ਹੁਣ 4D, ਫਿਰ 5D ਤੱਕ ਹੁਣ ਸਾਇੰਸ ਸਾਡੀ ਜਿਹੜੀ ਹੈ ਪਹੁੰਚ ਚੁੱਕੀ ਹੈ। ਤਾਂ ਇਸ ਕਰਕੇ ਆਹ ਚੀਜ਼ਾਂ ਜੇ ਅਸੀਂ ਵਿਦਿਆਰਥੀਆਂ ਤੱਕ ਲੈ ਕੇ ਜਾਵਾਂਗੇ, ਵਿਦਿਆਰਥੀਆਂ ਨੂੰ ਪਤਾ ਲੱਗੂਗਾ ਵੀ ਹਾਂ ਇਹ ਚੀਜ਼ਾਂ ਹੋਈਆਂ ਪਈਆਂ। ਉਹ ਫਿਰ ਵਿਦਿਆਰਥੀ ਪ੍ਰਸ਼ਨ ਕਰਦੇ ਆ ਜੀ ਫਿਰ ਸਾਡੇ ਕਰਨ ਲਈ ਤਾਂ ਕੁਝ ਨਹੀਂ ਰਹਿ ਗਿਆ। ਮੈਂ ਨਾ ਮੈਂ ਕਲਾਮ ਸਾਹਿਬ ਨੂੰ ਯਾਦ ਕਰਿਆ ਕਰੋ, ਮਿਜ਼ਾਈਲ ਮੈਨ ਜਿਹਨੂੰ ਕਿਹਾ ਗਿਆ, ਉਹਨਾਂ ਨੇ ਕੀ ਕੁਝ ਨਹੀਂ ਕੀਤਾ। ਉਹਨਾਂ ਦੇ ਟਾਈਮ ਕਿਤੇ ਖਤਮ ਹੋ ਗਿਆ ਸੀ, ਇਹ ਖਤਮ ਨਹੀਂ ਹੈ ਤਾਂ ਸ਼ੁਰੂਆਤ ਹੈ। ਤੇ ਇਸ ਦੇ ਵਿੱਚ ਹੋਰ ਚੀਜ਼ਾਂ ਲੱਭਦੇ ਰਹੋ, ਅੱਗੇ ਦੀ ਅੱਗੇ ਚੱਲਦੇ ਰਹੋ, ਤੁਹਾਨੂੰ ਬਹੁਤ ਸਾਰੀ ਮਤਲਬ ਵੀ ਗਿਆਨ ਹੈ ਜਿਹੜਾ ਇੱਥੋਂ ਹੀ ਮਿਲ ਜਾਣਾ ਹੈ। ਇਸ ਕਰਕੇ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਗਿਆਨ ਹੈ ਇਹ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚਾਇਆ ਜਾਵੇ। ਬਸ ਕਿਤਾਬਾਂ ਦੇ ਵਿੱਚ ਪੜ੍ਹੋ, ਉਹਨੂੰ ਪ੍ਰੈਕਟੀਕਲੀ ਕਰਕੇ ਦੇਖੋ। ਹੁਣ ਆਹ ਦੇਖੋ, ਨਿਊਟਨ ਨੇ ਸਾਨੂੰ ਦੱਸਤਾ ਵੀ ਧਰਤੀ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ, ਬਿਲਕੁਲ ਖਿੱਚਦੀ ਹੈ। ਹੁਣ ਆਹ ਅਸੀਂ ਪੈਂਡੂਲਮ ਲਾਇਆ, ਇੱਕ ਤਾਂ ਇਹਦੇ ਨਾਲ ਪੈਂਡੂਲਮ ਪੜ੍ਹਾ ਦਿੰਨੇ ਅਸੀਂ ਵੀ ਪੈਂਡੂਲਮ ਕੀ ਹੁੰਦਾ, ਫਿਰ ਉਹਦੀਆਂ ਆਸੀਲੇਸ਼ਨਸ ਪੜ੍ਹਾ ਦਿੰਨੇ ਆ ਕਿ ਉਹ ਆਸੀਲੇਸ਼ਨ ਕਹਿੰਦੇ ਕਿਹਨੂੰ ਹੈ, ਜਿਹਨੂੰ ਪੰਜਾਬੀ 'ਚ ਡੋਲਣ ਕਹਿ ਦਿੰਦੇ ਆ ਵੀ ਇੱਕ ਡੋਲਣ ਕੀ ਹੁੰਦਾ, ਵੀ ਇੱਧਰੋਂ ਚੀਜ਼ ਉੱਧਰ ਗਈ ਫਿਰ ਵਾਪਸ ਆਈ, ਫਿਰ ਉੱਧਰ ਗਈ ਫਿਰ ਵਾਪਸ ਆਈ, ਇੱਕ ਡੋਲਣ, ਇੱਕ ਆਸੀਲੇਸ਼ਨ ਹੋ ਜਾਂਦਾ। ਹੁਣ ਉਸ ਆਸੀਲੇਸ਼ਨ ਤੇ ਬੇਸਡ ਉਸ ਵਿਗਿਆਨੀ ਨੇ ਸਾਨੂੰ ਇਹ ਪ੍ਰਯੋਗ ਕਰਕੇ ਦਿਖਾਇਆ ਕਿ ਜੇ ਇਸ ਦੀਆਂ ਆਸੀਲੇਸ਼ਨਸ ਕਾਊਂਟ ਕਰ ਲਓ ਤੁਸੀਂ ਵੀ ਇਹ 1 ਸੈਕਿੰਡ ਦੇ ਵਿੱਚ ਕਿੰਨੇ ਵਾਰੀ ਮੂਵ ਕੀਤਾ। ਤਾਂ ਜਦੋਂ ਇਹ ਆਸੀਲੇਸ਼ਨਸ ਅਸੀਂ ਕਾਊਂਟ ਕਰ ਲੈਂਦੇ ਹਾਂ, ਫਿਰ ਅਸੀਂ ਫਾਰਮੂਲਾ ਲਗਾਉਂਦੇ ਹਾਂ ਕਿ T = 2πL/G ਦਾ ਅੰਡਰ ਰੂਟ। ਤਾਂ ਉੱਥੋਂ G ਦੀ ਵੈਲਿਊ ਨਿਕਲ ਆਉਂਦੀ ਹੈ, ਜਿਹੜੀ G ਦੀ ਵੈਲਿਊ ਸਾਡੇ ਕੋਲ 9.8 ਹੁੰਦੀ ਹੈ। ਇਹ ਵਿਦਿਆਰਥੀਆਂ ਨੇ ਆਪ ਇਸ ਐਕਸਪੈਰੀਮੈਂਟ ਨਾਲ ਕੱਢ ਕੇ ਦੇਖੀ, 9.77 ਇਹਦੀ ਵੈਲਿਊ ਆ ਰਹੀ ਸੀ ਸਾਡੇ ਕੋਲ। ਸਰ ਤੁਸੀਂ ਜਿਹੜਾ ਇੱਕ ਬਲਬ ਜਲਾ ਕੇ ਦਿਖਾਉਂਦੇ ਹੁੰਦੇ ਹੋ, ਫਿਰ ਉਹ ਬਲਬ ਚੱਲਦਾ ਕਿਵੇਂ ਹੈ? ਪਹਿਲੀ ਗੱਲ ਤਾਂ ਇਹ ਦੱਸੋ ਵੀ ਬਿਨਾਂ ਬਿਜਲੀ ਤੋਂ ਬਲਬ ਕਿਵੇਂ ਚੱਲ ਜਾਂਦਾ? ਇਹ ਸਭ ਭੁਲੇਖੇ ਹੈ, ਵਿਗਿਆਨ ਭੁਲੇਖਿਆਂ ਨੂੰ ਦੂਰ ਕਰਨ ਆਇਆ, ਭੁਲੇਖੇ ਪਾਣ ਨਹੀਂ ਆਇਆ ਹੈ। ਵਿਗਿਆਨ ਨੇ ਤਾਂ ਸਾਰੇ ਭੁਲੇਖੇ ਸਾਡੇ ਦਿਮਾਗ ਦੇ ਵਿੱਚੋਂ ਕੱਢਣੇ ਆ, ਇਸ ਲਈ ਇਹ ਦਿਖਾਇਆ ਜਾਂਦਾ। ਹੁਣ ਲੋਕ ਜੇ ਇਸੇ ਬੱਲਬ ਨੂੰ ਕਹਿਣਗੇ ਜਾਦੂ ਦਾ ਬੱਲਬ ਹੈ ਜੀ, ਨਹੀਂ, ਇਹ ਲੋਕਾਂ ਤੱਕ ਪਹੁੰਚੂਗੀ ਗੱਲ, ਵਿਗਿਆਨ ਦੇ ਜ਼ਰੀਏ ਪਹੁੰਚੂਗੀ ਤਾਂ ਉਹਨਾਂ ਨੂੰ ਪਤਾ ਲੱਗੂਗਾ ਵੀ ਇਹਦੇ ਵਿੱਚ ਇੱਕ ਇਨਵਰਟਰ ਚਿਪ ਲੱਗੀ ਹੋਈ ਹੈ। ਇਹਦੇ ਉੱਤੇ ਲਿਖਿਆ ਹੋਇਆ ਅਸੀਂ ਪੜ੍ਹਦੇ ਹੀ ਨਹੀਂ ਹਾਂ, ਇਹਦੇ ਉੱਤੇ ਲਿਖਿਆ ਹੋਇਆ ਹੈ ਕਿ ਐਮਰਜੈਂਸੀ ਲੈਂਪ ਹੈ, 220 240 50 ਹਰਟਜ਼ ਤੇ ਚੱਲਦਾ ਹੈ, ਇੰਨੇ ਐਂਪੀਅਰ ਕਰੰਟ, ਇੰਨੀ ਲਿਊਮੀਨਸ ਦਿੰਦਾ ਇਹ, ਚਮਕ ਦਿੰਦਾ। ਹੁਣ ਗੱਲ ਇਹ ਹੈ ਵੀ ਇਸ ਦੇ ਵਿੱਚ ਜੇ ਅਸੀਂ AC ਤੇ ਲਾਇਆ ਹੋਇਆ ਤਾਂ AC ਤੇ ਕੰਮ ਕਰ ਰਿਹਾ, ਨਾਲ ਚਾਰਜਿੰਗ ਹੋ ਰਹੀ ਹੈ ਇਹਦੀ। ਹੁਣ ਉਹ ਚਾਰਜ ਹੋ ਗਿਆ, ਹੁਣ ਉਸ ਤੋਂ ਬਾਅਦ ਜੇ AC ਨਹੀਂ ਹੈ, ਲਾਈਟ ਨਹੀਂ ਹੈ, ਮਤਲਬ ਇਲੈਕਟ੍ਰਿਸਿਟੀ ਜਿਸ ਨੂੰ ਅਸੀਂ ਕਹਿੰਦੇ ਚਲੀ ਗਈ, ਬਿਜਲੀ ਚਲੀ ਗਈ, ਤਾਂ ਹੁਣ ਉਸ ਵਕਤ ਇਸ ਦਾ ਸਰਕਟ ਕਿਸੇ ਤਰੀਕੇ ਪੂਰਾ ਕਰ ਦਿਓ। ਤਾਂ ਉਹ ਸਰਕਟ ਪੂਰਾ ਕਰਨੇ ਆ, ਉਹ ਮੈਂ ਮੱਥੇ ਤੇ ਲਾਉਣ ਦਾ ਤਾਂ ਇਹ ਦੱਸਦੇ ਆ ਵੀ ਮੱਥੇ ਤੇ ਤਕਰੀਬਨ ਛੇਤੀ ਪਸੀਨਾ ਆ ਜਾਂਦਾ। ਕਹਿੰਦਾ ਕਿਉਂ ਤੇਰੇ ਮੱਥੇ ਤੇ ਪਸੀਨਾ ਆਇਆ ਵੀ ਬੜਾ, ਕਹਿੰਦਾ ਕੰਮ ਕਰਦੇ ਆ। ਤਾਂ ਉਹ ਪਸੀਨਾ ਆਏ ਕਰਕੇ ਇਸ ਤਰ੍ਹਾਂ ਲੱਗਦਾ ਵੀ ਲੋ ਜੀ ਇਹ ਜਗ ਗਿਆ, ਉਹਦਾ ਸਰਕਟ ਕੰਪਲੀਟ ਹੋਇਆ ਬਸ। ਅੱਛਾ, ਮਤਲਬ ਉਸ ਨੂੰ ਸਰਕਟ ਨੂੰ ਕੰਪਲੀਟ ਕਰਨ ਦੇ ਲਈ ਕੀ ਹੈ ਕਿ ਤੁਸੀਂ ਚਾਹੇ ਉਸ ਨੂੰ ਆ ਲਓ, ਮੈਂ ਹੁਣ ਅੰਗੂਠੇ ਨਾਲ ਕਰਤਾ, ਕੀ ਬਾਤ। ਹੁਣ ਤੁਸੀਂ ਇਸ ਦੇ ਵਿੱਚ ਜੇ ਕੋਈ ਲੋਹੇ ਦੀ ਚੀਜ਼ ਲਗਾ ਦੋਗੇ ਤਾਂ ਉਹਦੇ ਨਾਲ ਜਾਗੂ। ਅਰੇ ਵਾਹ। ਤਾਂ ਮਤਲਬ ਇਹ ਕੋਈ ਜਾਦੂ ਨਹੀਂ ਹੈ, ਇਹ ਸਾਇੰਸ ਹੈ। ਔਰ ਜੇ ਇਹ ਲੁਕੀ ਰਹਿ ਗਈ ਸਾਇੰਸ, ਮਤਲਬ ਵੀ ਬਾਜ਼ਾਰ ਦੇ ਵਿੱਚ ਇਲੈਕਟ੍ਰੀਸ਼ੀਅਨ ਦੀ ਦੁਕਾਨਾਂ ਤੇ ਹੀ ਪਈ ਰਹਿ ਗਈ ਇਹ ਚੀਜ਼, ਤਾਂ ਇਲੈਕਟ੍ਰੀਸ਼ੀਅਨ ਨੇ ਤਾਂ ਆਪਣਾ ਉਹ ਕੰਮ ਕਰਤਾ, ਬੱਲਬ ਲਗਾਤਾ ਸਾਡੇ ਲਈ, ਪਰ ਇਹਦਾ ਬੇਸ ਕੌਣ ਦੱਸੋ? ਉਹ ਤਾਂ ਅਧਿਆਪਕ ਦੇ ਹਿੱਸੇ ਆਇਆ ਨਾ, ਸਮਝਾਉਣਾ ਤਾਂ ਅਧਿਆਪਕ ਨੇ ਆ ਨਾ, ਮੁੱਢਲੀ ਜਾਣਕਾਰੀ ਬਣਾਉਣ ਵਾਲੇ ਨੇ ਬਣਾਇਆ, ਬਣਾਉਣ ਵਾਲੇ ਨੇ ਭੇਜਿਆ, ਕੰਮ ਕਰ ਰਿਹਾ, ਪਰ ਬੱਚਿਆਂ ਤੱਕ ਕਿਵੇਂ ਪਹੁੰਚੂਗਾ? ਨਹੀਂ ਤਾਂ ਬੱਚਿਆਂ ਨੂੰ ਇਹ ਕਹਿਣਗੇ ਜੀ ਲੋ ਜੀ 1000 ਰੁਪਏ ਦਾ ਤੁਹਾਡੇ ਮੱਥੇ ਤੇ ਲਾ ਕੇ ਜਗ ਪੈਂਦਾ, ਲੁੱਟ ਲੈਣਗੇ ਸਾਨੂੰ। ਪਰ ਜੇ ਵਿਦਿਆਰਥੀ ਨੂੰ ਪਤਾ ਹੋਊਗਾ ਵੀ ਇਹ ਤਾਂ ਚੀਜ਼ ਸਾਡੇ ਸਰ ਨੇ ਸਾਨੂੰ ਦਿਖਾਈ ਹੋਈ ਹੈ, ਕਿਵੇਂ ਲੁੱਟੂਗਾ ਅਗਲਾ? ਇਸ ਕਰਕੇ ਇਸ ਚੀਜ਼ ਨੂੰ ਮੈਂ ਲੋਕਾਂ ਤੱਕ ਪ੍ਰਚਲਿਤ ਕਰਨਾ ਚਾਹੁੰਦਾ ਵੀ ਐਸੀਆਂ ਚੀਜ਼ਾਂ, ਇਹ ਤਾਂ ਮੈਂ ਇੱਕ ਗੱਲ ਕੀਤੀ ਹੈ, ਹਜ਼ਾਰਾਂ ਹੀ ਚੀਜ਼ਾਂ ਇਹ ਜਿਹੀਆਂ ਬਣੀਆਂ ਹੋਈਆਂ। ਅੱਛਾ, ਵੀ ਜਿਨ੍ਹਾਂ ਦੇ ਵਿੱਚ ਪਿੱਛੇ ਤਰਕ ਕੀ ਹੈ, ਵਿਗਿਆਨ ਹੈ, ਲੇਕਿਨ ਲੋਕ ਉਸ ਨੂੰ ਮਤਲਬ ਵੀ ਪਖੰਡ ਜਿਹਾ ਬਣਾ ਕੇ ਪੇਸ਼ ਕਰ ਰਹੇ ਆ। ਅੱਛਾ, ਵੀ ਅਸੀਂ ਜੀ ਆਹ ਗੱਲ ਇਸ ਤਰ੍ਹਾਂ ਬਣ ਗਈ। ਹੁਣ ਤੁਸੀਂ ਆਹ ਦੇਖੋ ਵੀ ਆਹ ਮੇਰੇ ਕੋਲ ਰੋਡ ਹੈ, ਹੁਣ ਜੇ ਤੁਸੀਂ ਕਹੋ ਜੀ ਇਸ 'ਚੋਂ ਆਵਾਜ਼ ਕੱਢ ਕੇ ਦਿਖਾਓ, ਤੇ ਜੇ ਮੈਂ ਕਹਾਂ ਜੀ ਇਸ 'ਚ ਭੂਤ ਹੈ, ਇਹਦੇ 'ਚੋਂ ਆਵਾਜ਼ਾਂ ਕੱਢੂਗਾ,
ਫੇਰ ਤਾਂ ਉਹ ਦੂਜੇ ਪਾਸੇ ਚਲੀ ਗਈ ਨਾ ਗੱਲ, ਟੂਣੇ ਵਾਲੇ ਬਾਬਿਆਂ ਵਾਲੇ ਅੰਧ ਵਿਸ਼ਵਾਸ। ਪਰ ਜੇ ਮੈਂ ਇਹਦੇ ਪਿੱਛੇ ਸਾਇੰਸ ਦੱਸੂਗਾ ਤਾਂ ਬੱਚਾ ਸਮਝ ਜੂਗਾ ਵੀ ਇਹ ਤਾਂ ਲੈ ਆਵਾਜ਼ ਅਸੀਂ ਕੱਢ ਦਿੰਨੇ ਆ। ਹੁਣ ਇਹਦੇ ਪਿੱਛੇ ਇੱਕ ਸਿਧਾਂਤ ਹੈ ਵੀ ਆ ਇੱਥੋਂ ਅਸੀਂ ਕੇਂਦਰ ਤੋਂ ਪਕੜਿਆ ਇਸ ਨੂੰ, ਇਸ ਦੇ ਵਿੱਚ ਅਸੀਂ ਫ੍ਰਿਕਸ਼ਨ ਵਧਾਣੀ ਹੈ। ਆ ਦੇਖੋ ਤੁਹਾਡੇ ਸਾਹਮਣੇ ਕੋਈ ਇਸ ਚੋਂ ਆਵਾਜ਼ ਨਹੀਂ ਨਿਕਲ ਰਹੀ। ਮੈਂ ਜੇ ਕਿਸੇ ਪਾਸਿਓਂ ਕਰਾਂ ਜਿਵੇਂ ਮਰਜ਼ੀ ਮੈਂ ਜ਼ੋਰ ਲਗਾ ਰਿਹਾ, ਪਰ ਹੁਣ ਇਸ ਤੁਹਾਡੇ ਸਾਹਮਣੇ ਆ ਇੱਕ ਮੈਂ ਪਾਊਡਰ ਇਸ ਦੇ ਵਿੱਚ ਲਗਾਇਆ। ਪਾਊਡਰ ਸਿਰਫ ਇਹ ਕੋਈ ਜਾਦੂ ਨਹੀਂ ਹੈ, ਇਹ ਪਾਊਡਰ ਸਿਰਫ ਆਪਣੀਆਂ ਉਂਗਲਾਂ ਦੇ ਵਿੱਚ ਰਗੜ ਬਲ ਨੂੰ ਵਧਾਉਣ ਲਈ ਹੈ। ਹੁਣ ਜਿਵੇਂ ਮੈਂ ਰਗੜ ਵਧਾਈ ਹੈ, ਹੁਣ ਤਾਂ ਮੈਂ ਸਹਿਜੇ ਕਰ ਰਿਹਾ, ਮੈਂ ਜ਼ੋਰ ਵੀ ਨਹੀਂ ਲਗਾ ਰਿਹਾ। ਆ ਦੇਖੋ, ਯਾਨੀ ਕਿ ਫ੍ਰਿਕਸ਼ਨ ਜਦ ਵੱਧ ਜਾਂਦੀ ਹੈ ਤਾਂ ਉਹ ਇਹਦੇ 'ਚ ਵਾਈਬ੍ਰੇਸ਼ਨਸ ਪੈਦਾ ਹੋ ਜਾਂਦੇ ਆ। ਵਾਈਬ੍ਰੇਸ਼ਨਸ ਜਿੱਥੇ ਵੀ ਵਾਈਬ੍ਰੇਸ਼ਨਸ ਹੋਣਗੇ ਉੱਥੇ ਸਾਊਂਡ ਆਉਣੀ ਹੈ। ਬਸ ਗੱਲ ਤਾਂ ਇਹ ਹੈ, ਸਮਝਾਉਣਾ ਤਾਂ ਇਹ ਸੀਗਾ। ਪਰ ਜੇ ਅਸੀਂ ਸਮਝਾਣੇ ਲੱਗੇ ਵੀ ਇਹਦੇ 'ਚ ਭੂਤ ਆ ਗਿਆ, ਓਏ ਦੇਖੋ ਆਵਾਜ਼ਾਂ ਕੱਢਦਾ ਤੁਹਾਡੇ ਘਰੇ, ਪੈ ਗਿਆ ਪੰਗਾ। ਉਹ ਵਿਗਿਆਨ ਸਮਝਾਓ, ਵਿਗਿਆਨ ਇਹਦੇ ਪਿੱਛੇ ਕਿਉਂ ਇਹਦੇ 'ਚ ਵਾਈਬ੍ਰੇਸ਼ਨਸ ਬਣੀਆਂ, ਨੋਡ ਐਂਟੀ ਨੋਡ ਕਿੱਥੇ ਬਣੇ, ਕਿਵੇਂ ਇਹਦੇ 'ਚੋਂ ਸਾਊਂਡ ਪੈਦਾ ਹੋਈ। ਜੇ ਅਸੀਂ ਉਹ ਚੀਜ਼ਾਂ ਪਹੁੰਚਾ ਦਾਂਗੇ ਤਾਂ ਠੱਗੀ ਠੋਰੀ ਬੰਦ। ਬਿਲਕੁਲ ਵਿਗਿਆਨ ਦਾ ਕੰਮ ਹੀ ਇਹੀ ਹੈ ਵੀ ਸੱਚ ਨੂੰ ਉਜਾਗਰ ਕਰਨਾ ਤੇ ਝੂਠ ਨੂੰ ਦੱਸਣਾ ਵੀ ਇਹ ਝੂਠ ਨਾ ਬੋਲੋ, ਨਹੀਂ ਤਾਂ ਪਕੜੇ ਜਾਓਗੇ। ਤੋ ਇਹ ਚੀਜ਼ਾਂ ਜਿਹੜੀਆਂ ਤੁਹਾਡੇ ਕੋਲ ਅਸੀਂ ਵਿਗਿਆਨ ਦੇ ਜ਼ਰੀਏ ਲੈ ਕੇ ਆਉਂਦੇ ਆ ਨਾ, ਤਾਂ ਇਹ ਚੀਜ਼ਾਂ ਦੱਸਦੀਆਂ ਹੈਗੀਆਂ ਵੀ ਇਹ ਕੋਈ ਜਾਦੂ ਨਹੀਂ ਹੈਗੇ। ਹੁਣ ਆਹ ਦੇਖੋ ਗੁਰਪ੍ਰੀਤ ਜੀ, ਆਹ ਇੱਕ ਛੋਟਾ ਜਿਹਾ ਪ੍ਰਯੋਗ ਹੈ ਕਿ ਜਿਸ ਦੇ ਵਿੱਚ 2 ਤਾਰਾਂ ਲਾਈਆਂ ਹੋਈਆਂ ਸੀ। ਹੁਣ ਇੱਕ ਤਾਰ ਮੈਂ ਪਕੜ ਲੈਣਾ, ਇੱਕ ਤੁਸੀਂ ਪਕੜ ਲਓ। ਅੱਛਾ, ਠੀਕ ਹੈ ਜੀ, ਕੋਈ ਆਵਾਜ਼ ਨਹੀਂ ਆਈ ਸਾਡੇ ਕੋਲ। ਪਰ ਹੁਣੇ ਤੁਸੀਂ ਇਹ ਆਪਣਾ ਮਾਈਕ ਹੈ ਜਿਹੜਾ ਇਹਦੇ ਨੇੜੇ ਕਰ ਲਿਓ ਤਾਂ ਕਿ ਤੁਹਾਨੂੰ ਪਤਾ ਲੱਗੂਗਾ ਕਿ ਤੁਹਾਡੇ ਵਿੱਚ ਵੀ ਜਿਹੜਾ ਹੈ ਬਿਜਲੀ ਹੈ ਲੰਘਣ ਲੱਗ ਗਈ। ਦੇਖੋ ਅਰੇ ਵਾਹ, ਇਹ ਤੁਹਾਡੇ ਪੂਰੇ ਸਰੀਰ 'ਚ ਇਸ ਟਾਈਮ ਦੇਖ ਲਿਓ, ਚੈੱਕ ਕਰ ਲਿਓ। ਅੱਛਾ, ਆ ਮੈਂ ਤੁਹਾਡੇ ਇੱਥੇ ਹੱਥ ਲਾਂ। ਅਰੇ ਵਾਹ, ਯਾਨੀ ਕਿ ਇਹਦਾ ਸਰਕਟ ਕੰਪਲੀਟ ਹੋ ਗਿਆ। ਸਰਕਟ ਕੰਪਲੀਟ ਹੋ ਗਿਆ। ਨਾਲ ਹੀ ਇਹ ਅਸੀਂ ਮਤਲਬ ਵੀ ਗਿਆਨ ਦੇਤਾ ਕਿ ਭਾਈ ਤੇਰੀ ਸਰੀਰ ਦੇ ਵਿੱਚੋਂ ਬਿਜਲੀ ਲੰਘ ਸਕਦੀ ਹੈ, ਭੁੱਲ ਕੇ ਵੀ ਕਿਤੇ ਤਾਰਾਂ ਨੂੰ ਹੱਥ ਨਾ ਲਾ ਲਈ ਨੰਗੀਆਂ ਨੂੰ। ਪ੍ਰਸ਼ਨ ਇਹ ਵੀ ਹੋ ਸਕਦਾ ਫਿਰ ਤੁਸੀਂ ਤਾਂ ਲਾ ਲਿਆ। ਪਰ ਅਸੀਂ ਕੀ ਹੈ, ਅਸੀਂ ਤੁਹਾਨੂੰ 9 ਵੋਲਟ ਦੀ ਬੈਟਰੀ ਦੇ ਨਾਲ ਕਰਕੇ ਦਿਖਾ ਰਹੇ ਹਾਂ। ਇੱਕ ਤੁਹਾਨੂੰ ਤਜਰਬਾ ਕਰਕੇ ਦੱਸਿਆ ਜਾ ਰਿਹਾ ਹੈ ਕਿ ਮਤ ਭੁੱਲੋ ਇਸ ਗੱਲ ਨੂੰ। ਪਰ ਵਿਗਿਆਨ ਨੂੰ ਯਾਦ ਰੱਖੋ ਹਮੇਸ਼ਾ। ਵਿਗਿਆਨ ਹੈ ਨਾ ਜਿਹੜਾ, ਉਹ ਤੁਹਾਨੂੰ ਹਰ ਮਤਲਬ ਗੱਲ ਦਾ ਜਵਾਬ ਦੇਊਗਾ ਔਰ ਜਵਾਬ ਵੀ ਸਹੀ ਦੇਊਗਾ। ਵਿਗਿਆਨ ਕਹਿੰਦਾ ਭੁਲੇਖਿਆਂ ਤੋਂ ਭਰਮਾਂ ਨੂੰ, ਕਹਿੰਦਾ ਵੀ ਸਾਇੰਸ ਇੱਕ ਐਸੀ ਚੀਜ਼ ਹੈ, ਭੂਤ ਪ੍ਰੇਤਾਂ ਨੂੰ ਪਹਿਲਾਂ ਲੋਕ ਬੜੇ ਮੰਨਦੇ ਹੁੰਦੇ ਸੀਗੇ, ਪਰ ਜਦੋਂ ਦੀ ਸਾਇੰਸ ਹੈ ਕਹਿੰਦੇ ਸਾਇੰਸ ਇਸ ਚੀਜ਼ ਨੂੰ ਨਹੀਂ ਮੰਨਦੀ। ਉਹ ਕਿਉਂ ਨਹੀਂ ਮੰਨਦੀ? ਕਿਉਂਕਿ ਸਾਇੰਸ ਦੇ ਪਿੱਛੇ ਵੀ ਸਾਇੰਸ ਹੈ। ਸਾਇੰਸ ਦੇ ਪਿੱਛੇ ਜਿਹੜਾ ਸੱਚ ਹੈ ਨਾ, ਉਹ ਸੱਚ ਉਹ ਚੀਜ਼ਾਂ ਉਜਾਗਰ ਕਰਦੀ ਹੈ ਸਾਇੰਸ। ਜਿਹੜਾ ਬਾਕੀ ਚੀਜ਼ਾਂ ਦੇ ਪਿੱਛੇ ਸੱਚ ਲੁਕਿਆ ਹੋਇਆ ਨਾ, ਹੁਣ ਜਿਵੇਂ ਅਸੀਂ ਰੋਡ ਦੇ ਵਿੱਚ ਲੁਕੋ ਕੇ ਰੱਖ ਲਿਆ, ਬੱਲਬ ਦੇ ਵਿੱਚ ਲੁਕੋ ਕੇ ਰੱਖ ਲਿਆ, ਪਰ ਉਹ ਸੱਚ ਉਜਾਗਰ ਨਹੀਂ ਹੋਣ ਦਿੱਤਾ। ਉਹ ਸੱਚ ਜੋ ਉਜਾਗਰ ਹੋ ਗਿਆ ਉਹਨੂੰ ਖੋਲ ਕੇ ਦਿਖਾ ਦਈਦਾ ਵੀ ਆ ਲੈ ਚੱਕ। ਉਹ ਕਹਿੰਦਾ ਲੈ ਯਾਰ ਮੈਂ ਤਾਂ ਇਹਦੇ 'ਚ ਹੋਰ ਹੀ ਕੁਝ ਸਮਝਦਾ ਰਿਹਾ, ਹੈ ਨਾ। ਤੋ ਇਹ ਸਾਨੂੰ ਪਹੁੰਚਾਉਣਾ ਪਊਗਾ। ਵਿਗਿਆਨ ਘਰ ਘਰ ਪਹੁੰਚਾਉਣ ਦੇ ਲਈ ਮੈਂ ਇਹ ਜਿਹੜਾ ਆਪਣੇ ਸ਼ੁਰੂ ਕੀਤਾ ਕੰਮ ਵੀ ਵਿਗਿਆਨ ਪਹੁੰਚੇ, ਔਰ ਗਣਿਤ ਦੀਆਂ ਜਿਹੜੀਆਂ ਗਣਨਾਵਾਂ ਹੈਗੀਆਂ ਉਹਨਾਂ ਤੇ ਆਧਾਰਿਤ ਹੈ ਵਿਗਿਆਨ ਸਾਰਾ। ਇਹ ਸਾਰੀਆਂ ਚੀਜ਼ਾਂ ਦੇ ਨਾਲ ਘਰ ਘਰ ਜਦੋਂ ਵਿਗਿਆਨ ਗਣਿਤ ਪਹੁੰਚ ਜੂਗਾ ਤਾਂ ਜ਼ਰੂਰ ਤਰੱਕੀ ਹੋਊਗੀ, ਮੇਰਾ ਇਹ ਮੰਨਣਾ। ਮੈਂ ਤੁਹਾਨੂੰ ਸਗੋਂ ਕਾਬਿਲੇ ਤਾਰੀਫ ਹੈ ਤੁਹਾਡਾ ਕੰਮ, ਕਿਉਂਕਿ ਤੁਸੀਂ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਹੋ, ਕਿਉਂਕਿ ਉਹ ਆਏ ਆ ਵੀ ਜਿਵੇਂ ਮੈਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਹਾਂ ਕਿ ਬੰਦੇ ਵਿਜ਼ੂਅਲਸ ਜਦ ਦੇਖਦੇ ਨੇ, ਅੱਖੀ 'ਚ ਚੀਜ਼ਾਂ ਪ੍ਰੈਕਟੀਕਲ ਹੁੰਦਾ ਦੇਖਦੇ ਨੇ ਤਾਂ ਉਹ ਚੀਜ਼ ਨੂੰ ਜਲਦੀ ਕੈਚ ਕਰ ਲੈਂਦੇ ਨੇ। ਜਿਵੇਂ ਆਪਾਂ ਐਗਜ਼ਾਮਪਲ ਤੌਰ 'ਤੇ ਗੱਲ ਕਰੀਏ, ਜੇ ਬੱਚੇ ਕਿਸੇ ਨੂੰ ਦਿਖਾ ਦਈਏ ਵੀ ਆਹ ਫਲਾਣੀ ਫਿਲਮ ਚੱਲ ਰਹੀ ਹੈ ਤੇ ਉਹਨੂੰ ਇੱਕ ਪਾਸੇ ਉਹੀ ਬੋਲ ਕੇ ਸੁਣਾਉਣ ਲੱਗ ਜਾਈਏ, ਉਹ ਜਿਹੜੀ ਸਾਹਮਣੇ ਚੱਲ ਰਹੀ ਹੋਊਗੀ ਉਹ ਚੀਜ਼ ਉਹਨੂੰ ਪ੍ਰੋਪਰ ਸੀਨ ਯਾਦ ਰਹਿਣਗੇ। ਪਰ ਜਿਹੜੀ ਕਿਤਾਬ ਹੋਊਗੀ ਉਹਨੂੰ ਪੜ੍ਹੇ ਨੂੰ ਉਹਨੂੰ ਪਤਾ ਵੀ ਨਹੀਂ ਲੱਗੂਗਾ ਵੀ ਇੱਥੇ ਸ਼ਾਇਦ ਉਹਨੇ ਆ ਵੀ ਕਿਹਾ ਸੀ। ਹਾਲਾਂਕਿ ਚਾਹੇ ਉਹਦਾ ਵਿੱਚ ਉਹਦਾ ਨਾਮ ਵੀ ਲੈ ਦੇਵੇ ਬੰਦੇ ਦਾ, ਉਹਨੂੰ ਤਾਂ ਵੀ ਨਹੀਂ ਪਤਾ ਲੱਗਣਾ ਵੀ ਇਹਦਾ ਵਿੱਚ ਉਹਨੇ ਨਾਮ ਵੀ ਲੈ ਤਾ। ਪਰ ਜਾਣੀ ਕਿ ਵਿਜ਼ੂਅਲ ਰਾਹੀਂ ਜਿਹੜੀ ਚੀਜ਼ਾਂ ਨੇ ਉਹ ਜਲਦੀ ਕੈਚ ਕਰਦੇ ਨੇ, ਜ਼ਿਆਦਾ ਦੇਰ ਤੱਕ ਯਾਦ ਰਹਿੰਦੀਆਂ ਔਰ ਜਲਦੀ ਕੈਚ ਹੋ ਜਾਂਦੀਆਂ। ਸਾਡਾ ਬ੍ਰੇਨ ਹੈ ਨਾ ਇੱਕ ਇਸ ਤਰ੍ਹਾਂ ਦਾ ਮਤਲਬ ਬਣਾਵਟ ਹੈ ਇਸ ਦੇ ਵਿੱਚ ਕਿ ਇਹ ਸਟੋਰ ਕਰਕੇ ਰੱਖਦਾ, ਚੀਜ਼ਾਂ ਨੂੰ ਸਟੋਰ ਕਰ ਲੈਂਦਾ। ਪਰ ਇਸ ਨੂੰ ਇੱਕ ਵਾਰੀ ਗਿਆਨ ਦੇਣਾ ਜ਼ਰੂਰੀ ਹੈ। ਇਹਨੇ ਦੇਖਿਆ ਹੋਣਾ ਚਾਹੀਦਾ ਵੀ ਸੀਤਾਰਾਮ ਕਿਹੋ ਜਿਹਾ ਬੰਦਾ ਹੈ, ਘਣਸ਼ਿਆਮ ਕਿਹੋ ਜਿਹਾ। ਜੇ ਇਹਨੇ ਘਣਸ਼ਿਆਮ ਦੇਖਿਆ ਹੀ ਨਹੀਂ ਹੈ, ਤੁਸੀਂ ਕਹੋ ਘਣਸ਼ਿਆਮ, ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਘਣਸ਼ਿਆਮ ਕੌਣ ਹੈ। ਪਰ ਜੇ ਉਸਨੇ ਦੇਖਿਆ ਹੋਇਆ ਫਿਰ ਉਹਨੂੰ ਪਛਾਣ ਆ ਜਾਊ। ਤਾਂ ਇਸ ਕਰਕੇ ਇਹ ਵਿਗਿਆਨ ਜਦੋਂ ਪਹੁੰਚੂਗਾ ਨਾ ਵਿਦਿਆਰਥੀਆਂ ਤੱਕ, ਤਾਂ ਵਿਦਿਆਰਥੀਆਂ ਦੇ ਵਿੱਚ ਇੰਨਾ ਕੁ ਕੌਨਫੀਡੈਂਸ ਲੈਵਲ ਵੱਧ ਜੂਗਾ ਕਿ ਉਹ ਖੜੇ ਹੋਣਗੇ ਨਾ ਜਿੱਥੇ ਪਤਾ ਲੱਗੂਗਾ ਵਿਗਿਆਨ ਖੜਾ ਹੈ। ਬਹੁਤ ਬਹੁਤ ਧੰਨਵਾਦ ਭਾਈ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਕਿਉਂਕਿ ਜਿਹੜਾ ਕੰਮ ਤੁਸੀਂ ਕਰ ਰਹੇ ਹੋ ਨਾ ਇਹ ਕਾਬਿਲੇ ਤਾਰੀਫ ਹੈ। ਉਹ ਇਸ ਕਰਕੇ ਕਿਉਂਕਿ ਬੱਚਿਆਂ ਨੂੰ ਪੜ੍ਹਾਉਣਾ ਤਾਂ ਚਲੋ ਆਪਣਾ ਫਰਜ਼ ਹੈਗਾ ਹੀ ਹੈ, ਅਧਿਆਪਕਾਂ ਦਾ ਫਰਜ਼ ਹੁੰਦਾ ਹੈ, ਪਰ ਪ੍ਰੈਕਟੀਕਲ ਨੌਲੇਜ ਦੇਣਾ
ਉਹ ਸਭ ਤੋਂ ਵੱਡੀ ਚੀਜ਼ ਹੈ। ਪਰ ਤੁਸੀਂ ਅੱਜ ਕੁਛ ਮੈਂ ਕਹਿ ਦਿੰਦਾ ਵੀ ਸਮਾਜ ਤੋਂ ਹਟ ਕੇ ਕਰ ਰਹੇ ਹੋ ਵੀ ਮੈਂ ਹਜੇ ਕੋਈ ਅਧਿਆਪਕ ਐਸਾ ਦੇਖਿਆ ਨਹੀਂ ਸੀ ਵੀ ਜਿਹੜਾ ਪ੍ਰੈਕਟੀਕਲ ਨੌਲੇਜ ਇਸ ਤਰੀਕੇ ਨਾਲ ਬੱਚਿਆਂ ਨੂੰ ਇੰਟਰਸਟ ਲੈ ਕੇ ਖੁਦ ਬੱਚਾ ਬਣ ਕੇ ਨਾਲ ਜਿਹੜੀ ਆ ਤੁਸੀਂ ਸਿੱਖਿਆ ਦਿੰਦੇ ਹੋ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਤੁਸੀਂ ਵੇਖਿਆ ਦੋਸਤੋ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਕੱਲ੍ਹ ਸਮਾਜ ਦੇ ਵਿੱਚ ਬਹੁਤ ਕੁਆਲੀਫਿਕੇਸ਼ਨਸ ਵਾਲੇ ਜਿਹੜਾ ਹੈ ਯੂਥ ਭਰਿਆ ਪਿਆ, ਪਰ ਪ੍ਰੈਕਟੀਕਲ ਨੌਲੇਜ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ। ਉਹ ਕਿਉਂਕਿ ਮੁੱਢਲੀ ਜਾਣਕਾਰੀ ਜਿਹੜੀ ਹੈ ਉਹਨਾਂ ਦੀ ਕਲੀਅਰ ਨਹੀਂ ਹੁੰਦੀ। ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਪਿੰਡ ਕਲਿਆਣ ਦੇ ਵਿੱਚ ਜਿਹੜਾ ਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿੱਚ ਅਸੀਂ ਇਸ ਸਮੇਂ ਖੜੇ ਸੀਗੇ। ਭਾਈ ਸਾਹਿਬ ਮਾਸਟਰ ਜਸਵਿੰਦਰ ਸਿੰਘ ਜੀ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਈ। ਫਿਜ਼ਿਕਸ ਦੇ ਜਿਹੜੇ ਨੇ ਲੈਕਚਰਰ ਇੱਥੇ ਆਪਣੀ ਸੇਵਾ ਨਿਭਾਉਂਦੇ ਨੇ, ਤੇ ਉਮੀਦ ਕਰਦਾ ਵੀਡੀਓ ਚੰਗੀ ਲੱਗੀ ਹੋਊਗੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਅਸੀਂ ਹੋਰ ਚੰਗੀਆਂ ਵੀਡੀਓਜ਼ ਸਮੇਂ ਸਿਰ ਤੁਹਾਡੇ ਤੱਕ ਸਾਂਝੀ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬਾਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।